ਜਿਵੇਂ ਬਚਨ ਆਇਆ ਕਿ ਬਿਨ ਸੇਵਾ ਧ੍ਰਿਗ ਹੱਥ ਪੈਰ ਹੋਰ ਨਿਹਫਲ ਕਰਨੀ। ਦੁਨੀਆ ਦੇ ਅੰਦਰ ਸਾਡੀਆਂ ਅਲੱਗ-ਅਲੱਗ ਸੇਵਾਵਾਂ ਮਹਾਰਾਜ ਜੀ ਨੇ ਲਾਈਆਂ ਸਭ ਦੀਆਂ। ਕਾਰ ਸੇਵਾ ਵਾਲੇ ਮਹਾਂਪੁਰਖ ਗੁਰੂ ਘਰ ਬਣਾਉਂਦੇ ਨੇ ਔਰ ਟਕਸਾਲ ਵੱਲੋਂ ਕਥਾਵਾਚਕ ਕੀਰਤਨੀਏ ਤਿਆਰ ਕੀਤੇ ਜਾਂਦੇ ਨੇ, ਗ੍ਰੰਥੀ ਪਾਠੀ ਤਿਆਰ ਕੀਤੇ ਜਾਂਦੇ ਨੇ। ਕਈ ਸਿੰਘ ਦੀ ਸੇਵਾ ਨਿਭਾਉਂਦੇ ਨੇ। ਬਹੁਤ ਸਾਰੇ ਪੰਥ ਦਲ ਵਿਚਰ ਕੇ ਪ੍ਰਚਾਰ ਕਰਦੇ ਹਨ ਸੰਸਾਰ ਦੇ ਵਿੱਚ। ਅਲੱਗ-ਅਲੱਗ ਮਹਾਤਮਾ ਨੇ ਕਲੇਰਾਂ ਵਾਲੇ ਆਪਣੇ ਗੁਰੂ ਗ੍ਰੰਥ ਸਾਹਿਬ ਦੀ ਸੇਵਾ, ਅਰਾੜੇ ਵਾਲੇ ਕੀਰਤਨ ਕਰਦੇ ਨੇ। ਇਹ ਡਿਊਟੀਆਂ ਨਿਰੰਕਾਰ ਜੀ ਵੱਲੋਂ ਸਾਰਿਆਂ ਮਹਾਂਪੁਰਖਾਂ ਦੀ ਲੱਗੀ ਹੁੰਦੀ। ਸੋ ਕੱਲ੍ਹ ਹੀ ਅਸੀਂ ਅੰਮ੍ਰਿਤਸਰ ਸਾਹਿਬ ਵੱਲ ਜੋ ਬਾਬਾ ਜੀ ਉਧਰ ਬਹੁਤ ਪਹਿਲਾਂ 1911 ਦੇ ਵਿੱਚ ਜਨਮ ਹੋਇਆ ਬਾਬਾ ਜਗਤ ਸਿੰਘ ਜੀ, ਅਤੇ ਉਦੋਂ ਬਾਅਦ ਬਾਬਾ ਸੂਬਾ ਸਿੰਘ ਜੀ ਹੋਏ ਨੇ। ਉਹਨਾਂ ਦੀ ਬਰਸੀ ਦੇ ਕੱਲ੍ਹ ਉੱਥੇ ਕਤਲ ਹੋਏ ਸੀ। ਸੋ ਸਾਰੇ ਥਾਈਂ ਇਹ ਸਾਰੇ ਮਹਾਂਪੁਰਖ ਸਮਕਾਲੀ ਹੋਏ ਨੇ। ਉਹਨਾਂ ਸਭ ਤੋਂ ਪਹਿਲਾਂ 1849 ਦੇ ਵਿੱਚ ਜੋ 1 ਅਪ੍ਰੈਲ ਦੇ ਦਿਨ, ਜੋ ਇਹ ਰਾਮਨੌਮੀ ਦੇ ਦਿਨ ਬਾਬਾ ਗੁਰਮੁਖ ਸਿੰਘ ਜੀ ਦਾ ਜੋ ਜਨਮ ਹੈ ਇਹ ਹੋਇਆ। ਇਹ ਕਿਲਾ ਇਤਿਹਾਸ ਵਿੱਚ ਜੋ ਲਿਖਿਆ ਉਹ ਭਾਈ ਕਰਮ ਸਿੰਘ ਜ਼ਖਮੀ ਨੇ ਕਿਲਾ ਰਾਣੀ ਸੁੱਖਾਂ ਦਾ ਨਾਮ ਦਿੱਤਾ ਹੈ। ਦਿਆਲ ਗੜ੍ਹ ਲਿਖਿਆ, ਕਈ ਜਗ੍ਹਾ ਦਿਆਲਪੁਰ ਵੀ ਹੈ। ਔਰ ਅਸਲੀਅਤ ਜਿਹੜੀ ਕੱਢੀ ਅਸੀਂ ਖੋਜ ਕਰਕੇ ਉਹ ਦਿਆਲਗੜ੍ਹ ਬੂੜੀਆਂ ਕਿਲਾ ਮਾਈ ਸੁੱਖਾਂ ਮਾਈ ਲਿਖਿਆ ਉੱਥੇ, ਜਿੱਥੇ ਹੁਣ ਅਸੀਂ ਸਿੰਘ ਭੇਜੇ ਹੋਏ ਆ ਖੋਜ ਕਰਨ ਵਾਸਤੇ। ਇਹ ਜਿੱਥੇ ਕਵੀ ਸੰਤੋਖ ਸਿੰਘ ਜੀ ਰਹੇ ਨੇ, ਬੂੜੀਆ ਨਗਰ, ਆ ਯਮੁਨਾ ਨਗਰ ਵਾਲੇ ਪਾਸ ਜਾ ਕੇ ਅੱਗੇ ਥੋੜਾ ਪੈਂਦਾ, ਲਾਗੇ ਥੋੜੇ ਹਟਵੀਂ ਯਮੁਨਾ ਨਦੀ ਲੰਘਦੀ ਆ ਉੱਥੇ ਸਿੰਘ ਭੇਜੇ ਸੀ। ਉਹ ਕਹਿੰਦੇ ਕਿਲੇ ਦਾ ਮਾੜੀ ਜਿਹੀ ਇੱਕ ਦੀਵਾਰ ਛੋਟੀਆਂ ਇੱਟਾਂ ਦੀ ਬਾਕੀ ਬਚੀ ਆ, ਬਾਕੀ ਸਾਰਾ ਕਿਲਾ ਖਤਮ ਹੋ ਚੁੱਕਿਆ ਹੈ। ਉੱਥੇ 2 ਘਰ ਨੇ ਗੁਰਸਿੱਖਾਂ ਦੇ, ਸਿੱਖਾਂ ਦੇ ਲਾ ਲਓ, ਪਤਾ ਨਹੀਂ ਮਿਲੇ ਨਹੀਂ ਹਲੇ ਸੀ, ਜੋ 2 ਜਗੀਰਦਾਰ ਨੇ ਉੱਥੇ। ਬਾਕੀ ਜਿਹੜੇ ਉੱਥੇ ਰਹਿਣ ਵਾਲੇ ਸੀ ਬਹੁਤ ਸਾਰੇ ਉਹ ਚੜ੍ਹਾਈਆਂ ਕਰ ਚੁੱਕੇ, ਤੇ ਯੂਪੀ ਵੱਲੋਂ ਆ ਕੇ ਕਾਫੀ ਲੋਕਾਂ ਨੇ ਉੱਥੇ ਘਰ ਪਾਏ ਨੇ। ਉਹ ਕਿਲੇ ਦੀ ਇੱਕ ਬੌਲੀ ਸੀ, ਬੌਲੀ ਦੇ ਉੱਤੇ ਮੰਦਿਰ ਹੁਣ ਬਣਿਆ ਨਵਾਂ। ਅਸੀਂ ਬਾਬਾ ਜੀ ਦੇ ਜਨਮ ਸਥਾਨ ਦੀ ਖੋਜ ਦੇ ਨਾਲ ਨਾਲ ਕਵੀ ਸੰਤੋਖ ਸਿੰਘ ਜੀ ਦੇ ਘਰ ਦੀ ਵੀ ਭਾਲ ਕਰਦੇ ਸੀ। ਜਨਮ ਦਾ ਤਾਂ ਸਾਨੂੰ ਪਤਾ ਹੈ, ਨੂਰ ਦੀ ਸਰਾਂ ਪਿੰਡ ਪੈਂਦਾ। ਮੈਂ ਕਾਫੀ ਦੇਰ ਤੋਂ ਲੱਭ ਰਿਹਾ ਸੀ ਕਿਸੇ ਸਿੰਘ ਦਾ ਲੇਖ, ਫਿਰ ਪੜ੍ਹਿਆ ਭਗਵਾਨ ਸਿੰਘ ਯੌਲ ਜੀ, ਉਹਨਾਂ ਨੇ ਲੇਖ ਲਿਖਿਆ ਇੱਕ ਵਾਰ ਅਖਬਾਰ 'ਚ, ਮੈਂ ਉਹ ਪੜ੍ਹਿਆ ਅੱਜ ਕਵੀ ਸੰਤੋਖ ਸਿੰਘ ਜੀ ਬਾਰੇ। ਉਹ 22 ਜੁਲਾਈ ਦਿਨ ਨਿਕਲਿਆ। 22 ਜੁਲਾਈ ਨੂੰ ਅਸੀਂ ਕੋਸ਼ਿਸ਼ ਕਰਦੇ ਉਹਨਾਂ ਦਾ ਜਨਮ ਦਿਨ ਮਨਾਈਏ, ਜਿਨ੍ਹਾਂ ਦੀ ਕਥਾ ਲਗਭਗ ਸਾਰੇ ਵਰਲਡ 'ਚ ਦੇਖੀ ਤਾਂ 1500 ਦੇ ਕਰੀਬ ਜਾਂ 2000 ਕਰੀਬ ਗੁਰੂ ਘਰਾਂ ਵਿੱਚ ਚੱਲਦੀ ਹੈ। ਉਹਨਾਂ ਦਾ ਨਗਰ ਨਹੀਂ ਸੀ ਮੈਨੂੰ ਮਿਲਦਾ। ਇਹ ਨੂਰ ਜਿਹੜਾ ਸੀ, ਨੂਰ ਦੀ ਸਰਾਂ, ਇੱਕ ਉਹ ਜਿਹੜਾ ਪਰੇ ਨੂਰ ਪੈਂਦਾ, ਨੂਰ ਮਹਿਲ, ਨੂਰ ਮਹਿਲ ਦੀ ਸਰਾਂ ਵੀ ਲਿਖਿਆ ਹੋਇਆ ਸੀ। ਤੇ ਮੈਂ ਅੱਜ ਜੌਹਲ ਸਾਹਿਬ ਨੂੰ ਰਸਤੇ 'ਚ ਫੋਨ ਤੇ ਪੁੱਛਿਆ, ਮੈਂ ਕਿਹਾ ਸਾਨੂੰ ਪਿੰਡ ਨਹੀਂ ਲੱਭਦਾ। ਮੈਂ ਤਰਨਤਾਰਨ ਤੋਂ ਕਈ ਵਾਰੀ ਇਹ ਅਸੀਂ ਖੋਜ ਕਰਦੇ ਨੇ, ਉਹ ਕਹਿੰਦੇ ਨਹੀਂ ਉੱਥੇ ਨਹੀਂ, ਇਹ ਤਰਨਤਾਰਨ ਸਾਹਿਬ ਤੋਂ ਝਬਾਲ ਰੋਡ ਆ ਨਾ, ਇਹ ਝਬਾਲ ਵਾਲੀ ਸੜਕ ਤੇ ਹੈ ਨੂਰ ਦੀ ਸਰਾਂ। ਉੱਥੇ ਕਵੀ ਜੀ ਦਾ ਪਿੰਡ ਆ। ਕਵੀ ਜੀ ਦਾ ਵੀ ਕਿਉਂਕਿ ਪਿੱਛੇ ਬੂੜੀਆ ਨਗਰ ਆ,
ਅੰਬਾਲਾ ਤਹਿਸੀਲ ਪੈਂਦੀ ਸੀ ਉਦੋਂ, ਤੇ ਬਾਬਾ ਗੁਰਮੁਖ ਸਿੰਘ ਜੀ ਵੀ ਉਧਰ ਇਲਾਕੇ 'ਚ ਹੀ, ਉਹਨਾਂ ਦਾ ਵੀ ਉੱਥੇ ਹੀ ਲਗਭਗ ਜਨਮ ਹੋਇਆ 1849 ਦੇ ਵਿੱਚ। ਤੇ ਇਸ ਕਰਕੇ ਉਹ ਦੋਨੋਂ ਖੋਜਾਂ ਸਾਨੂੰ ਬਰਾਬਰ ਬਰਾਬਰ ਲੱਭਣ ਵਿੱਚ ਕਾਫੀ ਚੀਜ਼ਾਂ ਅੱਗੇ ਲੱਭੀਆਂ ਨੇ। ਤਾਂ ਇਸ ਕਰਕੇ ਕਵੀ ਜੀ ਵੀ ਉਹਨਾਂ ਦੇ ਸਮਕਾਲੀ ਹੋਏ ਨੇ। ਜਿਹੜਾ 10 ਗੁਰਾਂ ਦਾ ਜੀਵਨ ਸੂਰਜ ਪ੍ਰਕਾਸ਼ ਲਿਖਿਆ ਕਵੀ ਜੀ ਨੇ, ਉਹ ਜਦੋਂ ਲਿਖਦੇ ਲਿਖਦੇ ਸੰਪੂਰਨਤਾ ਹੋਈ ਸੀ। ਮਹਾਰਾਜਾ ਰਣਜੀਤ ਸਿੰਘ ਜੀ ਨੂੰ ਉਦੋਂ 1839 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਸਰੀਰ ਛੱਡਿਆ, ਤੇ ਦੱਸਦੇ ਨੇ ਵੀ ਮਹਾਰਾਜਾ ਰਣਜੀਤ ਸਿੰਘ ਦੇ ਸਰੀਰ ਛੱਡਣ ਤੋਂ 4 ਸਾਲ ਬਾਅਦ ਇਹ ਸੂਰਜ ਪ੍ਰਕਾਸ਼ ਸੰਪੂਰਨ ਹੋਇਆ। 1843 ਦੇ ਵਿੱਚ ਇਹ ਡੇਟ ਨਿਕਲਦੀ ਹੈ। ਸੋ ਇਸ ਕਰਕੇ ਦੋਨੋਂ ਚੀਜ਼ਾਂ ਸਾਨੂੰ ਇਕੱਤਰ ਹੀ ਮਿਲੀਆਂ ਨੇ। ਕਵੀ ਜੀ ਦਾ ਘਰ ਪੁਰਾਤਨ ਇੱਥੇ ਆ, ਉਹ ਹੁਣ ਕਦੇ ਨਾ ਕਦੇ ਉਦਮ ਕਰਾਂਗੇ, ਉਹਦਾ ਵੀ ਦਰਸ਼ਨ ਕਰਾਂਗੇ, ਫਿਲਮਾਂ ਬਣਾਵਾਂਗੇ, ਫੋਟੋ ਲਵਾਂਗੇ, ਪਾਵਾਂਗੇ, ਤਾਂ ਕਿ ਸੰਗਤ ਨੂੰ ਵੀ ਜਾਣਕਾਰੀ ਹੋਵੇ। ਦੂਜੀ ਰਹੀ ਗੱਲ ਬਾਬਾ ਗੁਰਮੁਖ ਸਿੰਘ ਦਾ ਘਰ, ਉਹ ਨਹੀਂ ਮਿਲਿਆ ਕਿਉਂਕਿ ਉੱਥੇ ਥੇ ਬਣ ਚੁੱਕੇ ਆ। ਰਹੀ ਗੱਲ ਇਧਰ ਬਾਬਾ ਬਸਤਾ ਸਿੰਘ ਦੇ ਸਥਾਨ ਤੇ ਕਾਰ ਸੇਵਾ ਵਾਲੇ ਮਹਾਂਪੁਰਖਾਂ ਨੂੰ, ਅੱਜ ਵੀ ਮੈਂ ਸਿੰਘਾਂ ਨੂੰ ਫੋਨ ਕੀਤਾ, ਮੈਂ ਕਿਹਾ ਇੰਨਾ ਕੀ ਮਿਲਿਆ ਮੈਨੂੰ, ਬਾਕੀ ਤੁਸੀਂ ਦੱਸੋ। ਤੁਸੀਂ ਕਹੇ ਸੀ ਉਹਨਾਂ ਦੇ ਪਰਿਵਾਰ 'ਚ ਉਹਨਾਂ ਦੇ ਪੜਪੋਤਰੇ ਜਿਹੜੇ ਸੀ, ਪੜਪੋਤੀਆਂ ਉਹਨਾਂ ਦੀਆਂ ਕੀਰਤਨ ਕਰਦਾ ਆਉਂਦੀਆਂ ਰਹੀਆਂ ਇੱਥੇ ਸ੍ਰੀ ਤਰਨਤਾਰਨ ਸਾਹਿਬ ਬਾਬਾ ਬਸਤਾ ਸਿੰਘ ਦੇ ਸਥਾਨ ਤੇ। ਮੈਂ ਕਿਹਾ ਉਹਨਾਂ ਨੂੰ ਲੱਭੋ ਫਿਰ, ਤਾਂ ਕਿ ਉਹ ਸਾਨੂੰ ਦੱਸ ਸਕਦੀਆਂ ਨੇ ਉਹਨਾਂ ਦਾ ਪਿਛਲਾ ਜੋ ਸਥਾਨ ਨਗਰ, ਕੋਈ ਨਿਸ਼ਾਨੀ ਸਾਨੂੰ ਬਾਬਾ ਗੁਰਮੁਖ ਸਿੰਘ ਜੀ ਦੀ ਮਿਲੇ। ਪਿਛਲੀ ਵਾਰ ਆਪ ਨੂੰ ਬੇਨਤੀ ਕੀਤੀ ਸੀ ਕਿ ਬਾਬਾ ਗੁਰਮੁਖ ਸਿੰਘ ਦਾ ਜੀਵਨ ਲੈ ਕੇ ਪੜ੍ਹੋ। ਸੋ ਚਤਰ ਸਿੰਘ ਜੀਵਨ ਸਾਨੂੰ ਅੰਮ੍ਰਿਤਸਰ ਫੋਨ ਕੀਤਾ ਵੀ ਇਹ ਜੀਵਨ ਜਿਹੜਾ ਹੈ ਉਹ ਬਾਬਾ ਜੀ ਕਹਿੰਦੇ ਮੈਂ ਲੈਣ ਗਿਆ ਸੀ, ਬਾਬਾ ਸਤਨਾਮ ਸਿੰਘ ਜੀ ਕਹਿੰਦੇ ਪਰ ਉਹਨਾਂ ਕੋਲ ਹੈ ਨਹੀਂ। ਮੇਨ ਬੰਦੇ ਨੂੰ ਫੋਨ ਕੀਤਾ, ਉਹ ਕਹਿੰਦਾ ਮੈਂ ਲੱਭਦਾ। ਸਾਨੂੰ ਫਿਰ ਉਹ ਲੱਭੀਆਂ ਨਹੀਂ, ਫਿਰ ਉਹ ਕਹਿੰਦੇ ਛਪਾ ਦਿੰਦੇ ਆ, ਸਾਡੇ ਕੰਪਿਊਟਰ 'ਚ ਸਾਰਾ ਡਾਟਾ ਪਿਆ। ਮੈਂ ਕਿਹਾ ਚਲੋ 1000 ਦੇ ਕਰੀਬ ਪਹਿਲਾਂ ਪੋਥੀ ਛਾਪੋ। ਸੋ 60 ਰੁਪਏ ਪ੍ਰਿੰਟ ਰੇਟ ਆ, ਪਰ ਮੈਂ ਕਿਹਾ ਜੇ ਅਸੀਂ 1000 ਇਕੱਠੀ ਲਈਏ, ਕਹਿੰਦਾ ਬਸ ਲੱਗਦੀ ਲਾਵਾਂਗੇ, 36 ਰੁਪਏ ਦੀ ਪੈਂਦੀ, 36 ਦੀ ਦੇ ਦਾਂਗੇ ਤੁਹਾਨੂੰ। ਤਾਂ ਬਾਬਾ ਜੀ ਹੁਣ ਬਾਬਾ ਸਤਨਾਮ ਸਿੰਘ ਨੇ ਮੈਂ ਕਿਹਾ ਵੀ ਤੁਸੀਂ ਲੈ ਆਓ ਫਿਰ ਉੱਥੇ ਜਾ ਕੇ। ਸੋ 200 ਪੋਥੀ ਇਹਨਾਂ ਨੇ ਲਿਆਂਦੀ ਆ, ਉਹ ਵੀ ਪ੍ਰਾਪਤ ਕਰਨੀ ਆ ਆਪਨੇ। ਔਰ ਬਾਬਾ ਕਾਰਸੇ ਵਾਲੇ ਸਿੰਘ ਜੀ ਨੂੰ ਮੈਂ ਉਹਨਾਂ ਦੇ ਸਿੰਘਾਂ ਨੂੰ ਬੇਨਤੀ ਕੀਤੀ ਵੀ ਤੁਸੀਂ ਵੀ ਲੈ ਲਓ 100 ਪੋਥੀ ਲੈ ਕੇ ਤੁਸੀਂ ਵੀ ਜੀਵਨੀ ਵੰਡੋ। ਮੈਂ ਚਾਹੁੰਦਾ ਵੀ ਕਾਰ ਸੇਵਾ ਦਾ ਜੋ ਮੁੱਢ ਹੈ ਬਾਬਾ ਗੁਰਮੁਖ ਸਿੰਘ ਜੀ ਕਾਰ ਸੇਵਾ ਵਾਲੇ, ਜਿਨ੍ਹਾਂ ਦੇ ਨਾਲ ਬਾਬਾ ਗੁਰਮੁਖ ਸਿੰਘ ਜੀ ਤੋਂ ਅੱਗੇ ਸਮਕਾਲੀ 25 ਮਹਾਂਪੁਰਖ ਬਰਾਬਰ ਬਰਾਬਰ ਬੈਠੇ, ਜਿਨ੍ਹਾਂ ਦੇ ਵਿੱਚ ਸਾਰੇ ਹੀ ਆਉਂਦੇ ਨੇ। ਬਾਬਾ ਝੰਡਾ ਸਿੰਘ ਜੀ, ਬਾਬਾ ਸਾਧੂ ਸਿੰਘ ਜੀ, ਬਾਬਾ ਹਰਬੰਸ ਸਿੰਘ ਜੀ, ਬਾਬਾ ਪ੍ਰੀਤਮ ਸਿੰਘ ਜੀ। ਉਹ ਜਦੋਂ ਮੈਂ ਬਾਬਾ ਪ੍ਰੀਤਮ ਸਿੰਘ ਜੀ ਵਾਲਿਆਂ ਦੇ ਸਰਸੇ ਬਰਸੀ ਤੇ ਹੁਣ ਗਿਆ ਸੀ, ਉਹਨਾਂ ਨੇ ਵੀ 4 ਪੇਜ ਦੀ ਆਪਣੀ ਬਾਬਾ ਜੀ ਦੀ ਜੀਵਨੀ ਛਾਪੀ ਹੈ, ਉਹਨਾਂ ਨੇ ਕੀ ਕੀ ਸੇਵਾ ਕੀਤੀ ਆ। ਉਹਦੇ ਵਿੱਚ ਕੁੱਲ ਟੋਟਲ ਮਹਾਂਪੁਰਖਾਂ ਦੇ ਨਾਮ ਆਏ ਨੇ। ਸੋ ਇੱਥੇ ਵੀ ਮਹਾਂਪੁਰਖ ਜਿਹੜੇ ਬਾਬਾ ਜੀ, ਬਾਬਾ ਅਮਰ ਸਿੰਘ ਜੀ, ਜਿਨ੍ਹਾਂ ਦੇ ਉੱਤੇ ਬਾਬਾ ਸਾਧੂ ਸਿੰਘ ਜੀ ਨੇ ਬਖਸ਼ਿਸ਼ਾਂ ਕੀਤੀਆਂ। ਤਾਂ ਬਾਬਾ ਇਹ ਸਾਧੂ ਸਿੰਘ ਜੀ ਵੀ ਪਟਿਆਲੇ ਵੱਲ ਦੇ ਸੀ, ਇਹ ਇਕੱਠੇ ਹੀ ਰਹੇ ਸੀ। ਕਿਉਂਕਿ ਜਦੋਂ ਬਾਬਾ ਗੁਰਮੁਖ ਸਿੰਘ ਜੀ ਹਜੂਰ ਸਾਹਿਬ ਨੂੰ ਬਧੋਚੀ ਨਗਰ ਤੋਂ ਗਏ ਨੇ, ਰਸਤੇ ਵਿੱਚ ਪਹਾੜੀ ਏਰੀਆ ਆਇਆ, ਪੈਦਲ ਯਾਤਰਾ ਕਰਦੇ ਹੋਏ ਗਏ ਸੀ। ਬਾਬਾ ਜੀ ਨੇ ਵਿਚਾਰ ਕੀਤੀ ਵੀ ਜੇ ਬਾਬਾ ਸਾਧੂ ਸਿੰਘ ਜੀ ਪੂਰਨ ਪੁਰਖ ਨੇ ਤਾਂ ਮੈਨੂੰ ਗੁਰੂ ਨਾਨਕ ਦੇਵ ਦੇ ਰੂਪ ਵਿੱਚ ਦਰਸ਼ਨ ਦੇਣ। ਉਸੇ ਵਕਤ ਹੀ ਬਾਬਾ ਜੀ ਨੇ ਗੁਰੂ ਨਾਨਕ ਦੇਵ ਦਾ ਰੂਪ ਧਾਰਨ ਕਰ ਲਿਆ, ਦਰਸ਼ਨ ਹੋਏ, ਪਰ ਉੱਥੋਂ ਅਲੋਪ ਹੋ ਗਏ। ਫਿਰ ਇਹ ਕਮਾਈਆਂ ਸਾਧ ਸੰਗਤ ਉਹਨਾਂ ਮਹਾਂਪੁਰਖਾਂ ਦੀਆਂ ਕੀਤੀਆਂ ਕਮਾਈਆਂ ਉਹਨਾਂ ਦੀਆਂ। ਕਹਿੰਦੇ ਬਾਕੀ ਤਾਂ ਮਾਰਾਂ ਤੇ ਸ਼ੇਰਾਂ ਨੇ ਮਾਰੀਆਂ ਹੁੰਦੀਆਂ, ਬਾਕੀ ਅਸੀਂ ਖਾਣ ਵਾਲੇ ਆ ਸਾਰੇ। ਕਮਾਈ ਉਹਨਾਂ ਦੀ ਬੇਅੰਤ ਜਿਹੜੀ ਪੜ੍ਹੀ ਆ ਕਿਤਾਬ ਪੁਸਤਕ, ਜਿੰਨਾ ਮੈਂ ਜਦੋਂ ਇਹ ਸਾਰੀ ਰਿਕਾਰਡਿੰਗ ਪਾਤੀ ਤਾਂ ਮੈਨੂੰ ਇੰਗਲੈਂਡ ਤੋਂ ਇੱਕ ਸਿੰਘ ਦਾ ਫੋਨ ਆਇਆ,
ਟਕਸਾਲ ਦੇ ਵਿੱਚ ਇੱਕ ਉਸਤਾਦ ਜੀ ਰਹੇ ਨੇ ਸੰਥਿਆ ਵਾਲੇ ਬਾਬਾ ਬੂੜ ਸਿੰਘ। ਉਹਨਾਂ ਦੇ ਭਤੀਜੇ ਨੇ ਮੈਨੂੰ ਫੋਨ ਕੀਤਾ, ਕਹਿੰਦੇ ਤੁਸੀਂ ਬਾਬਾ ਗੁਰਮੁਖ ਸਿੰਘ ਜੀ ਦਾ ਉਹ ਡੇਰਾ ਸਾਹਿਬ ਦਾ ਦੱਸਿਆ ਹੀ ਨਹੀਂ ਕੁਛ। ਮੈਂ ਕਿਹਾ ਜਿੰਨਾ ਕਿਤਾਬ 'ਚ ਲਿਖਿਆ ਮੈਂ ਓਨਾ ਹੀ ਦੱਸਿਆ। ਮੈਂ ਡੇਰਾ ਸਾਹਿਬ ਬਾਰੇ ਮੈਨੂੰ ਨਹੀਂ ਕਹਿੰਦੇ। ਡੇਰਾ ਸਾਹਿਬ ਅੱਜ ਮੈਂ ਰਸਤੇ 'ਚ ਪੜਿਆ ਸੀ, ਉਹ ਤਰਨਤਾਰਨ ਸਾਹਿਬ ਕੋਲੇ ਇੱਕ ਇੱਧਰ ਨੂੰ ਸੜਕ ਤੇ ਲੱਗਿਆ ਨਿਸ਼ਾਨ ਡੇਰਾ ਸਾਹਿਬ। ਉਹ ਕਹਿੰਦਾ ਬਾਬਾ ਗੁਰੂ ਨਾਨਕ ਦੇਵ ਜੀ ਦੇ ਪਿਤਾ ਬਾਬਾ ਕਲਿਆਣ ਚੰਦ ਜੀ ਦਾ ਪਿੰਡ ਆ ਉਹ। ਇਹ ਬਾਬਾ ਗੁਰਮੁਖ ਸਿੰਘ ਨੇ ਉੱਥੇ ਵੀ ਸੇਵਾ ਕਰਾਈ ਹੈ, ਸ਼ੁਰੂਆਤ ਉਧਰੋਂ ਹੋਈ ਸੀ। ਮੈਂ ਕਿਹਾ ਜੀ ਹੁਣ ਇਹ ਟਕਸਾਲ ਬਾਰੇ ਤਾਂ ਮੈਨੂੰ ਬਹੁਤ ਪਤਾ ਵੀ ਸਾਰੇ ਮਹਾਂਪੁਰਖਾਂ ਦਾ, ਪਰ ਆਹ ਜਿਹੜੇ ਕਾਰ ਸੇਵਾ ਵਾਲੇ ਮਹਾਂਪੁਰਖ ਨੇ ਇਹਨਾਂ ਦੇ ਜੀਵਨਾਂ ਬਾਰੇ ਮੈਂ ਸਭ ਨੂੰ ਕਹਿ ਰਿਹਾ ਬਈ ਇੱਕ ਤਾਂ ਜੀਵਨ ਉਹ ਬਣਾ ਗਏ, ਇੰਨਾ ਕੁਛ ਲਿਖਿਆ ਕਿਸੇ ਨੇ ਕੁਛ ਨਹੀਂ। ਜਦੋਂ ਫਿਰ ਉਹ ਪੁਰਾਣੇ ਹੁਣ ਜਦੋਂ ਬਾਬਾ ਸ਼ੀਸ਼ਾ ਸਿੰਘ ਦਾ ਮੈਂ ਬਰਸੀ ਇੱਥੇ ਮੋਗੇ ਆਇਆ ਮਨਾਉਣ, ਬਾਬਾ ਕਰਨੈਲ ਸਿੰਘ ਜੀ ਕੋਲੇ, ਉਹ ਮੇਰੇ ਨਾਲ ਪੜ੍ਹੇ ਟਕਸਾਲ ਦੇ ਵਿੱਚ। ਮੈਂ ਕਿਹਾ ਬਾਬਾ ਜੀ ਉਹ ਉਹਨਾਂ ਦਾ ਕੋਈ ਦੱਸੋ ਜਨਮ ਕਿੱਥੇ ਹੋਇਆ ਕਿਵੇਂ? ਕਹਿੰਦਾ ਵਾਹਿਗੁਰੂ ਐਂ ਗੱਲ ਆ ਵੀ ਇੰਨਾ ਹੀ ਪਤਾ ਵੀ ਬਾਬਾ ਜੀ ਸ਼ੇਖੂਪੁਰ ਜ਼ਿਲ੍ਹੇ 'ਚ ਹੋਏ, ਬਸ ਕੋਈ ਨਹੀਂ ਪਤਾ ਕਿਹੜਾ ਪਿੰਡ ਸੀ ਤੇ ਕਿਹੜਾ ਉਹਨਾਂ ਦਾ ਜਨਮ ਡੇਟ ਸੀ, ਇਹ ਸਾਨੂੰ ਕੁਛ ਨਹੀਂ ਪਤਾ। ਕਹਿੰਦੇ ਬਾਬਾ ਜੀ ਜਿਸ ਦਿਨ ਆਪਣਾ ਘਰ ਛੱਡ ਕੇ ਗਏ ਨੇ, ਸਾਰੇ ਹੀ ਮਹਾਂਪੁਰਖਾਂ ਦਾ ਐਂ ਲਿਖਿਆ, ਬਾਬਾ ਪ੍ਰੀਤਮ ਸਿੰਘ ਦਾ ਵੀ ਐਂ ਲਿਖਿਆ ਬਈ ਫਗਵਾੜੇ ਵੱਲ ਪਿੰਡ ਸੀ ਉਹਨਾਂ ਦਾ। ਆਪਣੇ ਨੌਕਰ ਨੂੰ ਲੈ ਕੇ ਗੱਡੇ ਤੇ ਆਏ ਸੀ ਸਮਾਨ ਲੈਣ, ਉੱਥੋਂ ਹੀ ਚਾਅ ਉੱਠਿਆ, ਕਹਿੰਦੇ ਨਨਕਾਣਾ ਸਾਹਿਬ ਜਾਣਾ ਸੀ ਅਸੀਂ ਤੇ ਉੱਥੇ ਬਾਬਾ ਜੀ ਕੋਲ ਜਾਣਾ, ਗੁਰਪੁਰਬ ਮਨਾਉਣਾ। ਉਹ ਜਾਂਦਿਆਂ ਬਾਬਾ ਗੁਰਮੁਖ ਸਿੰਘ ਨੂੰ ਐਸਾ ਮਿਲੇ ਕਿ ਮੁੜ ਕੇ ਬਸ ਵਾਪਸੀ ਨਹੀਂ ਆਏ। ਇਵੇਂ ਬਾਬਾ ਸ਼ੀਸ਼ਾ ਸਿੰਘ ਜੀ ਮੁੜ ਕੇ ਵਾਪਸ ਨਹੀਂ ਆਏ। ਜਦੋਂ ਵੀ ਉਹ ਮਹਾਂਪੁਰਖਾਂ ਕੋਲ ਆ ਗਏ ਫੇਰ ਨਹੀਂ ਵਾਪਸ ਮੁੜੇ। ਕਹਿੰਦੇ ਇੱਕ ਵਾਰ ਉਹਨਾਂ ਦਾ ਪਿੰਡ ਹੈਗਾ ਡਾਚਰ ਹਰਿਆਣੇ 'ਚ, ਕਹਿੰਦੇ ਇੱਕ ਵਾਰ ਉਹਨਾਂ ਦੇ ਪਿੰਡ ਸੰਗਤ ਲੈ ਗਈ, ਕਹਿੰਦੇ ਬਾਬਾ ਜੀ ਪਿੰਡ ਤਾਂ ਆ ਜਾਓ, ਕਹਿੰਦੇ ਨਾ ਬਸ ਜਿਹੜਾ ਛੱਡੀਏ ਗ੍ਰਾਮ ਦਾ ਲੈਣਾ ਕੀ ਨਾ। ਇਹ ਬਾਬਾ ਜੀ ਆਪਣੇ ਘਰ ਤਾਂ ਚਲੋ ਨਾ ਜਾਏ, ਪਿੰਡ ਦਾ ਆ ਜਾਓ, ਪਿੰਡ ਦੀਆਂ ਸੰਗਤਾਂ ਦਾ ਮਿਲ ਲਓ। ਕਹਿੰਦੇ ਨਾ, ਕਹਿੰਦੇ ਮੋਹ ਨਹੀਂ ਕਰਨਾ ਸੀ ਪਿੰਡ ਦਾ। ਇਸ ਕਰਕੇ ਸਾਧ ਸੰਗਤ ਜੀ ਜਿੰਨੇ ਵੀ ਵੱਡੇ ਵੱਡੇ ਸਾਰੇ ਮਹਾਂਪੁਰਖ ਹੋਏ ਨੇ ਅੱਜ ਤੱਕ, ਸੋ ਬਾਬਾ ਝੰਡਾ ਸਿੰਘ ਦੀ ਬਖਸ਼ਿਸ਼ ਹੋਈ ਆ। ਬਾਬਾ ਉੱਤਮ ਸਿੰਘ ਜੀ ਤੇ ਵੀ ਉਧਰੋਂ ਹੀ ਉਹਨਾਂ ਤੋਂ ਬਖਸ਼ਿਸ਼ ਹੋਈ। ਬਾਬਾ ਉੱਤਮ ਸਿੰਘ ਜੀ ਦੀ ਮੈਂ ਕਾਫੀ ਸੰਗਤ ਕੀਤੀ, ਮੈਂ ਤੁਹਾਨੂੰ ਦੱਸਿਆ ਵੀ ਸੀ, ਕਿਉਂਕਿ ਬਾਬਾ ਉੱਤਮ ਸਿੰਘ ਜੀ ਦਾ ਟਕਸਾਲ ਨਾਲ ਬਹੁਤ ਪਿਆਰ ਸੀ। ਕਈ ਵਾਰ ਅਸੀਂ ਇਕੱਠੇ ਹੋਏ, ਬਾਬਾ ਜੀ ਨੇ ਸਾਰਾ ਕੁਝ ਸੁਣਾਉਣਾ, ਸੰਤ ਕਰਤਾਰ ਸੁਣਨ ਕੋਲ ਬਹਿ ਕੇ ਸੁਣਾਉਣਾ ਵੀ ਏਦਾਂ ਏਦਾਂ ਬਾਬਾ ਝੰਡਾ ਸਿੰਘ ਜੀ ਨੇ ਕਿਰਪਾ ਕੀਤੀ ਆ। ਏਦਾਂ ਮੈਂ ਪਹਿਲਾਂ ਵੀ ਸੁਣਾਇਆ, ਕਈ ਵਾਰ ਸੰਗਤਾਂ ਨਵੀਆਂ ਵੀ ਹੁੰਦੀਆਂ। ਕਹਿੰਦੇ ਜਿਸ ਦਿਨ ਮੇਰੇ ਤੇ ਬਖਸ਼ਿਸ਼ ਕੀਤੀ, ਕਹਿੰਦੇ ਆ ਬਹਿ ਜਾ ਉਤਮਾ, ਇੱਥੇ ਬਹਿ ਜਾ, ਆ ਲੈ ਫੜ ਪ੍ਰਸ਼ਾਦਾ ਛਕ ਲਾ। ਦਰਵਾਜ਼ੇ ਦੇ ਉਹਲੇ ਇੱਕ ਕੌਲੀ ਦੇ ਵਿੱਚ ਸਾਗ ਨੂੰ ਉੱਲੀ ਲੱਗੀ ਹੋਈ ਤੇ ਸੁੱਕੀਆਂ 2-3 ਰੋਟੀਆਂ ਤੇ ਕਹਿੰਦੇ ਅੱਲਾ ਛਕ ਲਾ। ਤੁਸੀਂ ਸੋਚ ਕੇ ਦੇਖੋ, ਜੇ ਤੁਹਾਡੇ ਮੂਹਰੇ ਉੱਲੀ ਵਾਲਾ ਸਾਗ ਰੱਖੀਏ, ਤੁਹਾਡੇ 'ਚ ਕੋਈ ਹੈ ਵੀ ਜਿਹੜਾ ਉਹਨੂੰ ਕਹੂਗਾ ਮੈਂ ਖਾ ਲੈਂਦਾ? ਨਹੀਂ, ਆਪਾਂ ਨੇ ਨਹੀਂ ਖਾਣਾ, ਕਿਉਂਕਿ ਆਪਣੀ ਇੰਨੀ ਸ਼ਰਧਾ ਹੀ ਨਹੀਂ। ਭਾਈ ਦਿਆਲ ਦਾਸ ਨੇ 10ਵੇਂ ਪਾਤਸ਼ਾਹ ਨੂੰ ਆ ਕੇ ਕਿਹਾ ਲੰਗਰ ਛਕ ਲਓ। ਕਹਿੰਦਾ ਮਹਾਰਾਜ ਉਹ 7 ਦਿਨ ਦਾ ਬੇਹਾ ਪ੍ਰਸ਼ਾਦਾ ਹੁਣ ਛਕਣ ਲਾਇਕ ਨਹੀਂ ਰਿਹਾ। ਦੇਖੋ ਸਤਿਗੁਰਾਂ ਨੇ ਵੀ ਇਹ ਕਲਾ ਵਰਤਾਈ। ਮਹਾਰਾਜ ਜੀ ਕਹਿੰਦੇ ਉਹ ਕਿਰਪਾਨ ਭੇਟਾ ਕਰਦੇ, ਅਰਦਾਸ ਕਰਕੇ ਜਦੋਂ ਕਿਰਪਾਨ ਭੇਟਾ ਕੀਤੀ, ਸਾਧ ਸੰਗਤ ਤੋਂ ਸਾਰਾ ਗੱਫਾ ਪਾਣੀ ਏਦਾਂ ਤਿਆਰ ਹੋ ਗਿਆ ਜਿੱਦਾਂ ਹੁਣੇ ਬਣਾਇਆ ਤਾਜ਼ਾ ਹੀ। ਆਖੋ ਸਤਨਾਮ। ਕਲਗੀਆਂ ਵਾਲੇ ਪਾਤਸ਼ਾਹ ਨੇ ਕੀਤਾ। ਬਾਬਾ ਉੱਤਮ ਸਿੰਘ ਜੀ ਕਹਿੰਦੇ ਜਾਂ ਉੱਲੀ ਵਾਲਾ ਸਾਗ, ਕਹਿੰਦੇ ਮੈਨੂੰ ਨਹੀਂ ਘਿਰਣਾ ਆਈ, ਕਹਿੰਦੇ ਮੈਂ ਬਾਬਾ ਝੰਡਾ ਸਿੰਘ ਨੂੰ ਰੱਬ ਰੂਪ ਮੰਨਿਆ। ਕਹਿੰਦੇ ਮੈਂ ਬੁਰਕੀ ਤੋੜ ਕੇ ਜਾਂ ਲਾਈ, ਇੱਕਦਮ ਸਾਰਾ ਸਾਗ ਏਦਾਂ ਜਿਵੇਂ ਹੁਣੇ ਸੱਜਰਾ ਹੀ ਬਣਿਆ, ਰੋਟੀ ਵੀ ਪੋਲੀ ਹੋ ਗਈ, ਉੱਲੀ ਵਾਲੀ ਵੀ ਦਿਖਣੋਂ ਹਟ ਗਈ। ਕਹਿੰਦੇ ਜਦ ਛਕ ਲਿਆ, ਬਾਬਾ ਜੀ ਹੱਸੇ ਬੜੇ, ਕਹਿੰਦੇ ਲੈ ਪਾਸ ਹੋ ਗਿਆ, ਹੁਣ ਤੂੰ ਸਿਰ ਤੇ ਮੇਰੇ ਫਿਰ ਦਸਤਾਰ ਰੱਖਤੀ, ਫਿਰ ਤੈਨੂੰ ਸੇਵਾ ਦਿੱਤੀ ਹੋਣੀ ਸੀ। ਇਹ ਮੇਰੇ ਕਰਮ ਨੇ ਚੰਗੇ ਕਿ ਬਾਬਾ ਖੜਕ ਸਿੰਘ ਦੀ ਬਹੁਤ ਸੰਗਤ ਕਾਰ ਸੇਵਾ ਨੇ ਕੀਤੀ ਹੈ। ਜਿੰਨੇ ਪੁਰਾਣੇ ਕਾਰ ਸੇਵਾ ਵਾਲੇ ਮਹਾਂਪੁਰਖ ਬਾਬਾ ਜੀਵਨ ਸਿੰਘ ਜੀ ਨੂੰ ਛੱਡ ਕੇ
ਜਦੋਂ ਮੈਂ ਜਥੇ 'ਚ ਆਇਆ ਸੀ ਉਦੋਂ ਜਥਾ ਲੰਗਿਆਣੇ ਪਿੰਡ ਸੀ। ਜਦੋਂ ਸੁਨੇਹਾ ਆਇਆ ਕਿ ਬਾਬਾ ਜੀਵਨ ਸਿੰਘ ਜੀ ਪੂਰੇ ਹੋ ਗਏ ਨੇ ਤਾਂ ਮੈਂ ਦਰਸ਼ਨ ਨਹੀਂ ਕਰ ਸਕਿਆ, ਨਹੀਂ ਤੇ ਬਾਕੀ ਜਿੰਨੇ ਵੀ ਮਹਾਂਪੁਰਖ ਹੋਏ ਬਾਬਾ ਜਾਂ ਬਾਬਾ ਦਲੀਪ ਸਿੰਘ ਹੋਣੀ ਜਿਹੜੇ, ਉਹਨਾਂ ਦੇ ਦਰਸ਼ਨ ਨਹੀਂ ਮੈਂ ਕੀਤੇ। ਬਹੁਤ ਗਿਣਤੀ 'ਚ ਬਾਬਾ ਸ਼ੀਸ਼ਾ ਸੰਗਤ ਕੀਤੀ ਆ। ਕਿੰਨੇ ਮਹਾਂਪੁਰਖ, ਕਿਉਂ ਪਿਆਰ ਹੋ ਜਾਂਦਾ ਸਾਡਾ ਇਹਨਾਂ ਨਾਲ, ਕਿਉਂ ਇਹ ਗੁਰੂ ਦੇ ਘਰਾਂ ਦੇ ਸੇਵਾਦਾਰ ਨੇ, ਸ਼ਰਧਾ ਆ ਔਰ ਬੰਦਗੀ ਬਹੁਤ ਹੈ। ਅਸੀਂ ਇੱਕ ਵਾਰ ਕਾਰ ਸੇਵਾ ਵਾਲੇ ਕੇ ਮਹਾਂਪੁਰਖ ਨੂੰ ਕਿਹਾ, ਬਾਬਾ ਜੀ ਤੁਹਾਡੇ ਕੋਲ ਬੜੀਆਂ ਸ਼ਕਤੀਆਂ, ਹਰ ਚੀਜ਼ ਤੁਹਾਡੇ ਕੋਲ, ਇਹ ਕਿੱਦਾਂ ਆ ਜਾਂਦੀ ਆ? ਬਾਬਾ ਜੀ ਕਹਿੰਦੇ ਵਾਹਿਗੁਰੂ ਅਸੀਂ ਕੁਝ ਨਹੀਂ ਕਰਦੇ, ਅਸੀਂ ਤਾਂ ਕਾਰ ਸੇਵਾ ਕਰਦੇ ਆ, ਤੇ ਗੁਰੂ ਸਾਹਿਬ ਸਾਨੂੰ ਆਪੇ ਹੀ ਸਭ ਕੁਝ ਦੇ ਦਿੰਦੇ। ਜਾਂ ਅਸੀਂ ਸਤਨਾਮ ਵਾਹਿਗੁਰੂ ਜਪਦੇ ਹਾਂ ਸਵੇਰੇ ਤੇ ਸ਼ਾਮ 2-2 ਘੰਟੇ। ਕਿਸੇ ਮਹਾਂਪੁਰਖ ਨੂੰ ਮੈਂ ਗਵਾਲੀਅਰ ਬਾਬਾ ਉੱਤਮ ਸਿੰਘ ਦੇ ਅੱਗੇ ਸੇਵਾਦਾਰ ਸੀਗੇ ਜਥੇਦਾਰ ਜੀ, ਉੱਥੇ ਸੰਤ ਜਰਨੈਲ ਸੋਹਣੀ, ਉਹਨਾਂ ਨੂੰ ਕਹਿੰਦੇ ਵੀ ਬਾਬਾ ਜੀ ਤੁਹਾਨੂੰ ਵਕਾਰ ਨਹੀਂ ਤੰਗ ਕਰਦੇ? ਇੰਨੀ ਉਮਰ ਤੁਹਾਡੀ, ਹੁਣ ਹਾਲੇ ਮਸਾਂ 40-45 ਸਾਲ ਦੀ ਉਮਰ ਹੈ। ਕਹਿੰਦੇ ਵਾਹਿਗੁਰੂ ਸਵੇਰੇ ਟੋਕਰੀ ਚੁੱਕ ਲਈ ਦੀ ਸਿਰ ਤੇ, ਰਾਤ 11 ਵੱਜ ਜਾਂਦੇ ਟੋਕਰੀ ਢੋਂਦੇ ਆ, ਇੱਧਰ ਬਜਰੀ ਸਿੱਟ, ਇੱਧਰ ਏਦਾਂ ਕਰ, ਤੇ 24 ਘੰਟੇ 'ਚ ਇੱਕ ਪ੍ਰਸ਼ਾਦਾ ਛਕਣਾ। ਨੀਂਦ ਕਦੋਂ? ਜਦੋਂ ਨੀਂਦ ਆਉਣੀ ਆ ਬਜਰੀ ਤੇ ਹੀ ਡਿੱਗ ਪੈਣਾ, ਕੋਈ ਬਿਸਤਰਾ ਨਹੀਂ, ਕੋਈ ਮੰਜਾ ਨਹੀਂ। ਤੇ ਕਹਿੰਦੇ ਬਸ ਘੰਟਾ 1.5 ਘੰਟਾ ਸੌਣਾ, ਫੇਰ ਉੱਠ ਕੇ ਇਸ਼ਨਾਨ ਕਰਨ। ਤੇ ਵਾਹਿਗੁਰੂ ਇੱਥੇ ਕਾਮ ਨੇ ਕਿੱਥੇ ਆਉਣਾ ਸਾਡੇ ਕੋਲੇ, ਕ੍ਰੋਧ ਨੇ ਕਿੱਥੇ ਆਉਣਾ, ਲੋਭ ਮੋਹ ਹੰਕਾਰ ਨੇ ਕਿੱਥੇ ਆਉਣਾ? ਇਹ ਤਾਂ ਜਿਹੜੇ ਵਿਹਲੀਆਂ ਖਾ ਕੇ ਪਏ ਰਹਿੰਦੇ ਵਕਾਰ ਤੇ ਉਹਨਾਂ ਨੂੰ ਤੰਗ ਕਰਦੇ ਆ। ਐਸੇ ਐਸੇ ਜੀਵਨ ਵਾਲੇ ਕਾਰ ਸੇਵਾ ਵਾਲੇ ਮਹਾਂਪੁਰਖ। ਪਰ ਉਹਦੇ ਵਿੱਚ ਜਿਹੜੀ ਗੱਲ ਆਈ ਬਾਬਾ ਗੁਰਮੁਖ ਸਿੰਘ ਜੀ ਦੀ, ਜਦੋਂ ਮੈਂ ਉਹਨਾਂ ਦਾ ਜੀਵਨ ਪੜ੍ਹਿਆ, ਹੁਣ ਤੁਹਾਨੂੰ ਵੀ ਕਹਾਂਗਾ ਪੜ੍ਹੋ। ਬਾਬਾ ਜੀ ਦਾ ਲਗਭਗ 22 ਘੰਟੇ ਦਾ ਨਿਤਨੇਮ ਸੀ, 22-23 ਘੰਟੇ ਮਾੜਾ ਜਿਹਾ ਆਰਾਮ ਕਰਨਾ। ਮੈਂ ਹੈਰਾਨ ਮੰਨਦਾ ਕਈ ਚੀਜ਼ਾਂ ਨੂੰ ਵੀ, ਚਲੋ ਨਹੀਂ ਤਾਂ ਅਸੀਂ ਕਹਿੰਦੇ ਆ ਖੰਡ ਪਾਠੀ ਪਾਠ ਤੇ ਰੌਲ ਲਾ ਕੇ ਆਉਂਦਾ, ਇਹ ਪਾਠੀ ਨੂੰ ਘਿਓ ਪਾਓ, ਇਹਨੂੰ ਆਹ ਸਬਜ਼ੀ ਬਣਾਓ, ਇਹਨੂੰ ਚੰਗੀ ਖੀਰ ਖਵਾਓ, ਇਹ ਪਾਠੀ ਨੂੰ ਆਹ ਖਵਾਓ। ਵੀ ਪਾਠੀ 2 ਘੰਟੇ ਰੌਲ ਲਾ ਕੇ, ਨਾਲੇ ਉਹਨੂੰ ਪੈਸੇ ਵੀ ਅਸੀਂ ਦੇਣੇ ਆ। ਤੇ ਬਾਬਾ ਗੁਰਮੁਖ ਸਿੰਘ ਜੀ ਨੇ 12 ਸਾਲ ਇੱਕੋ ਥਾਂ ਬਹਿ ਕੇ ਬੰਦਗੀ ਕੀਤੀ ਆ, ਤੇ ਪਿੰਡ ਦਾ ਗੇੜਾ ਲਾਉਣਾ। ਜਿਹੜੇ ਕਿਤੇ ਰੋਟੀ ਡਿੱਗੀ ਪਈ ਮਿਲ ਗਈ ਕਿਤੋਂ, ਜਿਵੇਂ ਆਪਾਂ ਜੂਠੀ ਰੋਟੀ ਬਾਹਰ ਸਿੱਟਤੀ, ਉਹ ਸਾਰੀਆਂ ਰੋਟੀਆਂ ਇਕੱਠੀਆਂ ਕਰਕੇ ਲੈ ਆਉਣੀਆਂ, ਉਹ ਰੱਖ ਲੈਣੀਆਂ। ਤੇ ਉਹ ਰੋਟੀਆਂ ਜਿਹੜੀਆਂ ਨੇ ਉਹਨਾਂ ਨੂੰ ਰਾਤ ਜਿਹੜੀ ਖਾਣੀ ਸਵੇਰੇ ਸੁੱਕੀ ਰੋਟੀ, ਉਹ ਅੱਜ ਭਿਉਂ ਦੇਣੀ ਪਾਣੀ ਦੇ ਵਿੱਚ, ਸਵੇਰ ਨੂੰ ਨਰਮ ਹੋ ਜਾਂਦੀ ਸੀ, ਉਹ ਛਕ ਲੈਣੀ ਆ। ਜੇ ਨਾਲ ਦੇ ਕਿਸੇ ਨੇ ਕਿਹਾ ਵੀ ਬਾਬਾ ਜੀ ਇਹ ਤੁਸੀਂ ਕੀ ਕਰਦੇ ਹੋ, ਕਹਿੰਦੇ ਸਾਊ ਇਹ ਤੇ ਕਿਸੇ ਦਾ ਹੱਕ ਨਹੀਂ, ਇਹ ਅਗਲੇ ਨੇ ਘਰੋਂ ਬਾਹਰ ਸਿੱਟੀ। ਤੇ ਜੇ ਕੋਈ ਚੀਜ਼ ਗਰਮ ਕਰਨੀ ਹੈ ਤਾਂ ਬਾਬਾ ਜੀ ਨੇ ਕੀ ਕਰਨਾ, ਲੱਕੜਾਂ ਜੰਗਲ ਚੋਂ ਇੱਧਰੋਂ ਉੱਧਰੋਂ ਨਹੀਂ ਇਕੱਠੀਆਂ ਕਰਨੀਆਂ। ਦਾਤਣਾ, ਆਪਾਂ ਖੇਤਾਂ ਜਾਂਦੇ ਦਾਤਣ ਕਰਦੇ, ਉਹ ਲੋਕ ਸਾਰੇ ਦਾਤਣੀ ਕਰਦੇ ਸੀ ਉਦੋਂ, ਆ ਬਰਸ਼ ਜੇ ਤਾਂ ਹੁਣੇ ਆਏ ਨੇ, ਸੁੱਟਤੀ ਦਾਤਣ। ਬਾਬਾ ਜੀ ਨੇ ਸਾਰੀਆਂ ਦਾਤਨਾਂ ਇਕੱਠੀਆਂ ਕਰਕੇ ਸੁਕਾ ਲੈਣੀਆਂ, ਸੁਕਾ ਕੇ ਜੇ ਅੱਗ ਬਾਲਣੀ ਤਾਂ ਉਹ ਦਾਤਨਾਂ ਦੀ ਬਾਲਣੀ। ਕਹਿੰਦੇ ਇਹ ਉਹਨੇ ਵਰਤ ਕੇ ਸੁੱਟਤੀ, ਇਹਦੇ ਤੇ ਹੁਣ ਉਹਦਾ ਹੱਕ ਨਹੀਂ ਰਿਹਾ, ਇਹ ਮੇਰੀ ਆ ਹੁਣ। ਵੇਖ ਲਓ, ਆਪਾਂ ਕਹਿੰਦੇ ਮੈਂ ਬਹੁਤ ਸਾਰੇ ਸਿੰਘ ਮੈਨੂੰ ਕਹਿੰਦੇ ਅਸੀਂ ਬੰਦਗੀ ਕਰਦੇ ਆ, ਬੰਦਗੀ ਕਰਦੇ ਮਨ ਨਹੀਂ ਟਿਕਦਾ, ਬੰਦਗੀ ਕਰਦੇ ਸਾਨੂੰ ਆਹ ਵਿਘਨ ਪੈਂਦਾ, ਬੰਦਗੀ ਕਰਦੇ ਅੰਮ੍ਰਿਤ ਵੇਲੇ। ਪਰ ਅਸੀਂ ਖਾਂਦੇ ਕੀ ਆ, ਦੇਖਣਾ ਤਾਂ ਇਹ ਹੈ ਨਾ, ਅਸੀਂ ਕਿਹਦਾ ਖਾਂਦੇ ਆ। ਬਹੁਤ ਸਾਰੇ ਤਾਂ ਐਸੇ ਵੀ ਨੇ ਜਿਹੜੇ ਕਹਿੰਦੇ ਪੂਜਾ ਦਾ ਧਾਨ ਵੀ ਖਾਈ ਜਾਂਦੇ ਵਿੱਚ। ਕਿਸੇ ਵੀ ਮਹਾਂਪੁਰਖ ਦੀ ਬੰਦਗੀ ਵਾਲੇ ਪਾਸੇ ਚੱਲੋ। ਬਾਬਾ ਅਮਰੀਕ ਸਿੰਘ ਜੀ ਨੂੰ ਮੈਂ ਦੇਖਿਆ ਕਾਰ ਸੇਵਾ ਵਾਲਾ ਨੂੰ, ਇਹ ਚੀਜ਼ਾਂ ਪਹਿਲਾਂ ਵੀ ਸੁਣਾਉਣਾ, ਹੁਣ ਵੀ ਸੁਣ ਲਓ। ਮੈਂ ਅੰਦਰ ਗਿਆ ਕਮਰੇ, ਬਾਬਾ ਜੀ ਦਰਵਾਜ਼ੇ ਦੇ ਉਹਦੇ ਜੋੜਾ ਲਾ ਕੇ ਤੇ ਪੈਰਾਂ ਪਰ ਬੈਠੇ, ਤੇ 1-2 ਪ੍ਰਸ਼ਾਦੇ ਹੱਥੇ ਰੱਖੇ ਤੇ ਮਾੜੀ ਜੀ ਸਬਜ਼ੀ ਪਾ ਕੇ ਛਕੀ ਜਾਂਦੇ। ਮੈਂ ਬਾਬਾ ਜੀ ਥਾਲੀ ਲਿਆ ਦਿੰਦਾ ਨਾ, ਗਲਾਸ ਨਾ, ਬਸ ਉੱਠ ਕੇ ਜਿਹੜੀ ਬਾਟੀ 'ਚ ਪਾਣੀ ਪੀਤਾ ਫਟਾਫਟ ਮਾਂਜ ਕੇ ਰੱਖ। ਮੈਂ ਕਿਹਾ ਵੀ ਏਦਾਂ ਪਤਾ ਨਹੀਂ ਕਿਉਂ ਕਰਦੇ ਆ। ਕਹਿੰਦੇ ਏਦਾਂ ਹੁਣ ਜਿਹਦਾ ਭਾਂਡੇ ਮਾਂਜੀ ਜਾਊ, ਉਹ ਮੇਰੀ ਕੀਤੀ ਸਾਰੀ ਕਮਾਈ ਤਾਂ ਉਹਨੇ ਲੈ ਜਾਣੀ ਖੋ ਕੇ, ਮੇਰੇ ਪੁੰਨ ਉਹ ਲੈ ਜਾਊਗਾ, ਤੇ ਅਸੀਂ ਤੇ ਫੇਰ ਥੱਲੇ ਰਹਿ ਜਾਾਂਗੇ।
ਇਹ ਪੂਰਨ ਆਪਾਂ ਨੇ ਕਿਸੇ ਨੇ ਬੰਦਗੀ ਕਰਨੀ ਆ, ਪੂਰਨ ਪੁਰਖ ਬਣਨਾ ਤੇ ਸਾਨੂੰ ਇਹ ਚੀਜ਼ਾਂ ਦਾ ਵੀ ਧਿਆਨ ਰੱਖਣਾ ਪੈਂਦਾ ਵੀ ਖਾਣਾ ਹੱਕ ਪਰਾਇਆ ਨਾਨਕਾ, ਉਸ ਸੂਅਰ ਉਸ ਗਾਏ, ਗੁਰ ਪੀਰ ਹਾਮਾ ਤਾਂ ਭਰੇ, ਜਾਂ ਮੁਰਦਾਰ ਨਾ ਖਾਏ। ਗ੍ਰਿਸ਼ਤੀ 25 ਪਾਠ ਜਪਜੀ ਸਾਹਿਬ ਦੇ ਕਰੇ, ਆਪਣੀ ਹੱਕ ਦੀ ਕਮਾਈ ਕਰਕੇ 100 ਪਾਠਾਂ ਜਿੰਨਾ ਫਲ ਲੱਗ ਜਾਂਦਾ। ਬੇਂਗਮ ਜਿਹੜਾ ਡੇਰਿਆਂ 'ਚ ਰਹਿਣ ਵਾਲੇ ਜੇ 100 ਜਪਜੀ ਸਾਹਿਬ ਕਰ, ਇਹਨਾਂ ਦੇ ਘਟ ਜਾਂਦੇ ਕਿਉਂ? ਜਿਹਦੀ ਰੋਟੀ ਖਾਧੀ ਉਹਨੂੰ ਦੇ, ਜਿਹਦਾ ਬਿਸਤਰੇ ਦੇ ਪਿਆ ਉਹਨੂੰ ਦੇ, ਜਿਹਦਾ ਜੋੜਾ ਲਿਆ ਉਹਨੂੰ ਦੇ। ਉਹ ਬਣਦਿਆਂ 25-40 ਪਾਠ ਤੇ ਸਾਨੂੰ ਵੰਡਣੇ ਹੀ ਪੈਂਦੇ ਵਿੱਚੋਂ, ਕਿਉਂਕਿ ਕਿਸੇ ਦਾ ਖਾਧਾ। ਨਹੀਂ ਤਾਂ ਜਿੰਨੇ ਮਹਾਤਮਾ ਬੰਦਗੀ ਕਰਨ ਵਾਲੇ ਦੇਖੇ ਆ, ਬਾਬਾ ਜਰਨੈਲ ਸਿੰਘ ਜੀ ਖਾਲਸਾ ਬੰਦਗੀ ਕਰਦੇ ਸੀ, ਹਾਲੇ ਉਹ ਦਸਤਾਰ ਬੰਦੀ ਨਹੀਂ ਸੀ ਹੋਈ, ਅਸੀਂ ਵਿਦਿਆਰਥੀ ਸੀਗੇ, ਅਸੀਂ ਕੋਲ ਬੈਠੇ ਰਹਿਣਾ, ਗੱਲਾਂ ਕਰਦੇ ਰਹਿਣਾ। ਉਦੋਂ ਸਾਨੂੰ ਕੋਈ ਰੋਕ ਟੋਕ ਨਹੀਂ ਸੀ ਹੁੰਦੀ। ਫਿਰ ਮੈਂ ਪੁੱਛੀ ਜਾਣਾ ਵੀ ਤੁਸੀਂ ਉਹ ਜਿਹੜੀ ਬੰਦਗੀ ਕੀਤੀ ਆ ਉਹ ਫਿਰ ਕਿਵੇਂ ਕਰਦੇ ਸੀ, ਖਾਂਦੇ ਕਿਵੇਂ ਸੀ, ਕੀ ਛਕਦੇ ਹੁੰਦੇ? ਸੰਤਾਂ ਨੇ ਕਹਿਣਾ ਮੈਂ ਬਾਹਰ ਨਹੀਂ ਆਉਣਾ 40 ਦਿਨ। ਆਪਣੇ ਭਰਾ ਨੂੰ ਕਿਹਾ ਹੋਇਆ ਸੀ ਵੀਰ ਸਿੰਘ ਨੂੰ ਬਈ 24 ਘੰਟੇ ਦੇ ਵਿੱਚ 1 ਕੱਪ ਦੁੱਧ ਦਾ ਤੇ ਚੌਥਾ ਹਿੱਸਾ ਰੋਟੀ ਰੱਖ ਕੇ ਆਲੇ ਦੇ ਵਿੱਚ ਤੂੰ ਚਲੇ ਜਾਣਾ। ਕਹਿੰਦੇ ਮੈਂ ਉੱਠਣਾ, ਚੌਥਾ ਹਿੱਸਾ ਰੋਟੀ ਤੇ 1 ਕੱਪ ਦੁੱਧ ਦਾ ਚੁੱਕ ਕੇ 24 ਘੰਟਿਆਂ ਬਾਅਦ ਛਕਣਾ। ਕਿਉਂ? ਕਿਉਂਕਿ ਅੰਨ ਦਾ ਵੀ ਬੜਾ ਅਸਰ ਪੈਂਦਾ ਮਨ ਦੇ ਉੱਤੇ। ਜੇ ਅੰਨ ਐਸਾ ਮਨ ਵੀ ਉਹੋ ਜਿਹਾ ਬਣ ਜਾਂਦਾ। ਹੁਣ ਜਿਹੜੀ ਅੱਜ ਦੇ ਸਮੇਂ ਵਿੱਚ ਸਾਡੇ 'ਚ ਘਾਟ ਹੈ, ਕਮੀ ਹੈ, ਜਾਂ ਸਾਡਾ ਜਿੱਦੀ ਸੁਭਾਅ, ਜਾਂ ਕਹਿ ਲਓ ਵੀ ਮਨ ਦੀਆਂ ਮਨੌਤਾਂ, ਜਾਂ ਦੁਰਮਤ ਆ ਗਈ ਆ, ਜਾਂ ਬਿਮਾਰੀਆਂ ਆਈਆਂ ਨੇ, ਜਾਂ ਆਦਿ ਵਿਆਧੀਆਂ ਸਾਡੇ ਘਰਾਂ ਦੇ ਵਿੱਚ ਪੈਦਾ ਹੋਈਆਂ, ਉਪਾਧੀਆਂ ਵੀ ਹੋਈਆਂ, ਪੰਥ ਦੀ ਗਿਰਾਵਟ ਦਾ ਕਾਰਨ, ਜਾਂ ਬਹੁਤ ਸਾਰੇ ਥੋੜੇ ਬੱਚਿਆਂ ਦੀ ਗਿਰਾਵਟ ਦਾ ਕਾਰਨ ਬਣਿਆ। ਬਹੁਤ ਚੀਜ਼ਾਂ ਆਈਆਂ ਸਾਹਮਣੇ। ਜਦ ਮਹਾਰਾਜ ਜੀ ਮਾਛੀਵਾੜੇ ਦੇ ਜੰਗਲਾਂ 'ਚੋਂ ਦੂਸਰਾ ਉੱਚ ਦੇ ਪੀਰ ਬਣ ਕੇ ਪਲੰਘ ਦੇ ਉੱਤੇ ਭਾਈ ਗਨੀ ਖਾਂ, ਨਬੀ ਖਾਂ, ਭਾਈ ਦਇਆ ਸਿੰਘ, ਧਰਮ ਸਿੰਘ, ਭਾਈ ਮਾਨ ਸਿੰਘ ਸਮੇਤ ਆਏ ਤਾਂ ਰਸਤੇ ਦੇ ਵਿੱਚ ਇੱਕ ਜਿਹੜਾ ਤੁਰਕਾਂ ਦਾ ਜਰਨੈਲ ਸੀ, ਉਹਨੂੰ ਖਬਰ ਪਹੁੰਚ ਗਈ ਕਿ ਉੱਚ ਦਾ ਪੀਰ ਆਓ। ਕਹਿੰਦਾ ਮੈਂ ਮਿਲਣਾ ਚਾਹੁੰਦਾ ਵੀ ਉਹ ਸਾਡੇ ਕੋਲ ਅੱਜ ਦਾ ਭੋਜਨ ਕਰਨ। ਕਹਿੰਦੇ ਜੀ ਪੀਰ ਜੀ ਦਾ ਰੋਜ਼ਾ ਰੱਖਿਆ ਹੋਇਆ ਤੇ ਛਕ, ਕਹਿੰਦੇ ਨਾਲ ਦੇ ਛਕ ਲੈਣ। ਭਾਈ ਦਇਆ ਸਿੰਘ ਜਦੋਂ ਕਹਿੰਦੇ ਮਹਾਰਾਜ ਹੁਣ ਕੀ ਕਰਾਂਗੇ? ਕਹਿੰਦੇ ਬਸ ਜੋ ਮਿਲੂਗਾ ਕਿਰਪਾਨ ਭੇਟਾ ਕਰ ਦੇਣ। ਚੌਲ ਦਿੱਤੇ ਉਹਨਾਂ ਨੇ, ਹੋਰ ਚੀਜ਼ਾਂ। ਭਾਈ ਦਇਆ ਸਿੰਘ ਦੇ ਮਨ 'ਚ ਇੰਨੀ ਸ਼ਰਧਾ ਭਾਵਨਾ ਸੀ ਮਹਾਰਾਜ ਜੀ ਪ੍ਰਤੀ, ਇੱਕ ਬਸਤਰ ਦੇ ਵਿੱਚ ਇੰਨੇ ਸਾਰੇ ਚੌਲ ਪਾ ਕੇ ਬੰਨ ਲਿਆਂਦੇ ਨਾਲ ਹੀ। ਜਦੋਂ ਅਗਲੇ ਪਿੰਡਾਂ 'ਚ ਗਏ, ਮਹਾਰਾਜ ਜੀ ਮੈਨੂੰ ਪਤਾ ਵੀ ਤੁਸੀਂ ਭੁੱਖੇ ਹੋ, ਤੁਹਾਨੂੰ ਭੁੱਖ ਲੱਗੀ ਆ ਕਿੰਨੇ ਦਿਨ ਦੇ, ਵੀ ਜੇ ਤੁਸੀਂ ਇਹ ਥੋੜਾ ਛਕ ਲੈਂਦੇ। ਮਹਾਰਾਜ ਕਹਿੰਦੇ ਪਹਿਲਾਂ ਕਿਹਾ ਸੀ, ਕਹਿੰਦੇ ਅੱਗੇ ਜਾ ਕੇ ਹੋਰ ਕਿਤੇ ਦੇਖਾਂਗੇ। ਸਤਿਗੁਰੂ ਮਹਾਰਾਜ ਕਹਿੰਦੇ ਕਿਰਪਾਨ ਭੇਟਾ ਕਰੋ। ਕਿਰਪਾਨ ਭੇਟਾ ਕੀਤੀ, ਉਹ ਕੜਾਹ ਪ੍ਰਸ਼ਾਦ ਬਣ ਗਿਆ। ਆਹ ਕੜਾਹ ਪ੍ਰਸ਼ਾਦ ਗੁਰਾਂ ਨੇ ਛਕਿਆ। ਦੇਖਣ ਵਾਲੀ ਗੱਲ ਕੀ ਹੈ, ਕਿਰਪਾਨ ਨੂੰ ਤੁਸੀਂ ਕੀ ਸਮਝਦੇ ਹੋ? ਕਿਰਪਾਨ ਐਵੇਂ ਲੋਹਾ, ਇੱਕ ਤੇ ਲੋਹਾ ਇਕੱਠਾ ਕੀਤਾ ਹੋਇਆ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਨੂੰ ਸਾਰੇ ਕਹਿੰਦੇ ਵੀ ਚੰਡੀ ਵਿੱਚ ਬੜੀ ਤਾਕਤ ਹੈ, ਬੜੀ ਤਾਕਤ ਹੈ ਚੰਡੀ ਦੇ ਵਿੱਚ, ਹਿੰਦੂਆਂ ਦੇ ਵਿੱਚ ਉਹ ਚੰਡੀ ਨੂੰ ਮੰਨਦੇ ਨੇ। ਮਹਾਰਾਜ ਕਹਿੰਦੇ ਇਹ ਆਪਣੀ ਰੱਖਿਆ ਨਹੀਂ ਕਰ ਸਕਦੇ। ਨੌਵੇਂ ਪਾਤਸ਼ਾਹ ਨੂੰ ਜਾ ਕੇ ਬੇਨਤੀਆਂ ਕੀਤੀਆਂ ਇਹਨਾਂ ਨੇ, ਕਹਿੰਦੇ ਚੰਡੀ 'ਚ ਉਹਦਾ ਤਾਕਤ ਆ, ਆਪਣੇ ਰੱਖਿਆ ਨਹੀਂ ਕਰ ਸਕਿਆ ਆਪਣੇ ਧਰਮ ਦੀ ਵੀ। ਮਹਾਰਾਜ ਨੇ ਸ਼ਹੀਦੀ ਦਿੱਤੀ। ਮਹਾਰਾਜ ਨੇ ਸਾਰਿਆਂ ਦਾ ਵਹਿਮ ਭਰਮ ਦੂਰ ਕਰਨ ਲਈ ਚੰਗੇ ਚੰਗੇ ਜਿਹੜੇ ਮਹਾਨ ਵਿਦਵਾਨ ਬ੍ਰਾਹਮਣ ਪੰਡਤ ਸੀ ਸੱਦੇ, 1000 ਦੇ ਕਰੀਬ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਪਰਖਾਂ ਲਈਆਂ ਉਹਨਾਂ ਦੀਆਂ। ਛਾਂਟਦਿਆਂ ਉਹਨਾਂ ਵਿੱਚੋਂ, ਜਿਵੇਂ ਕਹ ਲਓ ਛਾਣਦਿਆਂ ਇੱਕ ਨਿਕਲਿਆ ਕੇਸ਼ੋ ਦਾਸ। ਕੇਸ਼ੋ ਦਾਸ ਕਹਿੰਦਾ ਇੰਨੀ ਸਮੱਗਰੀ ਲੱਗੂ, ਇੰਨਾ ਲੱਗੂ, ਇੰਨਾ ਐ ਕਰੂ, ਇੰਨਾ ਹਵਨ ਕਰੂ। ਮਹਾਰਾਜ ਕਹਿੰਦੇ ਸਭ ਦੇਵਾਂਗੇ, 1.25 ਲੱਖ ਰੁਪਈਆ ਵੀ ਤੈਨੂੰ ਦੇ ਦਾਂਗੇ, ਤੂੰ ਚੰਡੀ ਪ੍ਰਗਟ ਕਰ ਦੇ ਇੱਕ ਵਾਰੀ। ਉਹ ਆਪ ਅਕਾਲ ਪੁਰਖ ਨੇ ਇਹਨਾਂ ਦੇ ਵਹਿਮ ਭਰਮ ਪਖੰਡ ਨੂੰ ਦੂਰ ਕਰਨਾ ਸੀ। ਗੁਰਾਂ ਨੇ
ਉਹ ਬੜੇ ਦਿਨ ਤੱਕ ਹਵਨ ਕਰਦਾ ਰਿਹਾ। ਇੱਕ ਦਿਨ ਮਹਾਰਾਜ ਜੀ ਫਿਰ ਉੱਪਰ ਚਲੇ ਗਏ ਪਹਾੜੀ ਤੇ। ਕਹਿੰਦੇ ਕੇਸ਼ਵ ਦਾਸ ਕੀ ਹੋਇਆ, ਚੰਡੀ ਪ੍ਰਗਟ ਨਹੀਂ ਹੋਈ? ਕਹਿੰਦੇ ਉਹ ਕਿਸੇ ਦੀ ਬਲੀ ਮੰਗਦੇ ਆ। ਲਗਭਗ ਬਾਬਾ ਅਜੀਤ ਸਿੰਘ ਜੀ ਵੱਲ ਕਰ ਰਿਹਾ ਸੀਗਾ ਸੰਕੇਤ ਜਿਹਾ ਵੀ ਕੋਈ ਮਹਾਂਪੁਰਖ ਹੋਵੇ, ਉਹਦੀ ਬਲੀ ਹੋਵੇ, ਐ ਹੋਵੇ। ਮਹਾਰਾਜ ਕਹਿੰਦੇ ਦੇਖ ਮੈਂ 1000 ਬ੍ਰਾਹਮਣ ਪੰਡਤ ਇਕੱਠਾ ਕੀਤਾ, ਉਹਦੇ ਚੋਂ ਛਾਣਦਿਆਂ ਇੱਕ ਤੂੰ ਮਹਾਂਪੁਰਖ ਪ੍ਰਗਟ ਹੋਇਆ। ਤੇਰੇ ਨਾਲੋਂ ਵੱਡਾ ਮਹਾਂਪੁਰਖ ਕੌਣ ਹੋ ਸਕਦਾ? ਤੇਰੀ ਬਲੀ ਦਿੰਨੇ ਆ। ਮਹਾਰਾਜ ਦੇ ਮੂਹਰੇ ਕਿਹੜਾ ਬੋਲੇ? ਰਾਤ ਨੂੰ ਦੌੜ ਗਿਆ ਸਭ ਕੁਝ ਛੱਡ ਕੇ। ਮਹਾਰਾਜ ਸੱਚੇ ਪਾਤਸ਼ਾਹ ਆਏ ਤੇ ਚੱਕ ਕੇ ਸਾਰੀ ਸਮੱਗਰੀ ਮਾਰੀ ਵਿੱਚ ਹਵਨ ਦੇ। ਬਹੁਤ ਵੱਡੀ ਲਾਟ ਨਿਕਲੀ। ਮਹਾਰਾਜ ਨੇ ਤਾਂ ਉਹ ਚੀਜ਼ ਸਾਡੇ ਸਾਹਮਣੇ ਪ੍ਰਗਟ ਕਰਨੀ, ਗੁਰੂ ਸਾਹਿਬ ਨੇ ਸ੍ਰੀ ਸਾਹਿਬ ਖਿੱਚੀ ਉੱਪਰ ਨੂੰ ਕਰ ਦਿੱਤੀ। ਸ੍ਰੀ ਅਨੰਦਪੁਰ ਸਾਹਿਬ ਤੱਕ ਚਾਰੇ ਪਾਸੇ ਲਿਸ਼ਕ ਪਈ ਔਰ ਗੜਗੜਾਹਟ ਹੋਈ ਪੂਰੀ, ਜਿਵੇਂ ਅਸਮਾਨੀ ਬਿਜਲੀ ਡਿੱਗਦੀ ਆ। ਉਹ ਸਾਰੀ ਬਿਜਲੀ ਅਸਮਾਨੀ ਸ੍ਰੀ ਸਾਹਿਬ ਦੇ ਵਿੱਚ ਸਮਾ ਗਿਆ। ਸਭ ਉਹ ਸਾਰੀ ਸ਼ਕਤੀ ਵਿੱਚੇ ਆ ਗਈ ਸ੍ਰੀ ਸਾਹਿਬ ਦੀ। ਮਹਾਰਾਜ ਨੇ ਕਿਹਾ ਕੋਈ ਚੰਡੀ ਨਹੀਂ, ਆ ਚੰਡੀ ਆ। ਜਿਹੜਾ ਇਹ ਚੰਡੀ ਨੂੰ ਪਹਿਨ ਲੂਗਾ, ਕਿਰਪਾਨ ਪਾਨ ਧਾਰੀਆਂ ਕਰੋੜ ਪਾਪ ਟਾਰੀਆਂ। ਸ੍ਰੀ ਸਾਹਿਬ ਨੂੰ ਕੋਈ ਹੱਥ 'ਚ ਵੀ ਫੜ ਲੂਗਾ, ਕਰੋੜਾਂ ਪਾਪ ਦੇ ਟਲ ਜਾ ਕਰਨਗੇ। ਸ਼ਸਤਰਾਂ ਦੀ ਇੰਨੀ ਮਹਾਨਤਾ ਮਹਾਰਾਜ ਨੇ ਦਿੱਤੀ। ਕੱਲ ਵੀ ਉੱਥੇ ਗੱਲ ਚੱਲੀ ਸ਼ਸਤਰਾਂ ਦੀ। ਜਦ ਆ ਕੋਟਕਪੂਰਾ ਨੇੜੇ ਪੂਰਾ ਚੌਧਰੀ ਮਹਾਰਾਜ ਕੋਲ ਆਇਆ, ਸਤਿਗੁਰੂ ਜੀ ਪਲੰਘ ਤੇ ਸਜੇ ਆ, 1.25 ਫੁੱਟ ਉੱਚਾ ਆਸਣ ਲੱਗਿਆ ਸ਼ਸਤਰਾਂ ਵਾਲਾ, ਉੱਤੇ ਚਾਦਰ ਪਾਈ ਹੋਈ ਹੈ। ਇੱਕ ਸਿੰਘ ਸ਼ਸਤਰਾਂ ਨੂੰ ਚੌਰ ਕਰ ਰਿਹਾ, ਇੱਕ ਗੁਰਾਂ ਨੂੰ ਚੌਰ ਕਰ ਰਿਹਾ। ਪੂਰਾ ਚਾਦਰਾ ਬੰਨਿਆ ਵੱਡਾ ਸਾਰਾ ਤੇ ਤੁਰਿਆ ਆਉਂਦਾ, ਚਾਦਰਾ ਥੱਲੇ ਘਿਸਰਦਾ ਆਉਂਦਾ, ਮਿੱਟੀ ਉੱਡਦੀ ਹੈ। ਆ ਕੇ ਮੱਥਾ ਟੇਕ ਕੇ ਕਹਿੰਦਾ ਆ ਸ਼ਸਤਰਾਂ ਤੇ ਮੱਖੀਆਂ ਬਹਿੰਦੀਆਂ, ਤੁਸੀਂ ਚਾਦਰ ਵੀ ਪਾਈ, ਚੌਰ ਵੀ ਕਰਾ ਰਹੇ ਇਹਨਾਂ ਨੂੰ। ਮਹਾਰਾਜ ਕਹਿੰਦੇ ਤੇਰੇ ਵਰਗੇ ਮੂਰਖ ਨੂੰ ਕੀ ਪਤਾ ਇਹ ਕੀ ਆ। ਤਿੰਨ ਤਾਂ ਮਹਾਰਾਜ ਨੇ ਕਹੇ ਸੀ, ਤੀਨ ਰੂਪ ਹੈ ਮੋਹਿ ਕੇ ਸੁਨੋ ਆਨੰਦ ਚਿੱਤ ਲਾਏ, ਨਿਰਗੁਣ ਸਰਗੁਣ ਸ਼ਬਦ। ਤਿੰਨ ਰੂਪ ਕਹੇ ਮਹਾਰਾਜ ਨੇ, ਮੇਰੇ ਤਿੰਨ ਰੂਪ ਨੇ। ਮੈਂ ਨਿਰਗੁਣ ਵਿੱਚ ਵਿਆਪਕ ਵੀ ਆ, ਸਰਗੁਣ ਤੇਰੇ ਸਾਹਮਣੇ ਬੈਠੇ ਆ ਭਾਈ ਨੰਦ ਲਾਲ ਜੀ, ਇਹ ਸ਼ਬਦ ਮੇਰਾ ਰੂਪ ਹੈ। ਮੈਂ ਇਹ ਤੀਜਾ ਰੂਪ ਇਹ ਧਾਰਨ ਕੀਤਾ। ਪਰ ਅੱਜ ਸਤਿਗੁਰਾਂ ਨੇ ਚੌਥਾ ਰੂਪ ਕੀ ਦੱਸਿਆ? ਮਹਾਰਾਜ ਕਹਿੰਦੇ ਕਪੂਰਿਆ ਉਹ ਨਿਰੰਕਾਰ ਅਕਾਲ ਪੁਰਖ ਦਾ ਸਰਗੁਣ ਸਰੂਪ ਹੈ। ਸਾਰੇ ਸ਼ਸਤਰ ਨੇ, ਸ਼ਸਤਰਾਂ ਨੂੰ ਮਹਾਰਾਜ ਨੇ ਸਭ ਤੋਂ ਉੱਪਰ ਰੱਖਿਆ ਹੋਇਆ। ਇਹ ਗੱਲ ਨੂੰ ਸਮਝੋ। ਜਿੱਦਣ ਤੁਸੀਂ ਇਹ ਸਮਝ ਗਏ ਨਾ ਸਾਰੇ ਸ਼ਸਤਰ ਕੀ ਆ, ਉਸ ਦਿਨ ਕਿਰਪਾ ਹੋਣੀ ਤੁਹਾਡੇ ਤੇ। ਸ਼ਸਤਰਾਂ ਨੂੰ ਤੁਸੀਂ ਘਰਾਂ ਦੇ ਵਿੱਚ, ਸ੍ਰੀ ਸਾਹਿਬ ਕਿਤੇ ਖੂੰਜੇ 'ਚ ਰੱਖੀ ਆ, ਜੇ ਕੋਈ ਸ਼ਸਤਰ ਪਿਆ ਜੰਗਾਲ ਲੱਗਿਆ, ਪਹਿਲਾਂ ਤਾਂ ਆਪਣੇ ਘਰ ਦੇ ਹੀ ਸ਼ਸਤਰ ਸਾਰੇ ਜਾ ਕੇ ਸਾਫ਼ ਕਰਿਆ ਕਰੋ। ਬਾਬਾ ਸੁੰਦਰ ਸਿੰਘ ਜੀ ਖਾਲਸਾ ਨਾਲ ਕੋਈ ਸਿੰਘ ਰਿਹਾ ਸੀ, ਉਹਨਾਂ ਤੋਂ ਗਾਂ ਉਹਨਾਂ ਦੇ ਰਿਸ਼ਤੇਦਾਰੀ ਜਾਂ ਭਚੰਗੀ ਕਹਿ ਲੋ, ਗਾਂ ਪੋਤਰਾ ਪੋਤਰਾ ਕੋਈ ਮਿਲਿਆ ਮੈਨੂੰ ਮਾਲਵੇ ਦੇ ਵਿੱਚ, ਇੱਧਰ ਰਾਏਕੋਟ ਵੱਲ ਕਥਾ ਕਰਕੇ ਨਿਕਲੇ। ਮੈਂ ਉੱਥੇ ਵੀ ਸ਼ਸਤਰਾਂ ਦੀ ਗੱਲ ਕੀਤੀ। ਉਹ ਕਹਿੰਦਾ ਯਾਨੀ ਕਿ ਇਹ ਗੱਲ ਤੇ ਬਿਲਕੁਲ ਸਹੀ ਆ। ਕਹਿੰਦਾ ਮੈਂ ਨਾ ਇਹ ਸੁਣ ਕੇ ਮਹਿਮਾ ਸ੍ਰੀ ਸਾਹਿਬ ਦੀ, ਤੇ ਸ੍ਰੀ ਸਾਹਿਬ ਸਾਰੀ ਮਾਂਜੀ ਅੱਛੀ ਤਰ੍ਹਾਂ ਸੁੱਕ ਮਾਂਜ ਕਰਕੇ ਸਾਰੀ ਸਾਫ਼ ਕੀਤੀ। ਇਹ ਗੱਲ ਮੈਂ ਦੱਸੀ ਹੋਈ ਵੀ ਜੇ ਸ਼ਾਸਤਰ ਨੂੰ ਮੈਂ ਇੱਕ ਵਾਰ ਕੀਤਾ ਸਾਫ਼ ਕਰਕੇ ਦੇਸੀ ਘਿਓ ਲਾਤਾ, ਮੈਂ ਖੁਸ਼ ਵੀ ਹਾਂ ਠੀਕ। ਜਦੋਂ ਮੈਂ ਦੁਬਾਰਾ ਕੱਢਿਆ ਤੇ ਜੰਗਾਲਿਆ ਹੋਇਆ। ਫਿਰ ਸਾਡੇ ਇੱਕ ਫੌਜ ਰਹਿੰਦੀ ਹੈ ਨਿੰਗ ਸਿੰਘ ਜੀ, ਉਹ 80 ਕੁ ਸਾਲ ਹੁਣ ਤੇ ਹੋ ਗਏ ਉਹਨਾਂ ਦੀ ਉਮਰ। ਮੈਂ ਕਿਹਾ ਵੀ ਐਂ ਜੰਗਾਲ ਲੱਗ ਗਿਆ। ਕਹਿੰਦਾ ਮੈਂ ਦੇਸੀ ਘਿਓ ਵੀ ਲਾਇਆ। ਕਹਿੰਦੇ ਦੇਸੀ ਘਿਓ ਨੂੰ ਚੰਗੀ ਤਰ੍ਹਾਂ ਕੜਕਾ ਕੇ ਜਦੋਂ ਉਹਦੇ ਵਿੱਚ ਧੂਆਂ ਨਿਕਲਣ ਲੱਗ ਜੇ ਉਦੋਂ ਬਾਲ ਲਾਉਣਾ। ਕਹਿੰਦੇ ਪਾਣੀ ਹੁੰਦਾ ਇਹਦੇ ਚ ਜਾਂ ਲੱਸੀ ਹੁੰਦੀ ਆ। ਮੈਂ ਕਿਹਾ ਮੈਂ ਵੀ ਆਖਾਂ ਵੀ ਇਹਨੂੰ ਜੰਗਾਲ ਕਿਉਂ ਲੱਗ ਗਿਆ, ਤੁਸੀਂ ਵੀ ਸਿੱਖ ਲਓ ਇਹ। ਸ੍ਰੀ ਸਾਹਿਬ ਕਹਿੰਦਾ ਮਾਂਜ ਕੇ ਅੱਛੀ ਤਰ੍ਹਾਂ ਜਦੋਂ ਕੜਕਾ ਕੇ ਮੈਂ ਘਿਓ ਲਾ ਉਹਦੇ ਚ ਇੱਕ ਹਰੀ ਜੀ ਲਾਈਟ ਨਿਕਲੀ ਸ੍ਰੀ ਸਾਹਿਬ ਦੇ ਵਿੱਚੋਂ, ਸਾਰੇ ਕਮਰੇ ਚ ਘੁੰਮ ਗਈ, ਘੁੰਮ ਕੇ ਫੇਰ ਵਿੱਚ ਹੀ ਸਮਾ ਗਈ। ਕਹਿੰਦਾ ਮੈਨੂੰ ਮਹਾਰਾਜ ਨੇ ਦਿਖਾਇਆ ਵੀ ਇਹਦੇ ਵਿੱਚ ਹੈ, ਇਹ ਚੇਤਨ ਸੱਤਾ ਵਾਲੀ ਸ੍ਰੀ ਸਾਹਿਬ ਹੈ, ਲੋਹਾ ਨਹੀਂ, ਇਹ ਮੁਰਦਾ ਨਹੀਂ। ਲੋਹਾ ਮੁਰਦਾ ਹੁੰਦਾ ਸਟੀਲ। ਗੱਲ ਇਹ ਹੁੰਦੀ ਆ ਵੀ ਹੁਣ ਪਹਿਲਾਂ ਵੀ ਕਈ ਵਾਰ ਸੁਣਾਇਆ, ਜਦੋਂ ਦੈਂਤ ਹੋਇਆ ਦਾੜਨ ਵੀਰਜ
ਦਾੜਮ ਵੀਰ ਜੀ ਨੇ ਅਸਲ ਦੇਵਤਿਆਂ ਤਿੰਨਾਂ ਨੂੰ ਹੰਕਾਰ ਹੋ ਗਿਆ। ਸਰਬਲੋ ਪ੍ਰਕਾਸ਼ ਵਿੱਚ ਵੀ ਇਹ ਸਾਖੀ ਆਉਂਦੀ ਆ। 405ਵੇਂ ਚਲਿੱਤਰ ਵਿੱਚ ਵੀ ਮਹਾਰਾਜ ਨੇ ਇਹਦਾ ਜ਼ਿਕਰ ਕੀਤਾ। ਜਦੋਂ ਉਹ ਤਿੰਨਾਂ ਦੇਵਤਿਆਂ ਨੂੰ ਹੰਕਾਰ ਇੰਨਾ ਜ਼ਿਆਦਾ ਹੋ ਗਿਆ, ਅਭਿਮਾਨ ਉਤਾਰਨ ਦੇਵਤਿਆਂ ਮੈਂ ਖਾਸਰ ਸੁੰਡ ਉਪਾਇਆ। ਅਭਿਮਾਨ ਇੱਕ ਦੂਰ ਕਰਨਾ ਹੁੰਦਾ। ਜਦੋਂ ਹੰਕਾਰ ਹੋਇਆ ਤਾਂ ਉਹ ਪੈਦਾ ਕੀਤਾ ਦੈਂਤ। ਉਹ ਇੰਨਾ ਤਕੜਾ ਸੀ, ਇੰਨਾ ਤਕੜਾ ਸੀ, ਦੇਵਤਿਆਂ ਨੂੰ ਬਹੁਤ ਛਿੱਲ ਆਈ, ਬੜੇ ਮਾਰੇ ਦੇਵਤੇ ਇਹ। ਇੱਥੋਂ ਤੱਕ ਵੀ ਬ੍ਰਹਮਾ ਵਿਸ਼ਨੂੰ ਮਹੇਸ਼ ਦਾ ਪਿੱਛਾ ਹੀ ਨਹੀਂ ਛੱਡਿਆ। ਅਖੀਰ ਜਾ ਕੇ ਉਹਨਾਂ ਨੇ ਜੰਗਲ ਵਿੱਚ, ਜਿੱਥੇ ਚਿੱਕੜ ਸੀ ਬਹੁਤ, ਮੀਂਹ ਪੈ ਕੇ ਪਾਣੀ ਚਿੱਕੜ ਬਣਿਆ ਸੀ, ਇਹਨਾਂ ਨੇ ਆਪਣੇ ਸਾਰੇ ਮੁਕਟ ਲਾ ਕੇ ਹੋਰ ਲਾ ਕੇ ਨਾ ਮਿੱਟੀ ਮੜ ਲਈ। ਇੱਥੇ ਉੱਪਰ ਤੱਕ ਸਾਰੇ ਮਿੱਟੀ ਗਾਰੇ ਵਿੱਚ ਲਿਟ ਗਏ ਵੀ ਉਹ ਸਾਨੂੰ ਨਾ ਦੇਖ ਸਕੇ ਨਾ ਮਾਰ ਸਕੇ। ਇਹ ਹੱਥ ਜੋੜ ਕੇ ਨਿਰੰਕਾਰ ਜੀ ਨੂੰ ਮਿੱਟੀ ਦੇ ਵਿੱਚ ਪਏ ਗਾਰੇ 'ਚ ਕਹਿੰਦੇ, ਨਿਰੰਕਾਰ ਸਾਨੂੰ ਬਚਾ। ਇਹ ਮਹਾਰਾਜ ਕਹਿ ਲੈ ਵੀ ਹੁਣ ਲੈਵਲ ਥੱਲੇ ਆ ਗਿਆ ਵੀ ਹਮ ਭਗਵਾਨ ਹੈ। ਹੁਣ ਕਹਿਣਾ ਛੱਡਤਾ। ਜੇ ਭਗਵਾਨ ਹੋ ਤਾਂ ਕੋਈ ਕਰਕੇ ਵੀ ਦਿਖਾਓ। ਕਿਆ ਚਾਰ ਪਦਾਰਥ ਦੇ ਤੇ ਲੋਕਾਂ ਨੂੰ, ਇਹਨਾਂ ਭਗਵਾਨ ਨਹੀਂ ਬਣਦਾ ਕੋਈ, ਮੁਕਤੀ ਤਾਂ ਦੇ ਨਹੀਂ ਸਕਦਾ ਕੋਈ। ਤਾਂ ਉਸ ਵਕਤ ਸਾਧ ਸੰਗਤ ਨਿਰੰਕਾਰ ਜੀ ਦੀ ਆਵਾਜ਼ ਆਈ, ਕਹਿੰਦੇ ਕੋਈ ਨਹੀਂ, ਹੁਣ ਅਸੀਂ ਆਵਾਂਗੇ, ਇਹਨੂੰ ਖਤਮ ਅਸੀਂ ਉਹ ਕਰਾਂਗੇ ਆ ਕੇ। ਸੋ ਸਾਧ ਸੰਗਤ ਉਸ ਵਕਤ ਨਿਰੰਕਾਰ ਜੀ ਨੇ ਬਹੁਤ ਉੱਚਾ ਸਰੂਪ ਬਣਾਇਆ। ਪ੍ਰਗਟ ਹੀ ਹੁੰਦੇ ਨੇ, ਪ੍ਰਗਟ ਹੋਏ ਤਾਂ ਸਾਰਾ ਸਰੂਪ ਹੀ ਲੋਹੇ ਦਾ, ਲੋਹੇ ਦਾ ਹੀ ਆਕਾਰ, ਜਿਵੇਂ ਲੋਹੇ ਦਾ ਸਰੂਪ। ਉਸ ਸਰੂਪ ਦਾ ਨਾਮ ਹੈ ਸਰਬ ਕੀ ਰੱਛਾ ਹਮਨੈ, ਅਕਾਲ ਪੁਰਖ ਕੀ ਰੱਛਾ ਹਮਨੈ। ਸਰਬ ਲੋਕ ਅਕਾਲ ਪੁਰਖ ਕੀ ਰੱਛਾ ਹਮਨੈ, ਸਰਬ ਲੋਕ ਦੀ ਰੱਛਿਆ ਹਮਨੈ। ਮਹਾਰਾਜ ਕਹਿੰਦੇ ਨੇ ਫਿਰ ਅਕਾਲ ਪੁਰਖ ਕੀ ਰੱਛਿਆ ਹਮਨੈ, ਸਰਬ ਲੋਕ ਜੀ ਦੀ ਸਦਾ ਰੱਛਿਆ ਹਮਨੈ। ਇਹ ਸਰਬ ਲੋਹ ਹੈ। ਸਰਬ ਲੋਹ ਮਹਾਲੋਹ ਮੈਂ ਕਿੰਕਰ ਥਾਰਾ, ਕਹਿੰਦੇ ਮਹਾਲੋਹ ਜੀ ਮੈਂ ਤੁਹਾਡਾ ਸੇਵਕ ਹਾਂ। ਪਰਮਾਤਮਾ ਦਾ ਨਾਂ ਹੀ ਸਰਬ ਲੋਹ ਹੈ ਅਸਲ ਵਿੱਚ। ਮਹਾਰਾਜ ਅਕਾਲ ਪੁਰਖ ਜੀ ਨੇ ਫਿਰ ਉਹ ਦੈਂਤ ਦਾ ਜਦੋਂ ਖਾਤਮਾ ਕੀਤਾ, ਦੇਵਤਿਆਂ ਨੂੰ ਦੇਤਾ ਸਵਰਗ, ਆਪ ਅਲੋਪ ਹੋ ਗਏ, ਪਰ ਧਰਤੀ ਤੇ ਸਰਬਲੋਹ ਛੱਡ ਗਏ। ਆ ਸਰਬਲੋਹ ਦਾ ਕੜਾ, ਸਰਬਲੋਹ ਦੀ ਸ੍ਰੀ ਸਾਹਿਬ, ਸਰਬਲੋਹ ਦੇ ਬਾਟੇ, ਸਰਬਲੋਹ ਦਾ ਖੰਡਾ, ਇਹਨਾਂ ਵਿੱਚ ਜਾਨ ਹੈ। ਮੈਂ ਵੀ ਇਹ ਜਦ ਅਸੀਂ ਭਲਾਈ ਸਟੀਲ ਪਲਾਂਟ ਗਏ, ਮੈਂ ਉੱਥੇ ਪੁੱਛਿਆ ਸੀ ਉਹਨਾਂ ਸਟੀਲ ਪਲਾਂਟ ਵਾਲਿਆਂ ਨੂੰ ਵੀ ਜੇ ਸਰਬਲੋਹ ਦੇ ਵਿੱਚ ਤੇ ਸਟੀਲ 'ਚ ਕੀ ਫਰਕ ਹੈ? ਕਹਿੰਦੇ ਇਹ ਮਰਿਆ ਹੋਇਆ, ਇਹ ਹੋਰ ਵੀ ਚੀਜ਼ਾਂ ਰਲਦੀਆਂ। ਜਿਹੜਾ ਲੋਹਾ ਹੁੰਦਾ ਇਹ ਹਮੇਸ਼ਾ, ਲੋਹਾ ਜਿਹੜਾ ਹੈ ਲੋਹੇ ਦਾ ਬਾਟਾ ਹੁਣ ਤੁਸੀਂ ਛੱਡ ਗਏ। ਆ ਮੇਰੇ ਸਿਲਤਾਂ ਜੀਆਂ ਹੋ ਗਈਆਂ ਇੱਥੇ। ਆ ਪਿੱਛੇ ਗੱਲ 10 ਕੁ ਦਿਨ ਦੀ ਗੱਲ ਹੈ, 15 ਦੀ ਹੋਊ। ਮੇਰਾ ਭਚੰਗੀ ਆਯੁਰਵੈਦਿਕ ਡਾਕਟਰ ਹੈ। ਮੈਂ ਕਿਹਾ ਵੀ ਆਹ ਕਹਿੰਦੇ ਲੋਹੇ ਦਾ ਉਰੇ ਛੱਲਾ ਜਾ ਪਾਈਏ ਫਿਰ ਇਹ ਸਿਲਤਾਂ ਹਟ ਜਾਂਦੇ। ਮੈਂ ਆਪਾਂ ਪਾ ਨਹੀਂ ਸਕਦੇ, ਅਸੀਂ ਹੁਣ ਕੀ ਕਰੀਏ? ਕਹਿੰਦੇ ਇੱਕ ਕੜਾ ਸਰਬਲੋਹ ਦਾ ਇੱਧਰ ਪਾਓ। ਕਹਿੰਦਾ ਕੜਾ ਪਾ ਲਓ। ਮੈਂ ਕਿਹਾ ਹੁੰਦੀਆਂ ਕਿਉਂ ਹੈ? ਸਰੀਰ ਦੇ ਵਿੱਚ ਜਦੋਂ ਆਇਰਨ ਦੀ ਘਾਟ ਹੁੰਦੀ ਹੈ ਇਹ ਸਿਲਤਾਂ ਹੋ ਜਾਂਦੀਆਂ। ਕਹਿੰਦਾ ਲੋਹੇ ਦੇ ਬਾਟੇ 'ਚ ਖਾਓ, ਲੋਹੇ ਦਾ ਹੀ ਕੜਾ ਪਾ ਲਓ, ਔਰ ਇਹ ਬਿਲਕੁਲ ਪ੍ਰਤੱਖ ਹੈ। ਹੁਣ ਦੇਖ ਲਓ ਮੇਰੇ ਕੋਈ ਸਿਲਤ ਨਹੀਂ ਹੈ, ਮੈਂ ਕੜਾ ਪਾਇਆ ਇੱਥੇ, ਤੁਸੀਂ ਵੀ ਪਾ ਲਓ। ਸਰਬਲੋਹ ਦੇ ਬਰਤਨ ਵਰਤਨੇ ਸ਼ੁਰੂ ਕਰ ਦਿਓ ਜੇ ਕੁਝ ਮਾੜਾ ਜਾਂ ਸਰੀਰ ਨੂੰ ਠੀਕ ਰੱਖਣਾ। ਕਲਗੀਧਰ ਮਹਾਰਾਜ ਨੇ ਬਚਨ, ਕਿਉਂਕਿ ਸਰਬਲੋਹ ਆਪ ਨਿਰੰਕਾਰ ਜੀ ਨੇ, ਇਹ ਉਹਨਾਂ ਨੇ ਇੱਕ ਸਰਗੁਣ, ਸਰਬਲੋਹ ਤੋਂ ਹੀ ਗੱਲ ਆਪਾਂ ਇੱਥੇ ਲੈਣੀ। ਸਰਬਲੋਹ ਤੋਂ ਹੀ ਸ਼ਸਤਰ ਬਣੇ ਨੇ, ਸ਼ਸਤਰਾਂ ਦਾ ਸਤਿਕਾਰ ਕੀਤਾ। ਸ੍ਰੀ ਅਕਾਲ ਤਖਤ ਸਾਹਿਬ ਤੇ ਸ਼ਸਤਰ, ਗੁਰੂ ਗ੍ਰੰਥ ਸਾਹਿਬ ਦਾ ਸਰੂਪ ਥੱਲੇ ਪ੍ਰਕਾਸ਼ ਆ, ਸ਼ਸਤਰ ਉੱਤੇ ਪਾਲਕੀ ਸਾਹਿਬ ਦੇ ਵਿੱਚ ਕਿਉਂ ਪ੍ਰਕਾਸ਼ ਨੇ ਸ਼ਸਤਰ? ਮੈਂ ਜਦ ਪਹਿਲੀ ਵਾਰ ਸ੍ਰੀ ਅਨੰਦਪੁਰ ਸਾਹਿਬ ਗਿਆ ਤਾਂ ਮੈਂ ਵੀ ਹੈਰਾਨ ਸੀ, ਬਹੁਤ ਸਾਲਾਂ ਦੀ ਗੱਲ ਹੈ, ਵੀ ਮਹਾਰਾਜ ਇੱਧਰ ਪ੍ਰਕਾਸ਼ ਨੇ, ਸ਼ਸਤਰ ਅੰਦਰ ਉੱਪਰ ਰੱਖੇ ਹੋਏ ਨੇ। ਸਾਨੂੰ ਵੀ ਨਹੀਂ ਸੀ ਪਤਾ ਹੁੰਦਾ। ਸ੍ਰੀ ਹਜੂਰ ਸਾਹਿਬ ਵੀ ਸ਼ਸਤਰ ਉੱਪਰ ਨੇ, ਸਰੂਪ ਦੇਖੋ ਥੱਲੇ 4 ਫੁੱਟ ਥੱਲੇ ਪ੍ਰਕਾਸ਼। ਕੱਲ ਨੂੰ ਕੋਈ ਕਿੰਤੂ ਕਰਦੇ ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਾਂ ਧੁਰ ਕੀ ਬਾਣੀ ਆਈ, ਤੈਨੂੰ ਸਗਲੀ ਚਿੰਤ ਮਿਟਾਈ, ਪਰ ਨਹੀਂ। ਸਤਿਗੁਰੂ ਕਹਿੰਦੇ ਨੇ
ਇਹ ਸਾਰਾ ਜਿਹੜਾ ਸਾਡਾ ਹੀ ਸਰੂਪਾਸ ਕਿਰਪਾਨ ਖੰਡੋ ਖੜਗ ਤੁਪਕ ਤਬਰ ਅਰਤੀਰ ਸਹਿਬ ਸਰੋਹਤੀ ਸਹਿਤੀ ਸਹਿਬ ਸਰੋਹੀ ਸਹਿਤੀ ਯਹ ਹਮਾਰੇ ਪੀਰ। ਸ਼ਸਤਰ ਦਾ ਸਤਕਾਰ। ਆ ਹੁਣ ਨਿਸ਼ਾਨ ਸਾਹਿਬ ਨੂੰ ਕਹਿੰਦੇ ਮੱਥਾ ਨਾ ਟੇਕੋ। ਨਿਸ਼ਾਨ ਸਾਹਿਬ ਦੇ ਸਿਰੇ ਤੇ ਕੀ ਆ? ਸ਼ਸਤਰੀ ਆ। ਤੇ ਅਸੀਂ ਕਿਹਨੂੰ ਮੱਥਾ ਟੇਕਦੇ ਆ? ਸ਼ਸਤਰ ਨੂੰ। ਇੱਕ ਚੀਜ਼ ਹੁੰਦੀ ਆ, ਤੁਸੀਂ ਜ਼ਿਆਦਾ ਇਤਿਹਾਸ ਨਹੀਂ ਜੰਗਾਂ ਯੁੱਧਾਂ ਦੇ ਪੜ੍ਹੇ ਤੇ ਪੜ੍ਹੋ, ਬਸ ਜਦ ਤੱਕ ਦੇਸ਼ ਦਾ ਝੰਡਾ ਖੜਾ ਉਦੋਂ ਤੱਕ ਦੇਸ਼ ਜਿੱਤਿਆ ਹੋਇਆ ਮੰਨੋ। ਜੇ ਝੰਡਾ ਡਿੱਗ ਪਿਆ ਦੇਸ਼ ਹਾਰ ਗਿਆ। ਇਹ ਨਿਸ਼ਾਨੀ ਹੈ। ਜਦ ਦੁਨੀ ਚੰਦ ਦਾ ਸਿਰ ਵੱਢ ਕੇ ਭਾਈ ਉਦੇ ਸਿੰਘ ਨੇ ਲਿਆਂਦਾ, ਉਹ ਜੰਗ ਦੇ ਵਿੱਚ ਐਸਾ ਹੋਇਆ ਸੀ, ਇੱਕੋ ਹੀ ਸਿੰਘ ਬਾਕੀ ਰਹਿ ਗਿਆ। ਉਹ ਇੰਨਾ ਜ਼ਖਮੀ ਹੋਇਆ ਕਿ ਡਿੱਗਣ ਲੱਗਿਆ। ਏਦਾਂ ਨਿਸ਼ਾਨ ਸਾਹਿਬ ਵਾਲਾ ਸੀ। ਭੱਜ ਕੇ ਆ ਕੇ ਸਿੰਘਾਂ ਨੇ ਫੜ ਲਿਆ। ਨਿਸ਼ਾਨ ਸਾਹਿਬ ਖੜਾ ਹੀ ਰੱਖਿਆ, ਨਿਸ਼ਾਨ ਸਾਹਿਬ ਨੂੰ ਡਿੱਗਣ ਨਹੀਂ ਦਿੱਤਾ। ਇੱਕ ਨਿਸ਼ਾਨ ਸਾਹਿਬ ਨੂੰ ਬਚਾਉਣ ਲਈ ਸਾਡੀਆਂ 6ਵੇਂ ਪਾਤਸ਼ਾਹ ਤੋਂ ਲੈ ਕੇ ਹੁਣ ਤੱਕ ਬਹੁਤ ਜ਼ਿਆਦਾ, ਮੰਨ ਲਓ ਵੀ ਲੱਖਾਂ ਦੇ ਹਿਸਾਬ ਨਾਲ ਸ਼ਹੀਦੀਆਂ ਨਿਸ਼ਾਨ ਸਾਹਿਬ ਨੂੰ। ਹੁਣ ਵੀ ਨਿਸ਼ਾਨ ਸਾਹਿਬ ਜਿੱਥੇ ਖੜਾ ਹੋਊਗਾ 5 ਸਿੰਘ ਤਾਂ ਘੱਟੋ ਘੱਟ ਸ਼ਹੀਦ ਉਹਦੇ ਕੋਲ ਖੜੇ ਹੀ ਹੁੰਦੇ ਆ, ਉਹਦੀ ਸ਼ਾਨ ਨੂੰ ਬਰਕਰਾਰ ਰੱਖਣ ਵਾਸਤੇ। ਮੈਂ ਕਈਆਂ ਨੂੰ ਤਜਰਬਾ ਕਰਾਇਆ ਵੀ ਜੇ ਕੋਈ ਕੰਮ ਮੜਿਆ, ਜੇ ਕੋਈ ਬਿਮਾਰੀ, 40 ਦਿਨ ਨਿਸ਼ਾਨ ਸਾਹਿਬ ਦਾ ਥੜਾ ਧੋ ਦੋ, ਕੱਚੀ ਲੱਸੀ ਨਾਲ ਸਫਾਈ ਕਰ ਦਿਓ, ਉੱਤੇ ਗੁਲਾਬ ਦੇ ਫੁੱਲ ਰੱਖ ਦਿਓ, ਉੱਤੇ ਗੇਂਦੇ ਦੇ ਫੁੱਲ ਰੱਖ ਦਿਓ। ਨਿਸ਼ਾਨ ਸਾਹਿਬ ਨੂੰ ਮੱਥਾ ਟੇਕੋ, ਸਤਿਕਾਰ ਕਰੋ, ਤੁਹਾਨੂੰ ਪਤਾ ਲੱਗ ਜਾਏਗਾ ਕਿ ਅਸੀਂ ਸੇਵਾ ਕੀਤੀ। ਸ਼ਸਤਰਾਂ ਦਾ ਸਤਿਕਾਰ ਕਰਨਾ। ਆ ਹੁਣ ਮੈਂ ਆ ਚੌਥੇ ਕਥਾ ਕੀਤੀ, ਭਦੌੜ ਪੈਂਦਾ ਜਿੱਥੇ 6ਵੇਂ ਪਾਤਸ਼ਾਹ ਤੇ 10ਵੇਂ ਪਾਤਸ਼ਾਹ ਗਏ ਨੇ। ਐਤਕੀ ਉਹਨਾਂ ਨੇ ਪਹਿਲੀ ਵਾਰ ਏਦਾਂ ਸਟੇਜ ਤੇ ਮੂਹਰਲੇ ਪਾਸੇ 10ਵੇਂ ਪਾਤਸ਼ਾਹ ਦੀ ਕਟਾਰ ਰੱਖੀ, ਬੜੀ ਸੁੰਦਰ ਕਟਾਰ ਆ। ਸਿੰਘਾਂ ਦੇ ਤੀਰ ਰੱਖੇ, ਇੱਕ ਸ੍ਰੀ ਸਾਹਿਬ ਰੱਖੀ 10ਵੇਂ ਪਾਤਸ਼ਾਹ ਦੀ। ਜਦ ਮਹਾਰਾਜ ਜੀ ਉੱਥੋਂ ਚੱਲਣ ਲੱਗੇ ਨਗਰ ਤੋਂ, ਸੰਗਤ ਕਹਿੰਦੀ ਮਹਾਰਾਜ ਹੁਣ ਕਦੋਂ ਦਰਸ਼ਨ ਹੋਣਗੇ? ਸਤਿਗੁਰੂ ਕਹਿੰਦੇ ਸਰੀਰ ਕਰਕੇ ਤਾਂ ਭਾਈ ਹੁਣ ਦਰਸ਼ਨ ਨਹੀਂ ਹੋਣੇ, ਆਹ ਸਾਡੀ ਕਟਾਰ ਰੱਖ ਲਓ। ਜਿਹੜਾ ਸਾਡੀ ਕਟਾਰ ਦੇ ਦਰਸ਼ਨ ਕਰੂਗਾ ਸੋ ਮੇਰਾ ਦਰਸ਼ਨ ਪਾਵੇਗਾ, ਉਹ ਮੇਰਾ ਹੀ ਦਰਸ਼ਨ ਹੋਏਗਾ। ਜੋ ਮੰਗੋਗੇ ਅਰਦਾਸ ਕਰਕੇ ਉਹੀ ਮਿਲੇਗਾ। ਭਾਈ ਦੁਆਰਾ ਜੀ ਹੋਏ ਨੇ 6ਵੇਂ ਪਾਤਸ਼ਾਹ ਦੇ ਸਹੁਰਾ ਸਾਹਿਬ। ਇਧਰ ਨਗਰ ਪੈਂਦਾ ਮਾਝੇ ਚ ਮੰਡਿਆਲਾ ਨਗਰ, ਉਹਦੇ ਲਾਗੇ ਨਗਰ ਹੈ, ਤੇ ਉੱਥੇ ਮਹਾਰਾਜਾ ਸ਼ਾਦੀ ਹੋਈ। ਭਾਈ ਦੁਆਰਾ ਜੀ ਕਹਿੰਦੇ ਮਹਾਰਾਜ ਹੁਣ ਕਦੋਂ ਆਉਂਗੇ, ਪਿੰਡ ਵਿੱਚ ਚਰਨ ਪਾਉਂਗੇ? ਮਹਾਰਾਜ ਨੇ ਦੇਖਿਆ ਵੀ ਹੁਣ ਤਾਂ ਆਉਣਾ ਹੀ ਨਹੀਂ, ਇੱਧਰ ਨੂੰ ਜੰਗ ਯੁੱਧ ਐਸੇ ਹੋਏ ਪਏ ਨੇ ਬਈ ਉਧਰ ਹੀ ਜਾਣਾ ਪੈਣਾ, ਪਰਲੇ ਪਾਸੇ ਨੂੰ ਕੀਰਤਪੁਰ ਸਾਹਿਬ ਵੱਲ ਨੂੰ। ਮਹਾਰਾਜ ਕਹਿੰਦੇ ਹੁਣ ਤਾਂ ਮੁਸ਼ਕਲ ਆਉਣਾ। ਕਹਿੰਦੇ ਮਹਾਰਾਜ ਫਿਰ ਸਾਡਾ ਕੀ ਹਾਲ ਹੋਊ? ਦਰਸ਼ਨਾਂ ਤੋਂ ਬਿਨਾਂ ਅਸੀਂ ਤਾਂ ਪ੍ਰਸ਼ਾਦਾ ਵੀ ਨਹੀਂ ਛਕ ਸਕਦੇ, ਅਸੀਂ ਤਾਂ ਦਰਸ਼ਨ ਕਰਕੇ ਖੁਸ਼ ਰਹਿੰਦੇ। ਦੇਖੋ ਗੁਰਾਂ ਦਾ ਬਚਨ ਹੈ, ਬਸ ਬਚਨ ਹੀ। ਗੁਰ ਕਾ ਬਚਨ ਬਸੈ ਜੀ ਨਾਲੇ, ਗੁਰ ਕਾ ਬਚਨ ਮੋਹਿ ਪਰਮਗਤ ਪਾਈ। ਬਚਨ ਵੱਡਾ ਹੁੰਦਾ। ਦੇਖੋ ਸੱਚੇ ਪਾਤਸ਼ਾਹ ਦੀ ਲੀਲਾ ਦੇਖੋ ਤੁਸੀਂ। ਕਹਿੰਦੇ ਆਹ ਟਾਲੀ ਖੜੀ ਆ ਨਾ, ਇਹ ਮੇਰਾ ਹੀ ਰੂਪ ਹੈ, ਲੈ ਇਹਨੂੰ ਹੀ ਬਖਸ਼ਿਸ਼ ਕਰਤੀ, ਟਾਲੀ ਨੂੰ ਕਿਰਪਾ ਕਰਤੀ। ਕਹਿੰਦੇ ਇਹ ਟਾਲੀ ਨੇ ਤਾਂ 2 ਦਰਸ਼ਨ ਪਾਏਗਾ ਸੋ ਮੇਰਾ ਦਰਸ਼ਨ ਹੋਏਗਾ। ਟਾਲੀ ਨੂੰ ਬਖਸ਼ਿਸ਼ ਕਰਤੀ। ਜੇ ਸੰਗਤ ਨੇ ਕਿਹਾ ਮਹਾਰਾਜ ਹੁਣ ਤੁਸੀਂ ਚਲੇ ਜਾਣਾ, ਫਿਰ ਅਸੀਂ ਕਿਹਨੂੰ ਦਰਸ਼ਨ ਕਰਾਂ? ਕਹਿੰਦੇ ਆ ਬਾਬਾ ਬੁੱਢਾ ਜੀ ਮੇਰਾ ਹੀ ਰੂਪ ਹੈ, ਇਹਨਾਂ ਦੇ ਦਰਸ਼ਨ ਕਰ ਲਿਓ, ਮੇਰਾ ਹੀ ਰੂਪ ਹੈ। ਬਚਨ ਦੀ ਗੱਲ ਹੈ। ਰਾਏ ਕੱਲਾ ਜੀ ਨੂੰ ਵੀ ਦਿੱਤੀ ਸੀ ਸ੍ਰੀ ਸਾਹਿਬ, ਕਹਿੰਦੇ ਜਦ ਤੱਕ ਸਤਿਕਾਰ ਕਰੋਗੇ ਰਾਜ ਚੱਲਦਾ ਰਹੇਗਾ, ਜਦ ਸਤਿਕਾਰ ਛੱਡ ਦੋਗੇ ਰਾਜ ਖਤਮ ਹੋ ਜਾਏਗਾ। ਹੁਣ ਤੁਸੀਂ ਕਹੋਗੇ ਉਹ ਜਿਹੜੀ ਮਹਾਰਾਜ ਨੇ ਸ੍ਰੀ ਸਾਹਿਬ, ਨਹੀਂ, ਜਿਹੜੀਆਂ ਤੁਹਾਡੇ ਗਾਤਰੇ ਪਾਈਆਂ ਇਹ ਵੀ ਤਾਂ ਉਹਨਾਂ ਨੇ ਦਿੱਤੀਆਂ, ਇਹ ਤੁਹਾਡੇ ਘਰਾਂ 'ਚ ਪਈਆਂ ਇਹ ਵੀ ਤਾਂ ਉਹਨਾਂ ਨੇ ਦਿੱਤੀਆਂ। ਤੁਹਾਡਾ ਪਤਾ ਨਹੀਂ ਅੱਜ ਤੱਕ, ਇਹ ਮੈਨੂੰ ਸਾਰੇ ਪੰਥ ਦਾ ਨਹੀਂ ਪਤਾ ਲੱਗਿਆ ਰੁਝਾਨ ਹੈ ਕਿੱਥੇ ਇਹਨਾਂ ਦਾ। ਜਿੰਨਾ ਵੀ ਸਾਡਾ ਰੁਝਾਨ ਹੈ, ਇਹ ਸ਼੍ਰੋਮਣੀ ਕਮੇਟੀ ਦਾ ਦੇਖੋ, ਬਹੁਤ ਗੱਲਾਂ ਕਰਨ ਵਾਲੀਆਂ, ਉਹਨਾਂ ਦਾ ਧਿਆਨ ਨਹੀਂ ਇੱਧਰ ਨੂੰ, ਕਿਉਂਕਿ ਜਿੰਨੀ ਕੁ ਮੱਤ ਆ ਉਹਨਾਂ ਕੀ ਕੰਮ ਕਰਨਾ। ਉਹ ਨਹੀਂ ਕਰ ਸਕਦੇ ਇਹ ਕੰਮ ਵੀ ਸਤਿਕਾਰ ਕਰੀਏ ਅਸੀਂ ਸ਼ਸਤਰਾਂ ਦਾ, ਹੋਰ ਚੀਜ਼ਾਂ ਨੂੰ ਸੰਭਾਲ ਕੇ ਰੱਖੀਏ। ਬਹੁਤ ਕੰਮ ਕਰਨ ਵਾਲੇ ਪਏ ਨੇ।
ਇਸ ਕਰਕੇ ਜਿੰਨਾ ਵੀ ਆਪਾਂ ਜੇ ਤੁਸੀਂ ਕਿਰਪਾ ਲੈਣੀ ਆ, ਜਦ ਗੁਰਾਂ ਨੇ ਸ੍ਰੀ ਸਾਹਿਬ ਨੂੰ ਚੰਡੀ ਦੱਸ ਦਿੱਤਾ ਤਾਂ ਬਸ ਇਹ ਸਾਰੀ ਸ਼ਕਤੀ ਸ਼ਸਤਰਾਂ ਵਿੱਚ, ਸ਼ਸਤਰਾਂ ਦੀ ਸੇਵਾ ਸੰਭਾਲ ਰੱਖੋ, ਮਾਂਜ ਕੇ ਰੱਖੋ, ਤੇਲ ਕੜਕਾ ਕੇ ਦੇਸੀ ਘਿਓ ਕੜਕਾ ਕੇ ਲਾ ਕੇ ਉੱਚੇ ਥਾਂ ਰੱਖੋ। ਪੋਥੀਆਂ ਜਿਹੜੀਆਂ ਤੁਹਾਡੇ ਘਰਾਂ 'ਚ ਗੁਟਕੇ ਪੋਥੀਆਂ ਐਵੇਂ ਬਿਨਾਂ ਰਮਾਲਿਆਂ ਤੋਂ ਇੱਧਰ ਉੱਧਰ ਰੱਖ ਛੱਡਦੇ ਹੋ, ਕਦੇ ਕੋਈ ਫਰਿੱਜ ਤੇ ਪਈ ਆ, ਕੋਈ ਕਿਤੇ ਪਈ ਆ, ਉਹ ਕੰਮ ਕਰੋ, ਉਹਨਾਂ ਤੇ ਰਮਾਲੇ ਚੜਾਓ। ਆਪ ਤੇ ਤੁਹਾਡੇ ਚੌਥੇ ਦਿਨ ਬੈੱਡ ਦੀ ਚਾਦਰ ਬਦਲੀ ਹੁੰਦੀ ਹੈ, ਨਵਾਂ ਸੂਟ ਰੋਜ਼ ਪਾਉਣਾ ਤੁਸੀਂ। ਇਹ ਮੈਂ ਨਵੀਂ ਪੱਗ ਲਿਆਂਦੀ ਆ, ਸਤਿਗੁਰਾਂ ਵਾਸਤੇ ਤੁਹਾਡੇ ਕੋਲ ਕੋਈ ਪੈਸਾ ਹੀ ਨਹੀਂ ਹੈਗਾ, ਮਹਾਰਾਜ ਦੇ ਰਮਾਲੇ ਬਸਤਰ ਨਹੀਂ ਸੰਭਾਲ ਕੇ ਰੱਖਦੇ ਤੁਸੀਂ। ਹੁਣ ਦੇ ਸਾਡੇ ਫੌਜਾਂ ਨੇ, ਜਿੰਨੇ ਵੀ ਨਿਹੰਗ ਸਿੰਘ ਫੌਜਾਂ, ਇਹ ਸ਼ਸਤਰ ਦੇ ਉੱਤੇ ਫੁੰਮਣ ਸਜਾਉਂਦੇ ਨੇ, ਕਦੇ ਕੁਛ ਸਜਾਉਂਦੇ ਨੇ, ਕਦੇ ਉੱਤੇ ਸੋਹਣਾ ਬਸਤਰ ਚੜਾਉਣਗੇ, ਸਫਾਈ ਰੱਖਣਗੇ, ਬਾਟੇ ਮਾਂਜ ਕੇ ਰੱਖਣਗੇ। ਕਿਉਂ? ਕਿਉਂਕਿ ਸ਼ਸਤਰ ਨੂੰ ਜੇ ਚੰਡੀ ਦੀ ਵਾਰ ਪੜ੍ਹਦੇ ਇੱਕ ਉਹਦੇ ਚ ਅੱਖਰ ਆਉਂਦਾ ਨੇਜੇ ਬੰਬਲੀ ਆਲੇ, ਸੰਤਾਂ ਨੇ ਅਰਥ ਕੀਤਾ, ਫਿਰ ਸਾਨੂੰ ਨਹੀਂ ਪਤਾ ਬੰਬਲੀ ਆਲੇ ਕੀ ਹੁੰਦੇ ਨੇ। ਪਹਿਲਾਂ ਮਾਈਆਂ ਇਹ ਜਿਹੜੇ ਹੁੰਦੇ ਸੀ ਖੇਸ, ਇਹਨਾਂ ਨੂੰ ਬੰਬਲ ਵੱਟਦੀਆਂ ਹੁੰਦੀਆਂ ਸੀ, ਜਾਂ ਪਹਿਲਾਂ ਇੱਕ ਰੱਖੜੀ ਬੰਬਲ ਦੀ ਬਣਦੀ ਹੁੰਦੀ ਸੀ, ਆ ਹੁਣ ਤਾਂ ਹੋਰ ਤਰ੍ਹਾਂ ਆ ਗਈ। ਨੇਜਿਆਂ ਦੇ ਉੱਤੇ ਬੰਬਲਿਆਲੇ ਬੰਨੇ ਹੁੰਦੇ ਸੀ, ਰੰਗ ਬਰੰਗੇ ਏਡੇ ਏਡੇ ਫੁੱਲ ਜੇ ਬਣਾ ਕੇ ਨੇਜੇ ਵੀ ਸਜਾ ਕੇ ਰੱਖਣੇ, ਜਾਂ ਨੇਜਾ ਤਾਂ ਨੂੰ ਕਰਨਾ ਪਤਾ ਲੱਗਦਾ ਸੀ ਫੌਜਾਂ ਦਾ ਨੇਜਾ ਕੋਈ। ਇਉਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸ਼ਸਤਰ ਨੇ, ਬਸਤਰ ਨੇ, ਸਰਬ ਲੋਹ ਹੈ, ਮਹਾਰਾਜ ਦਾ ਸਰੂਪ ਹੈ, ਨਿਰਗੁਣ ਸਰੂਪ ਹੈ, ਵਿਆਪਕ ਸਰੂਪ ਹੈ, ਸਾਰਿਆਂ ਸਰੂਪਾਂ ਦਾ ਹੈ ਤਾਂ ਸਹੀ ਲਿਖਿਆ ਜਾ ਕੋਈ ਹੈ ਤਾਂ ਸਾਡੇ ਕੋਲ ਹੀ ਨੇ। ਹੁਣ ਸਾਡਾ ਧਿਆਨ ਆਪਣਾ ਕਿੱਥੇ, ਸਾਰਿਆਂ ਦਾ ਕਥਾ ਚ, ਪਰ ਇੱਥੇ ਕਿੰਨੀ ਛੇਤੀ ਐਕਸ਼ਨ ਹੁੰਦਾ। ਜੇ ਆਪਾਂ ਕਹੀਏ ਬਾਜਾਂ ਵਾਲੇ ਬਾਪੂ ਨੂੰ, ਮਹਾਰਾਜ ਜੀ ਤੁਸੀਂ ਵੀ ਨਿਮੰਤਰਣ ਨਹੀਂ ਦਿੱਤਾ, ਉਹਨਾਂ ਨੂੰ ਕਿਹਾ ਨਹੀਂ, ਇੱਥੇ ਸਾਰੇ ਥਾਈਂ ਇਸ਼ਤਿਹਾਰ ਲਾਏ ਗਏ ਨੇ, ਕਾਰਡ ਦਿੰਦੇ ਨੇ ਵਿਆਹਾਂ ਤੇ, ਕਾਰਡ ਨਾਲ ਇੱਕ ਨਿੱਕਾ ਜਿਹਾ ਕਾਰਡ ਹੁੰਦਾ ਵੀ ਤੂੰ ਬਰਾਤ ਜ਼ਰੂਰ ਆਉਣਾ, ਕਹਿੰਦੇ ਆ। ਪਰ ਜਦੋਂ ਅਸੀਂ ਮਨ ਦੇ ਅੰਦਰ ਸੋਚਿਆ ਵੀ ਮਹਾਰਾਜ ਆਪ ਚ ਵੀ ਦੀਵਾਨ ਚ ਆ ਜਾਓ ਤੇ ਇੱਥੇ ਬੈਠ ਕੇ ਕਥਾ ਸੁਣੋ, ਮਹਾਰਾਜ ਕਹਿੰਦੇ ਸਾਨੂੰ ਕਹੋ ਤਾਂ ਆਈਏ, ਜੇ ਮਾਤਾ ਜੀ ਨੂੰ ਸੱਦਾ ਦਈਏ ਤਾਂ ਹੀ ਆਉਣਗੇ। ਬੇਨਤੀ ਕਰਨੀ ਪੈਂਦੀ, ਮਹਾਰਾਜ ਜੀ ਆਪ ਜੀ ਨੇ ਵੀ ਕਿਰਪਾ ਕਰਨੀ ਆ। ਕਦੇ ਗੁਰੂ ਨਾਨਕ ਸਾਹਿਬ ਨੂੰ ਬੇਨਤੀ ਕੀਤੀ ਕਿ ਤੁਸੀਂ ਵੀ ਆਇਓ ਮਹਾਰਾਜ, ਨਿਰੰਕਾਰ ਜੀ ਚਰਨ ਪਾਇਓ, ਜਾਂ ਕਿਸੇ ਵੀ ਸਰੂਪ ਦੀ ਬੇਨਤੀ ਕਰੀਏ ਵੀ ਜਿਹਨੂੰ ਵੀ ਤੁਸੀਂ ਯਾਦ ਕਰੋਗੇ ਉਹ ਫਿਰ ਹਾਜ਼ਰ ਹੋ ਜਾਂਦਾ, ਦਿਖੇ ਨਾ ਦਿਖੇ। ਇਹ ਚੀਜ਼ ਹੁੰਦੀ। ਕਦੇ ਕਦੇ ਨਿਤਨੇਮ ਕਰਦੇ ਆ, ਤੁਸੀਂ ਕਹੋ ਅੱਜ ਬੜਾ ਆਨੰਦ ਆਇਆ, ਕਦੇ ਕਦੇ ਆਉਂਦਾ ਆਪਾਂ ਨੂੰ, ਪਾਠ ਕਰਦੇ ਆਨੰਦ ਆਉਂਦਾ, ਮਨ ਜਿਹਾ ਅੱਜ ਟਿਕ ਗਿਆ, ਬੜਾ ਕੀ ਹੋਇਆ ਅੱਜ, ਅੱਗੇ ਨਹੀਂ ਕਦੇ ਟਿਕਿਆ। ਇਹਦਾ ਮਤਲਬ ਅੱਜ ਕੋਲ ਕੋਈ ਬੈਠ ਕੇ ਗਿਆ, ਠੀਕ ਆ, ਉਹ ਦਿਖਿਆ ਨਹੀਂਗਾ, ਪਰ ਇਹ ਜਦੋਂ ਆਪਾਂ ਪਾਠ ਕਰਦੇ ਹਾਂ, ਜਿਹੜਾ ਸ਼ਬਦ ਹੈ ਇਹ ਸ਼ਬਦ ਵੀ ਨਿਰੰਕਾਰ ਆਪ ਹੀ ਹੈ। ਜਦੋਂ ਸ਼ਬਦ ਦਾ ਆਪਾਂ ਉਚਾਰਨ ਕਰਦੇ ਹਾਂ ਤਾਂ ਨਿਰੰਕਾਰ ਜੀ ਕਈ ਵਾਰ ਖੁਸ਼ ਹੁੰਦੇ, ਜਿਨ੍ਹਾਂ ਨੇ ਪਿਆਰ ਨਾਲ ਪਾਠ ਕੀਤਾ ਹੈ ਉਹਨਾਂ ਦੇ ਉੱਤੇ ਗੁਰਾਂ ਦੀ ਬੜੀ ਪ੍ਰਸੰਨਤਾ ਹੁੰਦੀ। ਬਾਣੀ ਨਾਲ ਪਿਆਰ ਦਾ ਇੱਕ, ਜਿਹਦੀ ਬਹੁਤ ਸਾਰੇ ਲੋਕ ਕਹਿੰਦੇ ਵੀ ਬਾਣੀ ਪੜ੍ਹਨ ਨੂੰ ਮਨ ਹੀ ਨਹੀਂ ਕਰਦਾ, ਮਤਲਬ ਕਿ ਬਾਣੀ ਨਾਲ ਪਿਆਰ ਨਹੀਂ ਹੈ। ਗਾਣੇ ਸੁਣਨ ਨੂੰ ਮਨ ਕਰਦਾ, ਕਹਿੰਦਾ ਉਹ ਤਾਂ ਕਰਦਾ, ਕਿਉਂਕਿ ਗਾਣਿਆਂ ਵਿੱਚ ਪਿਆਰ ਹੈ, ਟੀਵੀ ਵਿੱਚ ਪਿਆਰ ਹੈ। ਹੁਣ ਬਾਬਾ ਗੁਰਮੁਖ ਸਿੰਘ ਦੇ ਜੀਵਨ ਨੂੰ ਜਦ ਮੈਂ ਪੜ੍ਹਿਆ, ਇਹ ਬਾਬਾ ਜੀ 10 ਪਾਠ ਅਕਾਲ ਉਸਤਤ, ਸ੍ਰੀ ਅਕਾਲ ਉਸਤਤ ਦੇ 10 ਪਾਠ ਕਰਦੇ ਸੀ। ਇਹ ਬੜਾ ਇੱਕ ਹੈਰਾਨੀਜਨਕ ਅੱਖਰ ਸੀ ਉਹ ਮੇਰੇ ਲਈ। ਮੈਂ ਫੇਰ ਦੇਖਿਆ ਵੀ ਬਾਕੀ, ਫਿਰ ਪੜੋ ਵੀ 10 ਪਾਠ ਬਾਬਾ ਜੀ ਕਰਦੇ ਸੀ, 10 ਪਾਠ ਸੁਖਮਨੀ ਸਾਹਿਬ ਦੇ ਕਰਦੇ ਸੀ। ਇੱਕ ਸਿੰਘ ਮੈਨੂੰ ਉਹ ਬਾਬਾ ਬਸਤਾ ਸਿੰਘ ਸਥਾਨ ਤੇ ਬਜ਼ੁਰਗ ਮਿਲਿਆ, ਕਹਿੰਦੇ ਗਿਆਨੀ ਜੀ ਆਮ ਲੋਕਾਂ ਤਾਂ ਤੁਸੀਂ 10 ਹੀ ਕਹੀ ਜਾਓ, ਕਹਿੰਦਾ ਇਹ ਤੇ ਇੰਨੇ ਚ ਹੀ ਹੈਰਾਨ ਹੋਏ ਜਾਂਦੇ ਨੇ। ਕਹਿੰਦੇ ਕਈ ਵਾਰ ਬਾਬਾ ਜੀ ਦੀ ਇੰਨੀ ਸੀ ਚਲੰਤ ਬਾਣੀ, ਕਹਿੰਦੇ ਕਈ ਵਾਰ ਸੁਖਮਨੀ ਸਾਹਿਬ ਦੇ 20 ਪਾਠ ਵੀ ਕਰਦੇ ਸੀ ਦਿਨ ਚ, ਤੇ ਅਕਾਲ ਉਸਤਤ ਦੀ ਬਾਣੀ ਪੜ੍ਹਨੀ। ਤੇ ਜੇ ਕਿਸੇ ਨੇ ਆਖਣਾ ਬਾਬਾ ਜੀ ਮੈਂ ਕਾਰ ਸੇਵਾ ਵਿੱਚ ਨਾਲ ਰਹਿ ਕੇ ਸੇਵਾ ਕਰਨੀ ਹੈ,
फिर कहना 60 जपजी साहब दे पाठ जे करेगा तां मेरे नाल तू रह सकदा। शर्तां मनाउंदे सी, साऊ झूठ नहीं बोलना, चोरी नहीं करनी, धी भैन वाल नहीं देखना, आ नहीं करना, ये नहीं करना। सारियां शर्तां मना के बाबा जी ने फिर बंदा नाल रखना। हुण आपां ये गल देखो भी आपां किन्ना क पाठ करते हैं। जिहड़ी बाबा गुरमुख सिंह जी वेले सेवा हुंदी सी, आ बाबा जीवन सिंह वेले दा एक सिंह मिलिया सी, बजुर्ग हो गया हुण ते चढ़ाई कर गया होना। कहना जदों हजूर साहब वाले पुल की सेवा चल रही सी, कहना तुसीं मन्नोगे पुल की सेवा 24 घंटे ही लगातार चलदी, बंद ही नहीं सी करते। असी कईयां ने सौ जाना, फिर दूजिਆਂ ਨੂੰ ਠਾਲ ਲਿਆਉਣਾ भी विच नहीं रोकनी सेवा, कोई कारण सी ਉਹਦਾ। ਉਹ ਕਹਿੰਦਾ ਵੀ ਕਹਿੰਦਾ ਇੰਨਾ बुरा हाल सी, हालांकि इन्ने ने तसले ਚੱਕ के जाने। कहता रात ਨੂੰ ਜਦੋਂ 12-1 ਵਜਿਆ, ਮੈਨੂੰ ਸਵੇਰ ਤੋਂ रात तक तसले चकदे ना ऐसी नींद आई, उसे बजरी ते डिग पिया। कहना मैं उत्थे ही सौ गया। बाबा जी कहते इनू की होया, सौ गया? कहने कल पिया रहन दो, इनू 2 घंटे बाद ठा लांगे। फिर ऐसी जिहड़ी सेवा साध संगत, हुण किहड़ी सेवा तुहानूं नहीं करदी कोई कराउंदा। हुण जे तुसीं कहो जी इन्ने पाठ औखे आ, नहीं पाठ नहीं औखे, प्यार नहीं है, बस रस नहीं है, एकाग्रता नहीं है, रिलैक्स नहीं होया काम अंदरला। जदों अंदरों रिलैक्स हो जाता उदों तो अपने आप ही फिर किरपा हुंदी। पाठ आपां करदे नहीं। तुसीं कहो मैं इन्ने पाठ कर ले हैं। गुरु अर्जन देव जी महाराज कहने ने अपने सेवक की आपे राखै, आपे नाम जपावै। जिस तो महाराज ने करवाने हैं पाठ, वो तो करवा ही लेने ने, जी तो नहीं कराने वो तो कराने ही नहीं है। सतगुरु महाराज बख्शिश करन साडे ते बहुत सारे सिंह इन्नी इन्नी बाणी पढ़ते ने, असी भी हैरान हो जाते भी इन्नी तो असी भी नहीं पढ़ सकते। बड़ी बाणी वो कहने असी आप नहीं पढ़ते, सानू महाराज किरपा करके करवा लेंदे ने। अपनी मर्जी नाल कोई बाणी नहीं पढ़ सकता। ये गुरु साहब की मेहर होवे, सेवा भी सतगुरु महाराज सच्चे पातशाह आप ही करवाउंदे ने। सेवा की भी बख्शिश हुंदी है। क्यों कल भी संगत नूं दस्सिया, अगे भी तुहानूं सुनाया, फिर भी हुण सुना दिंदे आ। जिहड़ी साडी संगत नाल कथा च जुड़ी हुई है, बाहरले देशां वाले भी कथा अपनी लगभग लाए भी जा रही, सारी बाहरले देशां 20-50 हज़ार बंदा तो अपना लाइव सुन रहा कथा में इस वक्त। तुसी तो मेरा हाल 2-3 हज़ार मसा आने, 2 हज़ार उदों भी घट ही लगते हैं। इन्नी संगत तो सारी कथा नूं सुनदी है, और ये नहीं उत्थे रिकॉर्ड हो जाना जाके फेसबुक ते, पता नहीं अगे फिर किन्नियां ने फिर सुन लेनी है। हुण मैं कई चीज़ां सुनाउणा, मैं बार-बार सुनाउणा, तुसीं फिर भुल जाने, फिर बार-बार सुनाउणा। कल भी मैं बाबा हरनाम सिंह रामपुर खेड़े वाला दा बचन उत्ते सुनाया, जागत जोत जपै निस्बासर। इस गल दे उत्ते विचार आई सी भी जागदी जोत जपो भाई। ये एक चीज दी मैं विचार करदा, जद आपां कहने गुरपूरा किरपा धारी, गुरपूरा भेटो वडभागी, गुरपूरा। गुरपूरा क्यों लिखिया, क्यों लिखना पिया? क्योंकि अधूरा भी है गुरु ते पूरा भी है गुरु। अधूरे गुरु बहुत सारे दुनिया च, गिनती कितनी है? 22 गुरु उदों 9वें पातशाह वाले बने। मैं हुण सोचा हुण किन्ने का अंदाजा लाइए तो 22 लाख गुरु होगा नकली इस वक्त। जना खड़ा तो हरेक कहना मैं सिख तो बनना ही नहीं, मैं तो गुरु ही बनना, बस सारे बड़े ही बने बैठे ने। इस करके साध संगत बहुत सारे लोग ने। ये क्यों लिखिया भी जागत जोत जपै निस्बासर? जागत क्यों लिखिया? ਇਹਦਾ मतलब जिन्नियां होर जोतां ने वो बुझण वालियां ही ने बस।
ਦੀਵਾ ਕਿੰਨਾ ਚਿਰ ਜਲਦਾ, ਮੋਮਬੱਤੀ ਕਿੰਨਾ ਚਿਰ ਜਲਦੀ ਹੈ, ਬਲਬ ਕਿੰਨਾ ਕੁ ਚਿਰ ਚੱਲੂਗਾ। ਆਪਾਂ ਕਹਿੰਦੇ ਬਲਬ ਫਿਊਜ਼ ਹੋ ਗਿਆ, ਲੈ ਤਾਂ ਫਿਊਜ਼ ਹੋ ਗਿਆ। ਕਦੇ ਸੁਣਿਆ ਰੱਬ ਦੀ ਜੋਤ ਵੀ ਫਿਊਜ਼ ਹੋਈ ਆ? ਕਦੇ ਦੇਖਿਆ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਤਾਂ ਹੁਣ ਤੇਲ ਇਹਨਾਂ ਦਾ ਇਹ ਨਹੀਂ, ਇਹ ਤਾਂ ਸਦਾ ਹੀ ਜਾਗਦੀ ਜੋਤ। ਫਿਰ ਤੁਹਾਡੇ ਅੰਦਰ ਵੀ ਆਤਮਾ ਹੈ, ਸਦਾ ਹੀ ਜਾਗਦੀ ਜੋਤ। ਸਤਿਗੁਰੂ ਕਹਿੰਦੇ ਤੇ ਗੁਰੂ ਗ੍ਰੰਥ ਸਾਹਿਬ ਦੀ ਗਵਾਹੀ ਹੈ, ਜਾਗਤ ਜੋਤ ਜਪੈ ਨਿਸਬਸਰ। ਗਵਾਹੀ ਕੀ ਹੈ? ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਹੈ, ਜ਼ਮੀਨ ਜਮਾ ਕੇ ਵਿਖੈ ਸਮਸਤ ਏਕ ਜੋਤ ਹੈ, ਨਾ ਘਾਟ ਹੈ ਨਾ ਬਾੜ ਹੈ, ਨਾ ਘਾਟ ਬਾੜ ਹੋਤ ਹੈ। ਸੋ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਜਿਹੜਾ ਲਿਖਿਆ ਬਚਨ ਅਸਲ ਉਹ ਹੋਇਆ, ਨਾ ਇਹੋ ਬੁੱਢਾ ਨਾ ਇਹੋ ਬਾਲਾ, ਨਾ ਇਸ ਦੁੱਖ ਨਹੀਂ ਜਮ ਜਾਲਾ। ਇਹ ਜਾਗਦੀ, ਜਾਗਦੀ ਦਾ ਮਤਲਬ ਕੀ ਹੁੰਦਾ? ਚੇਤਨ, ਚੇਤਨ ਜੋਤ ਹੈ। ਚੇਤਨ ਜੋਤ ਜਿਹੜੀ ਹੁੰਦੀ ਆ ਉਹ ਸਦਾ ਹੀ ਹਾਜ਼ਰ ਰਹਿੰਦੀ ਆ, ਕਿਉਂਕਿ ਅਕਾਲ ਪੁਰਖ ਦੇ ਰੂਪ ਨੂੰ ਅਸੀਂ ਹਮੇਸ਼ਾ ਤਿੰਨ ਗੁਣ ਬਰਕਰਾਰ ਰਹਿੰਦੇ ਨੇ ਉਹਦੇ ਵਿੱਚ। ਤਿੰਨ ਗੁਣ, ਤਿੰਨ ਗੁਣ ਕਿਹੜੇ ਅਕਾਲ ਪੁਰਖ ਦੇ ਵਿੱਚ ਬਰਕਰਾਰ ਰਹਿੰਦੇ ਨੇ? ਸਤ, ਚੇਤਨ ਤੇ ਆਨੰਦ ਸਰੂਪ। ਇੱਕ ਤਾਂ ਉਹ ਤਿੰਨਾਂ ਕਾਲਾਂ ਵਿੱਚ ਸਤ ਹੈ। ਇਹ ਨਹੀਂ ਕਿ ਉਹ ਪਹਿਲਾਂ ਝੂਠਾ ਸੀ ਜਾਂ ਪਹਿਲਾਂ ਉਹ ਸੱਚਾ ਸੀ ਅੱਜ ਝੂਠਾ ਹੈ। ਜੇ ਅੱਜ ਸੱਚਾ ਹੈ ਤੇ ਫਿਰ ਆਉਣ ਵਾਲੇ ਸਮੇਂ ਝੂਠਾ ਹੋਏਗਾ। ਕਹਿੰਦੇ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਉਹ ਸਾਰਿਆਂ ਸਮੇਂ ਸੱਚ। ਚੇਤਨ ਦਾ ਅਰਥ ਕੀ ਹੈ? ਇਹ ਦੋ ਤਰ੍ਹਾਂ ਦਾ ਸੁੰਨ ਦਸ਼ਾ ਹੁੰਦੀ ਹੈ। ਇੱਕ ਬੰਦੇ ਦੀ ਲੱਤ ਤੇ ਸੱਟ ਵੱਜ ਗਈ ਕਾਫੀ ਜ਼ਿਆਦਾ, ਉਹ ਕਹਿੰਦਾ ਡਾਕਟਰ ਨੇ ਮੇਰੇ ਇੰਜੈਕਸ਼ਨ ਵਾਲੀ ਸਿਰਿੰਜ ਲੈ ਕੇ ਇੱਥੇ ਝਬੋਈ, ਇੱਥੇ ਪੈਰ ਝਬੋਈ। ਕਹਿੰਦਾ ਕੋਈ ਪਤਾ ਲੱਗਦਾ? ਕਹਿੰਦਾ ਨਾ, ਇੰਨੀ ਲੱਤ ਸੁੰਨ ਹੋ ਗਈ। ਕਹਿੰਦਾ ਵੀ ਇਹ ਤਾਂ ਹੁਣ ਡੂੰਘਾ ਕੰਮ ਹੋ ਗਿਆ, ਵੀ ਆਪਰੇਸ਼ਨ ਕਰਨਾ ਪੈਣਾ। ਇੱਕ ਸੁੰਨ ਹੁੰਦੀ ਅਵਸਥਾ, ਅੰਤਰ ਸੁੰਨੰ ਬਾਹਰ ਸੁੰਨੰ ਤ੍ਰਿਭਵਨ ਸੁੰਨਮ ਸੁੰਨੰ। ਚੌਥਾ ਸੁਣਨਾ ਜੋ ਨਰ ਜਾਣੈ ਤਾਕੋ ਪਾਪ ਨਾ ਪੁੰਨੰ। ਚਲੋ ਮੈਂ ਇੱਥੇ ਦੀ ਉਦਾਹਰਨ ਦੇ ਦਿੰਦਾ। ਜਿੰਨੇ ਜਾਣੇ ਆਪਾਂ ਬੈਠੇ ਆ, ਜੇ ਤੁਸੀਂ ਸਾਰੇ ਗੱਲਾਂ ਕਰਨ ਲੱਗ ਜਾਓ, ਅਗਲਾ ਕਹੂਗਾ ਹਾਲ ਦੇ ਵਿੱਚ ਤਾਂ ਕੁਰਬਲ ਕੁਰਬਲ ਹੁੰਦੀ, ਇੰਨੀਆਂ ਆਵਾਜ਼ਾਂ ਆ ਰਹੀਆਂ। ਇਸ ਵਕਤ ਤੁਸੀਂ ਸਾਰੇ ਚੇਤਨ ਵੀ ਹੋ ਤੇ ਚੁੱਪ ਵੀ ਬੈਠੇ ਹੋ। ਹੈ ਚੇਤਨ ਹੀ ਹੈ ਪਰ ਚੁੱਪ ਹੋ। ਇਹ ਸੁੰਨ ਦਸ਼ਾ ਹੈ। ਇਸੇ ਤਰ੍ਹਾਂ ਮਨ ਦੇ ਅੰਦਰ ਦੀ ਇੱਕ ਦਸ਼ਾ ਬਣਦੀ ਹੈ। ਮਨ ਦੇ ਫੁਰਨੇ ਬੰਦ ਹੁੰਦੇ ਹੁੰਦੇ ਘਟਦੇ ਘਟਦੇ ਫੁਰਨੇ ਖਤਮ ਹੋ ਜਾਂਦੇ। ਕਈ ਬਜ਼ੁਰਗ ਐਸੇ ਦੇਖੇ ਆ, ਬੱਚੇ ਪਾਲੇ ਪੜ੍ਹਾਏ ਲਿਖਾਏ ਸੈੱਟ ਕੀਤੇ, ਸਭ ਕੁਝ ਹੋ ਗਿਆ, ਹੁਣ ਫੁਰਨਾ ਨਹੀਂ ਰਿਹਾ ਕੋਈ। ਕੰਮ ਤਾਂ ਸਾਰੇ ਮੁੱਕ ਗਏ, ਕੰਮ ਤਾਂ ਬੱਚਿਆਂ ਨੇ ਸਾਂਭ ਲਿਆ, ਮੈਂ ਕੀ ਕਰਨਾ। ਕਹਿੰਦੇ ਹੁਣ ਤਾਂ ਮਹਾਰਾਜ ਲੈ ਹੀ ਜਾਵੇ ਚੰਗਾ, ਹੁਣ ਕੋਈ ਰਿਹਾ ਹੀ ਨਹੀਂ ਕੰਮ, ਫੁਰਨਾ ਹੀ ਖਤਮ ਹੋ ਗਿਆ ਉਹਦਾ। ਜਿੰਨਾ ਆਪਣੇ ਬਚਪਨ ਤੋਂ ਜ਼ਿਆਦਾ ਫੁਰਨੇ ਹੁੰਦੇ ਆ, ਮੈਂ ਆਹ ਲੈਣਾ, ਮੈਂ ਆਹ ਖਾਣਾ, ਮੈਂ ਕਰਨਾ। ਬੱਚੇ ਜਿਉਂ ਖਿਡੌਣੇ ਲੈਣ ਲੱਗਦੇ ਆ, ਜਿਉਂ ਕੱਪੜੇ ਪਾਉਣ ਲੱਗਦੇ ਆ, ਫੁਰਨੇ ਤੇ ਫੁਰਨਾ ਫੁਰਨੇ। ਪਰ ਜਦੋਂ ਹੀ ਬੰਦਗੀ ਸ਼ੁਰੂ ਹੁੰਦੀ ਆ, ਜਦੋਂ ਹੀ ਕਿਰਪਾ ਹੁੰਦੀ ਆ, ਜਦੋਂ ਹੀ ਫੁਰਨੇ ਘਟਣ ਲੱਗ ਜਾਂਦੇ ਨੇ ਗੁਰਮੁਖਾਂ ਦੇ, ਮਹਾਂਪੁਰਖਾਂ ਦੇ। ਜਦ ਤੱਕ ਮਨ ਸ਼ਬਦ ਵਿੱਚ ਨਹੀਂ ਜੁੜਦਾ ਉਦੋਂ ਤੱਕ ਫੁਰਨੇ ਨੇ। ਜਦੋਂ ਇਹ ਸ਼ਬਦ ਵਿੱਚ ਜੁੜ ਜਾਂਦਾ ਉਦੋਂ ਕਿੱਥੇ ਚਲਾ ਜਾਂਦਾ? ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ, ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ। ਉਦੋਂ ਸੁਨ ਦਸ਼ਾ 'ਚ ਸ਼ਬਦ ਵਿੱਚ ਚਲਾ ਜਾਂਦਾ। ਦੋਨੇ, ਇੱਕ ਸ਼ਬਦ ਹੈ, ਇੱਕ ਕੁਦਰਤ ਹੈ, ਮਾਇਆ ਹੈ ਉਹਦੀ। ਜਦੋਂ ਤੱਕ ਕੁਦਰਤ ਵਿੱਚ ਤੇ ਮਾਇਆ ਵਿੱਚ ਮਨ ਜੁੜਿਆ, ਕੁਦਰਤ ਦਿਸਾ, ਕੁਦਰਤ ਸੁਣੀਆ, ਕੁਦਰਤ ਭਉ ਸੁਖਸਾਰ, ਕੁਦਰਤ ਪਾਤਾਲੀ ਆਕਾਸੀ, ਕੁਦਰਤ ਆਕਾਰ, ਕੁਦਰਤ ਵੇਦ ਪ੍ਰਾਣ ਕਤੇਬਾ, ਕੁਦਰਤ ਸਰਬ ਵਿਚਾਰ, ਕੁਦਰਤ ਖਾਣਾ ਪੀਣਾ ਪਹਿਨਣ, ਕੁਦਰਤ ਸਰਬ ਕਿੱਥੋਂ ਜੋਤ ਲੈਂਦਾ? ਉਹ ਤਾਂ ਦਿੰਦਾ ਹੈ, ਪਰ ਉਹ ਕਿੱਥੋਂ ਲੈਂਦਾ? ਸਤਿਗੁਰੂ ਮਹਾਰਾਜ ਕਹਿੰਦੇ ਨੇ ਸੈ ਭੰਗ। ਪੂਰਾ ਮਹਾਰਾਜ ਦਸਵੇਂ ਪਾਤਸ਼ਾਹ ਸਵੈੰ ਭਵ। ਸਵੈੰ ਭਵ ਦਾ ਮਤਲਬ ਸਵੈ ਅਨੁਭਵ, ਆਪਣੇ ਆਪ ਤੋਂ ਹੀ ਪ੍ਰਕਾਸ਼ਮਾਨ ਹੈ, ਚੇਤਨ ਜੋਤ ਹੈ। ਅੱਜ ਸੂਰਜ ਵਿੱਚੋਂ ਚੇਤਨ ਜੋਤ ਆਪਣੀ ਖਿੱਚ ਲੈਣ,
ਮਰਦਾਨਾ ਜੀ ਨੂੰ ਗੁਰੂ ਨਾਨਕ ਦੇਵ ਜੀ ਕਹਿੰਦੇ ਮਰਦਾਨਾ ਇਹ 7 ਤਵਿਆਂ ਜਿੰਨਾ ਕਾਲਾ ਹੋ ਜਾਏਗਾ। ਇਹ ਸਿਰਫ ਉਹਦੀ ਜੋਤ ਹੀ ਅੱਗੇ ਚਾਨਣ ਕਰ ਰਹੀ ਹੈ। ਪਿੱਛੋਂ ਤਾਂ ਕਰੰਟ ਉਨਾ ਹੀ ਆਉਂਦਾ, 0 ਵਾਟ ਦਾ ਬਲਬ ਉਹ ਚ ਹੁੰਦਾ। ਅੱਜ ਕੱਲ ਹੋਰ LED ਲਾਈਟਾਂ ਜੀ ਆ ਗਈਆਂ, ਅੱਖਾਂ ਹੀ ਪਾੜ ਦਿੰਦੇ, ਇੰਨੀ ਤੇਜ਼ ਲਾਈਟ। ਚੰਦਰਮਾ ਵਿੱਚ ਵੀ ਉਹਦੀ ਜੋਤ ਹੈ, ਬੁੱਧੀ ਵਿੱਚ ਵੀ ਉਹਦੀ ਜੋਤ ਹੈ। ਕਈਆਂ ਨੂੰ ਆਪਾਂ ਕਹਿੰਦੇ ਮੰਦ ਬੁੱਧੀ ਬੱਚਾ ਹੈ, ਮੰਦੀਆਂ ਬੁੱਧੀਆਂ ਵੀ। ਅੱਗ ਵਿੱਚ ਵੀ ਉਹਦੀ ਜੋਤ ਹੈ। ਜਦ ਪੰਜਵੇਂ ਪਾਤਸ਼ਾਹ ਤੱਤੀ ਤਵੀ ਤੇ ਬੈਠੇ ਹਲੇ ਚਰਨ ਰੱਖਣ ਲੱਗੇ, ਅਗਨੀ ਦੇਵਤਾ ਉਹਦੇ ਪ੍ਰਗਟ ਹੋ ਗਿਆ। ਮਹਾਰਾਜ ਇਹ ਮੈਨੂੰ ਦੋਸ਼ ਨਾ ਲੱਗੇ, ਮਹਾਰਾਜ ਮੈਨੂੰ ਐ ਨਾ ਕਰੋ, ਤੁਸੀਂ ਨਾ ਬੈਠੋ। ਮਹਾਰਾਜ ਕਹਿੰਦੇ ਤੂੰ ਆਪਣੀ ਕਿਰਿਆ ਕਰੀ ਚੱਲ, ਅਸੀਂ ਇਹ ਕਰਮ ਕਰਨਾ ਹੀ ਕਰਨਾ। ਅਗਨੀ ਦੇਵਤੇ ਨੇ ਆਪਣਾ ਸੁਭਾਅ ਹੀ ਬਦਲ ਲਿਆ, ਸ਼ਾਂਤ ਹੋ ਗਿਆ। ਕਿਉਂਕਿ ਇਹ ਚੀਜ਼ਾਂ ਬਦਲ ਜਾਂਦੀਆਂ। ਤੁਹਾਡੀ ਲਾਈਨ ਨਹੀਂ ਹੈ, ਤੁਹਾਨੂੰ ਤੁਹਾਡੀਆਂ ਲਾਈਨਾਂ ਦਾ ਤਾਂ ਪਤਾ। ਜੇ ਇਹ ਲਾਈਨ ਦੇਖਣੀ ਹੈ ਤੇ ਇਹਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ। ਤਾਰਿਆਂ ਵਿੱਚ ਵੀ ਉਹਦੀ ਜੋਤ ਹੈ। ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਗਗਨ ਮੈਂ ਥਾਲ ਰਬ ਚੰਦ ਦੀਪਕ ਬਨੇ, ਤਾਰਿਕਾ ਮੰਡਲ ਜਨਕ ਮੋਤੀ। ਧੂਪ ਮਲ ਆਨ ਲੋ ਪਵਨ ਚਬਰੋ ਕਰੇ, ਸਗਲ ਬਨਰਾਏ ਫੂਲ ਅੰਤ ਜੋਤੀ। ਮਹਾਰਾਜ ਕਹਿੰਦੇ ਸਾਰੀਆਂ ਜੋਤਾਂ ਵਿੱਚ ਉਹ ਆਪ ਹੀ ਹੈ। ਹੁਣ ਕਿਸੇ ਮਨੁੱਖ ਆਪਣੀਆਂ ਬੁੱਧੀਆਂ ਘੱਟ ਨੇ, ਵਧਾ ਲਓ। ਮੂਲ ਮੰਤਰ ਦਾ ਪਾਠ ਕਰ ਲਓ 36 ਲੱਖ, ਜਾਂ ਕਰ ਲਓ ਗਿਆਨ ਅੰਜਨ ਗੁਰਦੀਆ ਗਿਆਨ ਅੰਧੇਰ ਵਿਨਾਸ਼, ਜਾਂ ਕਰ ਲਓ ਸੁਣਿਆ ਸਤ ਸੰਤੋ ਗਿਆਨ ਸੁਣਿਆ ਅਠਸਠ ਕਾ ਇਸਨਾਨ। ਪੜ ਪੜ ਪਾਵੇ ਮਾਨ ਸੁਣਿਆ ਲਾਗੈ ਸਹਿਜ ਧਿਆਨ, ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ। ਮਹਾਰਾਜ ਮੇਰੀ ਵਿਵੇਕ ਬੁੱਧੀ ਕਰ ਦਿਓ, ਅਪਗ੍ਰੇਡ ਬੁੱਧੀ ਕਰਾਉਣੀ ਪੈਂਦੀ ਆ। ਹੁਣ ਜਿਹੜੀਆਂ ਆਪਣੀਆਂ ਬੁੱਧੀਆਂ ਨੇ ਇਹ ਤੇ ਅੱਜ ਕੱਲ ਜਿਉਂ-ਜਿਉਂ ਮੈਂ ਦੇਖਦਾ, ਅੱਜ ਤੋਂ 50 ਸਾਲ ਪਹਿਲਾਂ ਲੋਕਾਂ ਦੀ ਬੁੱਧੀ ਥੋੜੀ ਠੀਕ ਸੀ, 40 ਫਿਰ ਹੋਰ ਕਰਦੇ। ਅੱਜ ਇੰਨੀ ਬੁੱਧੀ ਮੰਦੀ ਹੋ ਚੁੱਕੀ ਹੈ, ਖਤਰਾ ਲੱਗ ਰਿਹਾ ਵੀ ਆਉਣ ਵਾਲੇ 5-10 ਸਾਲਾਂ ਨੂੰ ਬੁੱਧੀ ਦਾ ਨਾਮ ਨਿਸ਼ਾਨ ਨਹੀਂ ਰਹਿਣਾ ਅੰਦਰ, ਮੰਦ ਬੁੱਧੀਆਂ ਹੋ ਜਾਣੇ ਆ। ਬੁੱਧੀ ਦਾ ਪ੍ਰਕਾਸ਼ ਵਧਾਉਣਾ ਤਾਂ ਬਾਣੀ ਪੜ੍ਹਨੀ ਪੈਣੀ ਹੈ। ਜਿਉਂ-ਜਿਉਂ ਬਾਣੀ ਪੜ੍ਹੋਗੇ ਸ਼ਬਦ ਨੇ ਸਾਡੀ ਬੁੱਧੀ ਨੂੰ ਵਧਾ ਦੇਣਾ। ਔਰ ਐ ਨਹੀਂ ਕਿ ਰਾਵਣ ਵਰਗੀ ਬੁੱਧੀ ਵੱਧ ਜਾਏਗੀ। ਰਾਵਣ ਦੀ ਬੁੱਧੀ ਸੀ, ਹਰਨਾਕਸ਼ ਕੋਲ ਵੀ ਬੁੱਧੀ ਸੀ, ਉਹ ਤਾਂ ਦੈਂਤ ਬਿਰਤੀ ਵਾਲੀ ਬੁੱਧੀ ਆ ਨਾ। ਇਹ ਤੁਹਾਡੀ ਆਤਮ ਵਿਸ਼ੈਣੀ ਬੁੱਧੀ। ਸਤਿਗੁਰੂ ਮਹਾਰਾਜ ਚੌਥੇ ਪਾਤਸ਼ਾਹ ਕਹਿੰਦੇ ਨੇ ਵਿਵੇਕ ਬੁੱਧ ਸਤਿਗੁਰ ਤੇ ਪਾਈ, ਵਿਵੇਕ ਬੁੱਧੀ ਹੋ ਜਾਣੀ ਹੈ। ਹੁਣ ਤਾਂ ਵੈਸੇ ਹੀ ਬੁੱਧੀ ਆ ਨਾ। ਆ ਸਾਰੇ ਲੋਕ ਮੇਰੇ ਕੋਲ ਆਉਂਦੇ ਨਿਆਣਾ ਪੜ੍ਹਦਾ ਨਹੀਂ ਹੈ। ਮੈਂ ਕਿਹਾ ਤੁਸੀਂ ਨਹੀਂ ਪੜ੍ਹਦੇ ਹੈ। ਕਹਿੰਦੇ ਅਸੀਂ ਹੁਣ ਕੀ ਪੜ੍ਹੀਏ, ਪਾਠ। ਜੇ ਨਿਆਣੇ ਨੂੰ ਬਾਣੀ ਪੜ੍ਹਾਉਣੀ ਹੈ ਆਪ ਪਾਠ ਕਰੋ। ਸੁਣਿਆ ਸਤ ਸੰਤੋਖ ਗਿਆਨ ਵਾਲੀ ਪੌੜੀ ਇੱਕ ਮਾਲਾ ਹੀ ਕਰ ਲਓ, ਮੂਹਰੇ ਜਲ ਰੱਖ ਕੇ ਉਹ ਜਲ ਨਿਆਣੇ ਨੂੰ ਉਹ ਨਿਆਣੇ ਦੀ ਬੁੱਧੀ ਵੱਧ ਜਾਊਗੀ। ਕਿਉਂਕਿ ਅਪਗ੍ਰੇਡ ਕਰਨੀ ਹੈ ਬੁੱਧੀ। ਮੀਟਰ ਤੇ ਆਪਾਂ ਛੋਟਾ ਮੀਟਰ ਲਵਾਇਆ, ਪੱਖਾ ਤੇ ਬੱਲਬ ਵੀ ਚਲਾਉਣਾ ਜੀ, ਚਲੋ ਲਾ ਗਏ। ਹੁਣ ਬਿਜਲੀ ਬੋਰਡ ਵਾਲਾ ਕੋਈ ਆ ਕੇ ਵੀ ਅਸੀਂ ਇੱਕ AC ਵੀ ਲਾਉਣਾ, ਕਹਿੰਦੇ ਹੁਣ ਮੀਟਰ ਵੱਡਾ ਕਰਨਾ ਪੈਣਾ। ਹੁਣ 4 AC ਲਾਉਣੇ, ਹੁਣ ਹੋਰ ਵੱਡਾ, ਫਿਰ 3 ਫੇਸ ਮੀਟਰ ਲੱਗਦਾ। ਕਿਸੇ ਮਹਾਂਪੁਰਖ ਦਾ ਮੀਟਰ 3 ਫੇਸ ਹੀ ਹੁੰਦਾ, ਕਿਉਂਕਿ ਬੰਦਗੀ ਬਹੁਤ ਕਰਦੇ ਨੇ। ਆਪਾਂ ਕਹਿੰਦੇ ਆ ਜਿਹੜੀ ਗੱਲ ਮਹਾਰਾਜ ਨੂੰ ਫੁਰਦੀ ਉਹ ਕਿਸੇ ਨੂੰ ਨਹੀਂ ਫੁਰਦੀ। ਜਿਹੜੀ ਸਤਿਗੁਰੂ ਨੂੰ ਫੁਰਦੀ ਆ ਨਾ ਗੱਲ, ਬਚਨ ਜਿਹੜਾ ਉਹਨਾਂ ਦਾ। ਬਾਬਾ ਕਲਾਧਾਰੀ ਜੀ 10ਵੇਂ ਪਾਤਸ਼ਾਹ ਕੋਲ ਗਏ, ਬੇਦੀ ਜੀ ਸੀਗੇ। ਕਹਿੰਦੇ ਮਹਾਰਾਜ ਅੱਗੇ ਔਲਾਦ ਰੁਕ ਗਈ, ਬੇਦੀ ਬੰਸ ਬੰਦ ਹੋ ਜਾਊਗੀ। ਸਤਿਗੁਰੂ ਕਹਿੰਦੇ ਅੰਮ੍ਰਿਤ ਛਕ ਲਓ। ਬੇਦੀ ਜੀ ਹੱਸਣ ਲੱਗ ਗਏ। ਕਹਿੰਦੇ ਹੱਸੇ ਕਿਉਂ? ਅਸੀਂ ਗੁਰੂ ਨਾਨਕ ਦੇ ਬੇਦੀ, ਸਾਨੂੰ ਅੰਮ੍ਰਿਤ ਛਕਣ ਦੀ ਕੀ ਲੋੜ ਹੈ? ਮਹਾਰਾਜ ਕਹਿੰਦੇ ਛਕ ਲਓ, ਫਿਰ ਅੱਗੇ ਔਲਾਦ ਹੋਣ ਲੱਗ ਜਾਊਗੀ। ਕਹਿੰਦੇ ਨਾ ਸਾਨੂੰ ਲੋੜ ਹੀ ਨਹੀਂ। ਮਹਾਰਾਜ ਨੇ ਮਨਾਇਆ ਮੰਨੇ ਹੀ ਨਹੀਂ। ਮਹਾਰਾਜ ਦਾ ਦਿਮਾਗ ਦੇਖਿਓ। ਹੁਣ ਸਤਿਗੁਰੂ ਕਹਿੰਦੇ ਬੇਦੀ ਜੀ ਆਹ ਜਿਹੜੀ ਗੱਦੀ ਤੇ ਬੈਠੇ ਐ ਇਹ ਕਿਹਦੀ ਹੈ? ਕਹਿੰਦੇ ਗੁਰੂ ਨਾਨਕ ਦੀ ਗੱਦੀ।
ਕਹਿੰਦੇ 10ਵੇਂ ਰੂਪ ਚ ਗੁਰੂ ਨਾਨਕ ਕਹਿ ਰਿਹਾ ਅੰਮ੍ਰਿਤ ਛਕ ਲਓ। ਚੁੱਪ ਕਰਕੇ ਅੰਮ੍ਰਿਤ ਛਕ ਲਿਆ ਬੇਦੀ ਜੀ ਨੇ। ਇਸ ਕਰਕੇ ਆ ਕਿ ਜਿਹੜੀ ਬੁੱਧੀ ਨਿਰੰਕਾਰ ਜੀ ਦੀ ਆ, ਸੱਚੇ ਪਾਤਸ਼ਾਹ ਵੈਸੇ ਬੁੱਧੀ ਹੈ ਨਹੀਂ, ਆਤਮਕ ਹੈ ਉਹਨਾਂ ਦਾ ਤਾਂ ਕੰਮ। ਬੁੱਧੀ ਤਾਂ ਐਵੇਂ ਮਾੜੀ ਜੀ ਹੁੰਦੀ, ਟਟਿਆਣਾ ਜਿਹੀ ਹੈ। ਇਹ ਕੋਈ ਆਪਣੇ ਕੋਲ ਆ, ਸਾਰਿਆਂ ਕੋਲ, ਜਿਹਦੇ ਵਿੱਚ ਮੈਂ ਦੀ ਆਵਾਜ਼ ਆਉਂਦੀ ਹੈ, ਜਿਹੜੀ ਹਮੇਸ਼ਾ ਮੈਂ ਕਰਦੀ ਫਿਰਦੀ ਰਹਿੰਦੀ। ਜਦੋਂ ਆਤਮਕ ਅਭਿਆਸੀ ਬਣ ਗਿਆ, ਜਦੋਂ ਬੁੱਧੀ ਛੱਡਤੀ, ਮਨ ਛੱਡਤਾ, ਕੇਵਲ ਆਤਮਕ ਪ੍ਰਕਾਸ਼ ਹੋਇਆ, ਤਾਂ ਮੈਂ ਹਟ ਜਾਂਦੀ। ਇਸ ਕਰਕੇ ਤੁਸੀਂ ਕਹਿੰਦੇ ਬਾਣੀ ਨਾਲ ਕੀ ਬਣਨਾ? ਬਾਣੀ ਨਾਲ ਹੀ ਕਿਰਪਾ ਹੋਣੀ ਆ। ਬਾਣੀ ਪੜ੍ਹਿਆ ਕਰੋ, ਬਾਣੀ ਪੜ੍ਹਨ ਵਿੱਚ ਕਿਰਪਾ ਹੈ। ਕਹਿੰਦੇ ਖਾਲਸਾ ਕੌਣ ਹੈ? ਜਾਗਤ ਜੋਤ ਜਪੈ ਨਿਸਬਸਤਰ, ਏਕ ਬਿਨਾ ਮਨ ਨਾਇਕ ਨਾ ਆਨੈ। ਅੱਗੇ ਚਲੋ ਵਰਤਾਂ ਨੂੰ ਰੋਕਿਆ, ਸਭ ਕੋ ਰੋਕ ਕੇ ਅਖੀਰ ਤੇ ਚੌਥੀ 33 ਸਵਈਆਂ ਵਿੱਚ ਆਏ, ਪਹਿਲਾ ਹੀ ਸਵਈਆ ਤੇ ਅੱਗੇ ਲਾਸਟ ਕੀ ਲਿਖਿਆ ਚੌਥੀ ਪੰਕਤੀ ਚ? ਪੂਰਨ ਜੋਤ ਜਗੈ ਘਟ ਮਹਿ। ਜਗਦੀ ਤਾਂ ਹੁਣ ਵੀ ਆ। ਤਬ ਖਾਲਸ ਤਾਹੇ ਨ ਖਾਲਸ ਜਾਂਦਾ। ਜੋਤ ਨੂੰ ਕੀ ਲਿਖਿਆ? ਗੁਰ ਸਾਖੀ ਜੋਤ ਪ੍ਰਗਟ ਹੋਏ। ਕੀ ਲਿਖਿਆ? ਪ੍ਰਗਟੀ ਜੋਤ ਮਿਲੇ RAM ਪਿਆਰੇ। ਜੋਤ ਪ੍ਰਗਟ ਹੋਊ ਤਾਂ RAM ਪਿਆਰੇ ਜੀ ਮਿਲ ਗਏ ਬਸ। ਕਿਉਂਕਿ ਸਭ ਮੈਂ ਜੋਤ ਜੋਤ ਹੈ ਸੋਏ, ਉਹ ਜੋਤ ਰੂਪ ਆਪ ਗੁਰੂ ਨਾਨਕ ਕਹਾਇਓ। ਉਹ ਜੋਤ ਆਪ ਹੀ ਪਰਮੇਸ਼ਰ ਹੈ। ਤੁਸੀਂ ਪਰ ਕੀ ਕੀਤਾ? ਜਿਉਂ ਤੁਸੀਂ ਜੰਮੇ ਹੋ ਨਾ ਸਭ, ਹੁਣ ਟਰੈਕਟਰ ਲੈ ਲਈਏ, ਹੁਣ ਟਰਾਲੀ ਲੈ ਲਈਏ, ਹੁਣ ਨਿਆਣਿਆਂ ਨੂੰ ਪੜ੍ਹਾ ਲਈਏ, ਆਪ ਪੜ੍ਹ ਲਈਏ, ਹੁਣ ਘਰ ਵੱਡਾ ਬਣਾ ਲਈਏ, ਬਣਾਈ ਜਾਓ। ਸਾਰੀ ਜ਼ਿੰਦਗੀ ਜ਼ੋਰ ਲਾ ਲੋ ਕਿ ਚਲੇ ਜਾਇਓ, ਤੇ ਉਹ ਸਾਰਾ ਕੁਝ ਨਿਆਣਿਆਂ ਸਾਂਭ ਲੈਣਾ ਤੁਹਾਡਾ। ਤੇ ਜੋਤ ਨਾ ਮਾਂ ਦੇ ਪੁੱਤੋ ਪ੍ਰਗਟ ਕਰਿਓ, ਜਿਹਦੇ ਨਾਲ ਸਿੱਖ ਕਹਾਉਣਾ ਤੁਸੀਂ। ਜੇ ਤੁਸੀਂ ਕਹਾਂ ਸਾਰੇ ਬੈਠੇ ਹੀ ਸਿੱਖਾਂ, ਠੀਕ ਆ ਸਿੱਖਾਂ, ਪਰ ਮਹਾਰਾਜ ਕਹਿੰਦੇ ਖਾਲਸਾ ਕਦੋਂ ਬਣਨਾ ਬਈ? ਆਤਮ ਰਸ ਜੇ ਜਾਣ ਨਹੀਂ, ਸੋ ਹੈ ਖਾਲਸ ਦੇਵ। ਪ੍ਰਭ ਮੈਂ ਮੋਹ ਮੈਂ ਤਾਸ ਮੈਂ, ਰੰਚਕ ਨਾਹੀ ਭੇਵ। ਕਹਿੰਦੇ ਆਤਮਕ ਰਸ ਆਇਆ, ਜੋਤ ਪ੍ਰਗਟ ਹੋਈ, ਉਹ ਤਾਂ ਹੋਈ ਨਹੀਂ ਮਹਾਰਾਜ। ਕਹਿੰਦੇ ਫਿਰ ਤਾਕਤ ਕਿੱਥੋਂ ਆਉਣੀ? ਜਦੋਂ ਜੋਤ ਪ੍ਰਗਟ ਹੋਣ ਤੋਂ ਪਹਿਲੇ ਅਭਿਆਸ ਕਰਦਿਆਂ ਬੜੇ ਸਿੰਘ ਸਾਡਾ ਕਈ ਵਾਰ ਕਥਾ ਸੁਣਨ ਆ ਜਾਂਦੇ। ਇੱਕ ਸਿੰਘ ਉੱਥੇ ਅੰਮ੍ਰਿਤਸਰ ਡਿਸਟ੍ਰਿਕਟ ਵਿੱਚ ਗਏ 15 ਦਿਨ ਪਹਿਲਾਂ, ਮੈਨੂੰ ਤਾਂ ਕਿਸੇ ਹੋਰ ਸਿੰਘ ਨੇ ਦੱਸਿਆ ਸੀ ਵੀ ਕਾਫੀ ਜਾਣੇ ਆਏ ਸੀ ਅੱਜ। ਉਹ ਕਹਿੰਦਾ ਬਾਬਾ ਜੀ ਇੱਕ ਨਹੀਂ ਸਮਝ ਲੈ ਵੀ ਕਥਾ 'ਚ ਬੈਠਿਆ ਇੰਨੀ ਵਧੀਆ ਖੁਸ਼ਬੂ ਆ ਰਹੀ ਸੀ। ਮੈਂ ਕਿਹਾ ਕੋਈ ਆ ਕੇ ਗਿਆ ਸੀ ਤਾਂ ਆ ਰਹੀ ਸੀ। ਇੱਕ ਖੁਸ਼ਬੂ ਹੁੰਦੀ ਆਪਣੇ ਅੰਦਰ ਖੁਸ਼ਬੂ ਵੀ ਆ, ਅੰਦਰ ਸਾਰਾ ਕੁਝ। ਆਤਮਿਕ ਤੌਰ ਤੇ ਜਦੋਂ ਪ੍ਰਫੁੱਲਤ ਹੁੰਦੇ ਆ, ਜਦੋਂ ਪ੍ਰਕਾਸ਼ ਹੋਣਾ ਸ਼ੁਰੂ ਹੁੰਦਾ ਆਤਮਾ ਦਾ, ਪ੍ਰਕਾਸ਼ ਹੋਣ ਦੇ ਨਾਲ ਨਾਲ ਹੀ ਰਿੱਧੀਆਂ ਸਿੱਧੀਆਂ ਵੀ ਆਉਣੀਆਂ ਸ਼ੁਰੂ ਹੋ ਜਾਂਦੀਆਂ। ਉੱਥੇ ਹੀ ਗੇੜਾ ਵੱਜਦਾ ਫਿਰ ਉਹਨਾਂ ਦਾ। ਜੇ ਤੁਹਾਨੂੰ ਕਹੀ ਰਵੇਂ ਅੱਜ ਜੋੜ ਮੇਲੇ ਤੇ ਬਾਬਿਆਂ ਨੇ ਕੁਛ ਨਹੀਂ ਬਣਾਉਣਾ, ਇੱਕ ਤੇ ਦਾਲ ਮਿਲੂਗੀ ਮਾਂ ਦੀ ਤੇ ਰੋਟੀ ਮਿਲੂਗੀ ਬਿਨਾਂ ਘਿਓ ਦੀ, ਫਿਰ ਅੱਧੇ ਝੜ ਜਾਣੇ ਆ। ਲੈ ਜੇ ਜਲੇਬੀਆਂ ਨਹੀਂ, ਮਖਾਣੇ ਨਹੀਂ, ਖੁਰਮੇ ਨਹੀਂ, ਖੀਰ ਨਹੀਂ ਬਣੀ, ਉੱਥੇ ਲੈਣ ਵੀ ਕੀ ਜਾਣਾ, ਤਾਂ ਘਰੇ ਹੀ ਖਾ ਲਾਂਗੇ ਆਪਾਂ। ਤੇ ਜੇ ਇੱਥੇ ਅੱਜ ਬਣਾ ਦਈਏ ਵੀ ਇੰਨੀਆਂ ਸਵਾਦ ਦੀਆਂ ਚੀਜ਼ਾਂ, ਫਿਰ ਤੁਸੀਂ ਰਿੱਧੀਆਂ ਸਿੱਧੀਆਂ ਨੂੰ ਗੇੜੇ ਲਾਉਣੇ ਆ ਵੀ ਬੜਾ ਸਵਾਦ ਬਣਿਆ ਸੀ। ਜਦ ਸਾਡੇ ਹਿਰਦੇ ਦੇ ਵਿੱਚ ਪ੍ਰਕਾਸ਼ ਹੁੰਦਾ ਨਾ, ਸਾਰੀਆਂ ਤਾਕਤਾਂ ਉਹ ਖੁਸ਼ਬੂ ਨੂੰ ਲੈਣ ਆਉਂਦੀਆਂ। ਤੇ ਜਦੋਂ ਪੂਰਾ ਪ੍ਰਕਾਸ਼ ਹੋ ਗਿਆ, ਉਦੋਂ ਮਹਾਰਾਜ ਕਹਿੰਦੇ ਨੇ ਫੇਰ ਫੌਜਾਂ ਦੇ ਪਹਿਰੇ ਸ਼ੁਰੂ ਹੋ ਜਾਂਦੇ। ਉਦੋਂ ਸ਼ਹੀਦ ਸਿੰਘ ਉਦੋਂ ਹੀ ਆਉਣੇ ਸ਼ੁਰੂ ਹੋ ਜਾਂਦੇ ਨੇ, ਕਿਉਂਕਿ ਨਿਰੰਕਾਰ ਜੀ ਨੇ ਉਸ ਰੂਹ ਦੇ ਉੱਤੇ ਬਖਸ਼ਿਸ਼ ਕਰ ਦਿੱਤੀ ਹੈ। ਇਹ ਸਾਡਾ, ਇਹ ਪ੍ਰਵਾਨ ਹੋ ਚੁੱਕਿਆ, ਉਹਦੇ ਦੁਆਲੇ ਦੁਆਲੇ ਕਿੰਨਾ ਹੀ ਪਹਿਰਾ ਹੋ ਜਾਂਦਾ। ਫਿਰ ਇਸ ਕਰਕੇ ਆਪਾਂ ਸੰਗਤਾਂ ਨੇ ਜਿਹੜੀ ਜੋਤ ਵਾਲੇ ਜ਼ਰੂਰ ਵਿਚਾਰ ਕਰਨੀ ਹੈ। ਚੱਲ ਥੋੜਾ ਹੀ ਸਹੀ, ਕਦੇ 5 ਮਿੰਟ 10 ਮਿੰਟ ਸਿਮਰਨ ਕਰ ਲਿਆ ਕਰੋ। ਇੱਕ ਇੱਛਾ ਤਾਂ ਰੱਖੋ ਕਿ ਪ੍ਰਮਾਤਮਾ ਦਰਸ਼ਨ ਤਾਂ ਦਿਓ, ਜਿਹਦੀ ਕਿਰਪਾ ਨਾਲ ਆਪਾਂ ਸਾਰਾ ਕੁਝ ਖਾਣੇ ਪੀਣੇ ਪਹਿਰਦੇ ਆ। ਉਹਨੂੰ ਕਹੋ ਤਾਂ ਸਹੀ ਦਰਸ਼ਨ ਦੇਣ। ਜਿਵੇਂ ਮੈਂ ਅਮਰੀਕਾ 'ਚ ਸੀਗਾ, ਉਹ ਬੰਦਾ ਸਮਾਨ ਜਿਹਾ ਲੈਣਾ ਸਟੋਰ ਤੋਂ, ਮੈਨੂੰ ਕਹਿੰਦਾ ਲੈਟਰੀ ਪਾ ਲਾਂ, ਉੱਥੇ ਲੈਟਰੀਆਂ ਜਿਹੀਆਂ ਚੱਲਦੀਆਂ।
मैं कहा भी मैंने तो पता नहीं ना हिसाब। कहना चलो $10 ही है, जे निकलिया ही ठीक आ, नहीं निकलूगी पर्ची सुट दांगे। भी $10 च की पता कई मिलियन भी आ सकते हैं। ਉੱਥੇ ਲੈਟਰੀ ਜ਼ਰੂਰ ਪਾਉਂਦੇ ਆ। ਸੜਕਾਂ ਵਾਲੇ ਸੜਕ ਤੇ 100 ਰੁਪਏ ਲੈਟਰੀ ਆਪਣੇ 50 ਦੀ ਆ, ਕੋਈ 10 ਰੁਪਏ ਦੀ ਵੀ। ਇਹ ਅਗਲਾ ਕਹਿੰਦਾ ਚਾਂਸ ਲੈ ਲੈ, ਪਰਮਾਤਮਾ ਦੀ ਪ੍ਰਾਪਤੀ ਦਾ ਵੀ ਲੈ ਲਿਆ ਕਰੋ ਚਾਂਸ। ਚੱਲ ਅੱਜ ਬਹਿ ਕੇ 5 ਜਪਜੀ ਸਾਹਿਬ ਕਰਦੇ ਆ, ਦਰਸ਼ਨਾਂ ਦੀ ਇੱਛਾ ਰੱਖ ਕੇ। ਤੁਸੀਂ ਪਾਠ ਕਰਦੇ ਆ, ਉਦੋਂ ਹੀ ਤੁਸੀਂ ਕਹਿੰਦੇ ਆ ਮੇਰੇ ਕੰਮਕਾਰ ਬਣ ਜੇ, ਮੈਨੂੰ ਪੈਸੇ ਆ ਜਾਣ, ਨੌਕਰੀ ਮਿਲ ਜੇ, ਬੱਚਾ ਪਾਸ ਹੋ ਜੇ। ਤੁਸੀਂ ਆਪਣੀ ਜਿੰਨੀ ਵੀ ਬਾਣੀ ਪੜ੍ਹਦੇ ਹੋ ਸਾਰੀਆਂ ਇੱਛਾਵਾਂ ਹੀ ਪੂਰੀਆਂ ਕਰਾਉਂਦੇ ਰਹਿੰਦੇ ਹੋ, ਕਦੇ ਪ੍ਰਮਾਤਮਾ ਦੀ ਪ੍ਰਾਪਤੀ ਲਈ ਕਦੇ ਨਹੀਂ ਤੁਸੀਂ ਕੀਤਾ। ਪ੍ਰਾਪਤੀ ਵਾਸਤੇ ਕਰੋ, ਭਾਵੇਂ ਥੋੜਾ ਕਰੋ, ਉਹਨਾਂ ਨੂੰ ਵੀ ਪਿਆਰ ਜਾਗੇ ਵੀ ਅੱਜ ਕੋਈ ਉੱਠਿਆ ਬਈ ਸਿੱਖ ਜਿਹੜਾ ਮੇਰੇ ਲਈ ਨਿਸ਼ਕਾਮ ਪਾਠ ਕਰੇ। ਆਹ ਸਿੱਖ ਨੇ ਨਹੀਂ ਮੰਗਿਆ ਕੁਛ ਮੈਥੋਂ। 5 ਸੁਖਮਨੀ ਸਾਹਿਬ ਰੋਜ਼ ਕਰਦਾ, ਪਰ ਕਹਿੰਦਾ ਨਹੀਂ ਨਿਰੰਕਾਰ ਜੀ ਚਾਹੀਦਾ ਕੁਛ ਨਹੀਂ, ਅੱਧੀ ਤੇ ਹੀ ਗੁਜ਼ਾਰਾ ਕਰ ਲਾਂਗੇ, ਮੈਨੂੰ ਤੇਰੇ ਦਰਸ਼ਨ ਚਾਹੀਦੇ ਆ। ਕਹਿੰਦੇ ਸ਼ੁਕਰ ਆ ਕੋਈ ਮੇਰਾ ਵੀ ਹੈ ਇਹਨਾਂ ਚ। ਆਪਾਂ ਤੇ ਸਾਰੇ ਸ਼ਹੀਦ ਸਿੰਘ ਕਹਿੰਦੇ ਹੁੰਦੇ ਸਿੰਘਾਂ ਨੂੰ, ਗੁੱਸਾ ਨਾ ਕਹਿੰਦੇ ਜਿੰਨੇ ਆਉਂਦੇ ਲੋੜਵੰਦ ਨੇ ਸਭ। ਫੌਜਾਂ ਹੀ ਕਹਿੰਦੀਆਂ ਮੈਂ ਕੀ ਕਹਾਂ, ਕਿਉਂ ਜੀ? ਕਹਿੰਦੇ ਇਹਨਾਂ ਚੋਂ 2-4 ਆ ਜਿਹੜੇ ਸਿੱਖੀ ਤੇ ਨਾਮਦਾਨ ਮੰਗਦੇ ਆ, ਬਾਕੀ ਤਾਂ ਸਾਰੇ ਮੱਥਾ ਟੇਕਦੇ ਆ। ਜਾ ਕੇ ਆਉਣੇ ਆ ਬਾਬਿਆਂ ਦੇ, ਜੇ ਬੱਚਾ ਹੋ ਜੇ ਸਾਡੇ ਮਹਾਰਾਜ ਦੇ ਜਾ ਕੇ ਆਉਣੇ ਆ, ਜੇ ਸਾਡਾ ਕਿਤੇ ਵੀਜ਼ਾ ਹੀ ਲੱਗ ਜੇ ਜਾਂ ਅਮਰੀਕਾ ਹੀ ਜਾ ਵੜੀਏ ਜਾ ਕੇ ਆਉਣੇ ਮਹਾਰਾਜ ਦੇ, ਜੇ ਮੇਰਾ ਸਿਰ ਦਰਦ ਹੀ ਹਟ ਜੇ। ਉਹ ਵਪਾਰੀਓ ਜਾਂ ਕਹਿ ਲੋ ਮੰਗਤੇ ਹੋ, ਤੁਸੀਂ ਮੰਗੀ ਜਾਓਗੇ ਮਹਾਰਾਜ ਤੋਂ। ਮਹਾਰਾਜ ਕਹਿੰਦੇ ਚੀਜ਼ਾਂ ਮੰਗਦੇ, ਮੈਨੂੰ ਕੋਈ ਨਹੀਂ ਮੰਗਦਾ। ਮਹਾਰਾਜ ਨੂੰ ਤਾਂ ਮੰਗ। ਤੁਹਾਡੇ ਨਿਆਣੇ ਵੀ ਤੁਹਾਡੇ ਨਾਲ ਫਿਰ ਐਂ ਕਰਨ ਲੱਗ ਪਏ, ਬਾਪੂ ਪੈਸੇ ਦੇ ਦੇ, ਤੂੰ ਭਾਵੇਂ ਨਾ ਆਈ, ਤੂੰ ਇਹਦੇ ਘਰ ਹੀ ਰਹਿ, ਤੂੰ ਕੀ ਕਰਨੇ ਆ, ਲਿਆ ਮੈਨੂੰ ਪੈਸੇ ਦੇ, ਲਿਆ ਮੈਨੂੰ ਪੈਸੇ ਦੇ, ਲਿਆ ਮੈਨੂੰ ਪੈਸੇ ਦੇ। ਬਾਪੂ ਤੂੰ ਕਦੋਂ ਕੁ ਮਰਨਾ, ਆ ਜਾਇਦਾਦ ਸਾਰੀ ਮੈਨੂੰ ਦੇ, ਤੂੰ ਮਰ ਪਰਾਂ, ਹੋਰ ਸੈਨ ਕਰਾਈਏ ਤੇਰੇ। ਏਦਾਂ ਹੀ ਮੈਂ ਮਹਾਰਾਜ ਨਾਲ ਵੀ ਕਰਨ ਲੱਗ ਪਏ ਆ ਕਿ ਮਹਾਰਾਜ ਜੀ ਤੁਹਾਡੀ ਤਾਂ ਲੋੜ ਨੀ ਗੀ, ਤੁਸੀਂ ਬਸ ਮਾਇਆ ਦੇਈ ਜਾਓ, ਪਦਾਰਥ ਦੇਈ ਜਾਓ। ਮਹਾਰਾਜ ਕਹਿੰਦੇ ਮੇਰਾ ਪਿਆਰਾ ਕੌਣ ਹੈ? ਤਾਈਓ ਤਾਂ ਕਹਿੰਦੇ ਨਾ 5 ਪਿਆਰੇ ਜਿਹਨੇ ਸੀਸ ਦਿੱਤਾ, ਉਹ ਜਿਹੜੇ ਗੁਰੂ ਨੂੰ ਖੜੇ ਹੋ ਗਏ ਉੱਠ ਕੇ ਵੀ ਮੇਰਾ ਸੀਸ ਲਓ, ਉਹ ਆ ਪਿਆਰੇ। ਤੇ ਹੋਰ ਕਿੰਨੇ ਕੁ ਪਿਆਰੇ ਤੁਹਾਡੇ ਚੋਂ? ਕਿਹੜਾ ਪਿਆਰਾ ਬੈਠਾ ਗੁਰੂ ਦਾ? ਗੁਰੂ ਦਾ ਜਦ ਮਹਾਰਾਜ ਨੇ ਸੀਸ ਸਰਜੀਤ ਕਰਤੇ, ਫਿਰ 5 ਜਾਣੇ ਉੱਠ ਖੜੇ। ਐ ਤਾਂ ਕੁੱਲ ਟੋਟਲ 25 ਜਾਣੇ ਹੋਏ ਸੀ ਬਾਅਦ ਤੱਕ। ਜਿਹੜੇ ਪਹਿਲੇ 5 ਉੱਠੇ ਭਾਈ ਦੇਵਾ ਸਿੰਘ, ਟਹਿਲ ਸਿੰਘ, ਰਾਮ ਸਿੰਘ, ਫਤਿਹ ਸਿੰਘ। ਮਹਾਰਾਜ ਸਾਡਾ ਵੀ ਸੀਸ ਹਾਜ਼ਰ ਹੈ। ਜਦ ਦੇਖਿਆ ਟ੍ਰੇਲਰ ਜਿਹਾ ਵੀ, ਤਾਂ ਜਿਉਂਦੇ ਵੀ ਕਰ ਦਿੰਦੇ ਆ ਵੀ ਚਲ ਆਪਾਂ ਵੀ ਦੇ ਕੇ ਦੇਖ ਲੈਂਦੇ ਆ। ਸਤਿਗੁਰੂ ਕਹਿੰਦੇ ਨਹੀਂ, ਤੁਹਾਡੇ ਸੀਸ ਪ੍ਰਵਾਨ ਹੈ ਸਿੰਘੋ, ਪਰ ਪਿਆਰੇ ਇਹੀ ਨੇ 5। ਹਾਂ ਤੁਹਾਨੂੰ 5 ਮੁਕਤਿਆਂ ਦਾ ਖਿਤਾਬ ਦਿੰਦੇ ਆ। ਤੁਹਾਡੇ ਵੀ ਨਿਸ਼ਾਨ ਸਾਹਿਬ ਚੱਲਣਗੇ, ਜਿਹੜੇ 5 ਸ੍ਰੀ ਸਾਹਿਬਾਂ 5 ਪਿਆਰੇ ਲੈ ਕੇ ਚੱਲਦੇ ਆ ਨਗਰ ਕੀਰਤਨ ਵਿੱਚ। ਉਹਨਾਂ ਦੇ ਮੂਹਰੇ ਜਿਹੜੇ 5 ਨਿਸ਼ਾਨ ਸਾਹਿਬਾਂ ਵਾਲੇ ਚੱਲਦੇ ਆ, ਉਹ ਊਂ ਹੀ ਨਹੀਂ ਹੁੰਦੇ ਵੀ ਉਹਨਾਂ ਨਿਸ਼ਾਨ ਸਾਹਿਬ ਦੇ ਕੇ ਤੋਰਿਆ ਹੋਇਆ। ਉਹ 5 ਮੁਕਤਿਆਂ ਦੇ ਨਿਸ਼ਾਨ ਸਾਹਿਬ ਹੈ, ਇਹ 5 ਪਿਆਰੇ ਆ। ਹੁਣ ਤੁਸੀਂ ਕਿੰਨਿਆਂ ਕਨੇ ਪਿਆਰੇ ਬਣਨਾ ਦੇਖੋ ਬਈ। ਇਸ ਕਰਕੇ ਆਪਾਂ ਗੁਰੂ ਦੇ ਪਿਆਰ ਵਾਲੇ ਬਣੀਏ। ਮੁੱਕਦੀ ਗੱਲ ਤਾਂ ਇਹ ਆ, ਇੱਕ ਸਿੰਘ ਕਹਿੰਦਾ ਸੀ, ਕਹਿੰਦਾ ਸਾਡਾ ਬਾਪੂ, ਉਹ ਸਰਦਾ ਬੜੀ ਸੀ, ਦਰਸ਼ਨ ਵੀ ਹੁੰਦੇ ਸੀ, ਕਹਿੰਦਾ ਸਾਡਾ ਅਸਲੀ ਭੋਲੇਨਾਥ ਤੇ ਸਾਡਾ ਬਾਪੂ ਆ। ਮੈਂ ਕੀ ਗੱਲ? ਕਹਿੰਦਾ 5 ਕਕਾਰ ਤੇ ਹੀ ਖੁਸ਼ ਹੋ ਜਾਂਦਾ। ਕੋਈ 5 ਕਕਾਰ ਪਾ ਲਵੇ ਨਾ ਤੇ ਬਾਣਾ ਪਾ ਲਵੇ ਨਾ, ਤੇ ਮਹਾਰਾਜ ਜੀ ਬਹੁਤ ਖੁਸ਼ ਹੁੰਦੇ ਵੀ ਇਹ ਮੇਰਾ ਪੁੱਤਰ ਬਣ ਗਿਆ। ਕਲਗੀਆਂ ਵਾਲੇ ਬਸ ਇਹ ਖੁਸ਼ ਰਹਿੰਦੇ। ਇੱਥੇ ਜਿਹੜਾ ਸਿੱਖ ਅੱਜ ਦਾ ਮੰਦਬੁੱਧੀ ਸਿੱਖ ਆ, ਉਹਨੂੰ ਕਹੇ ਕਿਰਪਾਨ ਪਾ ਲੈ, ਇਹ ਅੱਗੇ ਸਲਾਹ ਦਿੰਦਾ ਬੁੱਧੀ, ਖੋਟੀ ਬੁੱਧੀ ਚੋਂ ਲੈ। ਹੁਣ ਤਾਂ ਪਿਸਤੌਲਾਂ ਚੱਲ ਪਈਆਂ, ਹੁਣ ਤਾਂ ਟੈਂਕ ਤੋਪਾਂ ਆ ਗਈਆਂ। ਸੰਤ ਕਰਤਾਰ ਸੋਹਣੀ ਕਹਿੰਦੇ ਹੁੰਦੇ ਸੀ, ਕਹਿੰਦੇ ਉੱਥੇ ਰਾਹ 'ਚ ਕੁੱਤਾ ਮਗਰ ਪੈ ਜੇ ਤੇ ਫਿਰ ਕਰੀ ਫੋਨ ਟੈਂਕ ਵਾਲੇ ਨੂੰ ਵੀ, ਆਈ ਬਈ ਟੈਂਕ ਲੈ ਕੇ ਆਈ। ਕਰੇ ਜੇ 3 ਫੁੱਟੀ ਫੜੀ ਹੋਊਗੀ, ਕੁੱਤਾ ਵੀ ਡਰਦਾ ਵੀ ਗਲ ਲਾ ਕੇ ਉਹ ਕਰਨਾ ਨੇ। ਸ੍ਰੀ ਸਾਹਿਬ ਹੀ ਹੈ।
ਮੇਰੀ ਗੱਲ ਸੁਣ ਲਓ, ਇਹ ਥੋੜਾ ਚਿਰ ਦੀਆਂ ਖੇਡਾਂ ਨੇ। ਐਟਮ ਊਟਮ ਬੰਬ ਜੇ ਸਾਰਾ ਚੱਲ ਚਲੋ ਹਟਿਆ ਜਦੋਂ ਨਾ, ਬਾਅਦ ਤੇ ਡੰਡੇ ਸੋਟਿਆਂ ਦੀ ਜੰਗ ਹੀ ਹੋਣੀ। ਆਇਨਸਟਾਈਨ ਜਿਹਨੇ ਐਟਮ ਬੰਬ ਬਣਾਏ ਨੇ, ਉਹ ਵੀ ਕਹਿ ਗਿਆ ਵੀ ਤੀਜੀ ਜਿਹੜੀ ਜੰਗ ਹੈ ਉਹ ਹੋਊਗੀ ਐਟਮ ਬੰਬਾਂ ਦੀ, ਚੌਥੀ ਜਿਹੜੀ ਜੰਗ ਹੋਊਗੀ ਉਹ ਡੰਡਿਆਂ ਸੋਟਿਆਂ ਦੀ ਤੇ ਸ੍ਰੀ ਸਾਹਿਬਾਂ ਦੀ ਉਹ ਹੋਣੀ ਆ। ਤੁਸੀਂ ਕਹਿੰਦੇ ਹੋ ਇਹ ਕੰਮ ਨਹੀਂ ਆਉਂਦੀ। ਇਸ ਕਰਕੇ ਵੀ ਸ੍ਰੀ ਸਾਹਿਬ ਸੱਚੇ ਪਾਤਸ਼ਾਹ ਨੇ ਬਖਸ਼ ਕੀਤੀ, 5 ਕਕਾਰਾਂ ਦਾ ਸਤਿਕਾਰ ਕਰਨਾ। ਮੈਂ ਤਾਂ ਕਈ ਗੱਲਾਂ ਤਾਂ ਬੜੀਆਂ ਹਾਸੇ ਦੀਆਂ ਹੁੰਦੀਆਂ ਜਾਂ ਐਵੇਂ ਵੀ ਆਉਂਦਾ ਵੀ ਸੁਣਾਈਏ ਕਿਵੇਂ ਤੁਹਾਨੂੰ। ਇੱਕ ਸਿੰਘ ਬਾਹਰਲੇ ਦੇਸ਼ 'ਚ ਕਿਤੇ ਇੰਨੀ ਬੰਦਗੀ ਆ ਉਹਦੀ, 22 ਘੰਟੇ ਮੈਂ ਕਹਿੰਦਾ ਵੀ ਸਾਰੀਆਂ ਸ਼ਕਤੀਆਂ ਹੀ ਦੁਆਲੇ ਘੁੰਮਦੀਆਂ, ਪਰ ਪ੍ਰਵਾਨ ਨਹੀਂ ਕਰਦਾ, ਹੈ ਬਾਹਰਲਾ ਹੀ ਆ, ਉਧਰ ਦਾ ਹੀ ਜੰਮ ਵਾਲਾ। ਉਹਨੇ ਅੰਮ੍ਰਿਤ ਛਕ ਲਿਆ। ਉਹ ਕਕਾਰਾਂ ਦਾ ਇੰਨਾ ਸਤਿਕਾਰ ਕਰਦਾ, ਇੰਨਾ ਸਤਿਕਾਰ ਕਰਦਾ ਵੀ ਜੇ ਉਹਨੇ ਬਾਥਰੂਮ ਜਾਣਾ ਸਾਰੇ ਕਕਾਰ ਰੱਖ ਕੇ ਕੱਪੜਾ ਵਿਛਾ ਕੇ ਮੰਜੇ ਤੇ ਰੱਖ ਜਾ ਕਰੇ, ਤੇ ਬੰਦਗੀ ਬਹੁਤ ਕਰੇ ਪਰ ਉਹਦੀ ਅਵਸਥਾ ਸਿਰੇ ਨਹੀਂ ਸੀ ਲੱਗ ਰਹੀ। ਮਹਾਰਾਜ ਨੇ ਫਿਰ ਇੱਕ ਸਿੰਘ ਨੂੰ ਕਿਹਾ ਵੀ ਉਹਨੂੰ ਸਮਝਾ ਕੇ ਆਓ ਵੀ ਐ ਨਹੀਂ ਕਰਨਾ। ਕਕਾਰ ਲਾ ਜਾਂਦਾ, ਫਿਰ ਰਹਿਤ ਭੰਗ ਹੋ ਜਾਂਦੀ ਹੈ। ਫਿਰ ਜਦ ਉਹਦੇ ਕੋਲ ਜਾ ਕੇ ਉਹਨੂੰ ਸਮਝਾਇਆ ਵੀ ਤੂੰ ਕਕਾਰ ਕਿਉਂ ਲਾਉਣਾ, ਕਹਿੰਦਾ ਮੇਰੇ ਪਿਤਾ ਜੀ ਦੇ ਨੇ, ਮੈਂ ਲੈਟਰਨ 'ਚ ਲੈ ਕੇ ਜਾਵਾਂ ਕਿਰਪਾਨ, ਮੈਂ ਲੈਟਰਨ 'ਚ ਕੰਘਾ ਲੈ ਕੇ ਜਾਵਾਂ, ਇਹ ਪਿਤਾ ਜੀ ਦੇ ਨੇ, ਮੇਰੇ ਦੇ ਨੇ। ਉਹ ਕਹਿੰਦਾ ਨਹੀਂ ਸਿੰਘਾ, ਇੰਨੀ ਪਰਮਿਸ਼ਨ ਉਹਨਾਂ ਵੱਲੋਂ ਹੀ ਹੈ, ਕਕਾਰ ਅੱਡ ਨਹੀਂ ਕਰਨੇ। ਕਹਿੰਦਾ ਚੱਲ ਅੱਜ ਤੋਂ ਪਾ, ਵੀ ਸਾਨੂੰ ਮਹਾਰਾਜ ਦਾ ਹੁਕਮ ਹੋਇਆ ਵੀ ਉਹਨੂੰ ਲਾ ਕੇ ਆਓ। 5 ਦਿਨ ਸਿਰਫ ਕਕਾਰ ਪਹਿਨੇ ਆ, ਤੇ 5 ਦਿਨਾਂ ਵਿੱਚ ਉਹ ਪ੍ਰਕਾਸ਼ ਮਿਲ ਗਿਆ ਜਿਹਨੂੰ ਉਹ ਉਡੀਕਦਾ ਸੀ ਕਈ ਸਾਲਾਂ ਤੋਂ। ਮਹਾਰਾਜ ਦੀਆਂ ਖੁਸ਼ੀਆਂ ਹੋ ਗਈਆਂ। ਤੁਸੀਂ ਵੀ ਇਹ ਆਪਣੀ ਬੁੱਧੀ ਘੱਟ ਲੜਾਇਆ ਕਰੋ ਵੀ ਦੇਖੋ ਜੀ ਦਿਲ ਸਾਫ਼ ਚਾਹੀਦਾ, ਜਾਂ ਜਿਹੜੇ ਦੇਖੋ ਜੀ ਕੇਸਾਂ ਨਾਲ ਕੀ ਹੁੰਦਾ, ਦਿਲ ਸਾਫ਼ ਚਾਹੀਦਾ ਜੀ, ਦਿਲ ਸਾਫ਼ ਚਾਹੀਦਾ। ਜੇ ਦਿਲ ਸਾਫ਼ ਹੋ ਗਿਆ ਉਦੋਂ ਹੀ ਤਾਂ ਪ੍ਰਕਾਸ਼ ਹੋ ਜਾਣਾ। ਦਿਲ ਤਾਂ ਮੈਲਾ ਤੁਹਾਡਾ, ਇਹ ਐਵੇਂ ਕਲਯੁਗੀ ਗੱਲਾਂ ਕਰਨੀਆਂ। ਸੋ ਇਸ ਕਰਕੇ ਸਰਬੱਤ ਸੰਗਤਾਂ ਇਹਨਾਂ ਵਿਚਾਰਾਂ ਦੇ ਨਾਲ ਤੁਸੀਂ ਸ਼ਰਵਣ ਕਰਕੇ ਇਹਨਾਂ ਨੂੰ ਕਮਾਉਣਾ ਹੈ। ਮਹਾਂਪੁਰਖ ਕੋਈ ਬਣਦਾ ਐਵੇਂ ਨਹੀਂ ਬਣਦਾ। ਜਦ ਬਾਬਾ ਗੁਰਮੁਖ ਸਿੰਘ ਜੀ 12 ਸਾਲ ਤੱਕ ਬੈਠੇ ਰਹੇ, ਪਿੰਡ ਦੇ ਲੋਕੀ ਵੀ ਕਹਿਣ ਲੱਗ ਪਏ, ਨਾਲ ਦੇ ਵੀ ਕਹਿਣ ਲੱਗ ਪਏ ਵੀ ਬਾਬਾ ਜੀ ਹੁਣ 5-4 ਦਿਨ ਹੀ ਕੱਢਣਗੇ, ਬਸ ਹੁਣ ਇਹ ਸਰੀਰ ਛੱਡ ਜਾਣਗੇ। ਰਾਤ ਨੂੰ ਫਿਰ ਇੱਕ ਦਿਨ ਬਾਬਾ ਜੀ ਨੂੰ ਐਨ ਪ੍ਰਕਾਸ਼ ਹੋ ਗਿਆ। ਪ੍ਰਕਾਸ਼ ਦੇ ਵਿੱਚੋਂ ਆਵਾਜ਼ ਆਈ ਵੀ ਸਿੰਘਾ, ਭਾਈ ਗੁਰਸਿੱਖਾ, ਜਿਹੜੇ ਕੰਮ ਭੇਜਿਆ ਉਹ ਕਰ। ਅਗਲੇ ਦਿਨ ਉੱਥੇ ਇੱਕ ਮਹਾਂਪੁਰਖ ਸੀਗੇ, ਉਹ ਵੀ ਆ ਗਏ। ਫਿਰ ਉਹ ਬਾਬਾ ਜੀ ਨਾਲ ਬੜਾ ਪਿਆਰ ਕਰਦੇ ਸੀ। ਤਾਂ ਮਹਾਂਪੁਰਖ ਜਿਹੜੇ ਸੀਗੇ, ਸ਼੍ਰੀ ਮੁਨੀ ਜੀ ਸੀ ਉਹਨਾਂ ਨਾਮ, ਉਹ ਆ ਕੇ ਕਹਿੰਦੇ ਬਸ ਹੁਣ ਬਹੁਤ ਹੋ ਗਿਆ, ਜਿਹੜੇ ਕੰਮ ਆਏ ਹੋ ਨਾ ਉਹ ਕੰਮ ਕਰੋ, ਸੇਵਾ ਕਰੋ ਗੁਰਦੁਆਰਿਆਂ ਦੀ। ਫਿਰ ਬਧੋਸ਼ੀ ਵਾਲੇ ਸੰਤਾਂ ਕੋਲ ਗਏ, ਫਿਰ ਉੱਥੋਂ ਬਾਬਾ ਜੀ ਨੇ ਹੁਕਮ ਕਰਕੇ ਅੱਗੇ ਭੇਜਿਆ। ਫਿਰ ਸੇਵਾ ਸ਼ੁਰੂ ਹੋਈ। ਸਾਧ ਸੰਗਤ ਅੱਜ ਪੂਰੇ ਸੰਸਾਰ ਭਰ ਦੇ ਵਿੱਚ ਸੇਵਾ ਚੱਲ ਰਹੀ ਹੈ। ਪਰ ਪਹਿਲਾਂ ਕੀ ਹੋਇਆ ਸੀ? ਪਹਿਲਾਂ ਪ੍ਰਕਾਸ਼ ਹੀ ਹੋਇਆ ਸੀ। ਤੁਸੀਂ ਵੀ ਕੋਈ ਕੰਮ ਕਰਨਾ ਵੱਡਾ, ਸੇਵਾ ਲੈਣੀ ਹੈ, ਪ੍ਰਕਾਸ਼, ਬਾਕੀ ਕੰਮ ਬਾਅਦ। ਜਦ ਪੱਲੇ ਨਹੀਂ ਧੇਲਾ ਕਰਦੀ ਮੇਲਾ ਮੇਲਾ, ਜਾਂ 10 ਕਿੱਲਿਆਂ ਦਾ ਖੇਤ ਇੱਥੇ ਵਿਕ ਰਿਹਾ ਇੱਕ ਮੰਨ ਲਓ, ਤੇ ਘਰੋਂ ਚੱਲ ਪਿਆ, ਜੇਬ 'ਚ 1 ਰੁਪਈਆ ਵੀ ਨਹੀਂ, ਉਹਦਾ ਮੁੱਲ ਤੁਸੀਂ ਕਿੱਦਾਂ ਕਰੋਗੇ? ਜਾ ਕੇ ਸਾਈ ਦੇਣ ਜੋਗੇ ਤਾਂ ਪੈਸੇ ਨਹੀਂ ਤੁਹਾਡੇ ਕੋਲ। ਪਹਿਲਾਂ ਪ੍ਰਕਾਸ਼ ਆਪਣੇ ਅੰਦਰ ਜ਼ਰੂਰੀ ਹੈ। ਜਦ ਤੁਹਾਡੇ ਅੰਦਰ ਪ੍ਰਕਾਸ਼ ਹੋ ਗਿਆ, ਫਿਰ ਤੁਸੀਂ ਮਹਾਂਪੁਰਖ ਬਣ ਜਾਓਗੇ। ਫਿਰ ਤੁਹਾਨੂੰ ਅਸੀਂ ਨਮਸਕਾਰ ਕਰਾਂਗੇ ਵੀ ਧੰਨ ਸਿੱਖਾ, ਤੇਰੀ ਧੰਨ ਕਮਾਈ ਬਈ, ਧੰਨ ਹੈ। ਇਸ ਕਰਕੇ ਬਾਬਾ ਗੁਰਮੁਖ ਸਿੰਘ ਜੀ ਨੂੰ ਕੋਟਾਨ ਕੋਟ ਨਮਸਕਾਰ। ਬਾਬਾ ਝੰਡਾ ਸਿੰਘ ਜੀ, ਬਾਬਾ ਸਾਧੂ ਸਿੰਘ ਜੀ, ਬਾਬਾ ਅਮਰ ਸਿੰਘ ਜੀ, ਸਾਰੇ ਮਹਾਂਪੁਰਖਾਂ ਨੂੰ, ਬਾਬਾ ਅਜੀਤ ਸਿੰਘ ਜੀ, ਸਾਰਿਆਂ ਮਹਾਂਪੁਰਖਾਂ ਨੂੰ ਨਮਸਕਾਰ। ਕੋਟਾਨ ਕੋਟ ਜਿਨ੍ਹਾਂ ਨੇ ਸੇਵਾ ਕੀਤੀਆਂ, ਅਸੀਂ ਤਾਂ ਸਾਰਿਆਂ ਨੂੰ ਹੀ ਨਮਸਕਾਰ ਕਰਦੇ ਹਾਂ। ਉਹ ਭਗਤ ਨਾਮਦੇਵ ਜੀ ਕੂਕਰ ਦੇ ਮੰਗਰੀ ਦੌੜ ਲੈ, ਮਹਾਰਾਜ ਆ ਰੋਟੀ ਨੂੰ ਘਿਓ ਲਾ ਕੇ ਛਕਿਓ। ਆ ਮਹਾਰਾਜ ਤੁਸੀਂ ਰੁੱਖੀ ਨਾ ਛਕਿਓ। ਇੱਕ ਗੱਲ ਯਾਦ ਰੱਖੋ, ਕਿਸੇ ਦਾ ਨਰਾਦਰ ਨਹੀਂ ਕਰਨਾ ਕਦੇ।
जिन्ने आपा देख लें ये मजहबी सिख है, ये फलाना आ, ये गरीब आ, ये पशु आ, ये पंछी, वो छड़ दो गल सारी। एक गल देखो, आत्मा है इहदे अंदर, आत्मा ही तो परमात्मा है। घट्टो घट उहदे अंदरले नूं तां ऐ झुका दो भी सारियां च तू ही बैठा बापू, बाहरलियां गल्लां छड्डो, परमात्मा तो सारियां च ही है ना। एक दरख्त दे विच भी महाराज ने, एक दरख्त विच भी तो हरियावलता ताइयों जे उहदी जोत है। हर चीज विच परमात्मा अपना दर्शन दिंदे ने। कुदरत करके वसिया सो, कुदरत दे विच बलिहारी कुदरत वसिया, तेरा अंत ना जाई लखिया। आओ सारियां संगतां 2 मिनट हुण सिमरन भी कर लो। सतगुरु किरपा करन, प्यार सत्कार नाल सिमरन करदे हैं। वाहिगुरु कह के अपना मन नूं जोड़ो। और मेरी बेनती कि 5 बाणियां सारे जरूर पढ़ो। जिन्नी भी संगत आई है, देखो बहाने बहूने नहीं चलने भी मैं अनपढ़ हाँ मेरा। अज कल भाई देखो पेन ड्राइव आ गई है, हुण तां इहो जिहा टीवी आ गया, ਉਹਦੇ ਵਿੱਚ ਹੀ ਪੈਨ ਡਰਾਈਵ ਲੱਗ ਜਾਂਦੀ ਹੈ, ਉਹ ਡੱਬੇ ਜੇ ਆ ਗਏ ਆ। ਪੈਨ ਡਰਾਈਵ ਹੁਣ ਤਾਂ ਮੋਬਾਈਲ 'ਚ ਲੱਗ ਜਾਂਦੀ, ਮੋਬਾਈਲ ਵਿੱਚ ਵੀ ਨਿਤਨੇਮ ਭਰਿਆ ਜਾ ਸਕਦਾ, ਬਹਾਨਾ ਨਹੀਂ ਚੱਲਣਾ। ਸਾਰੇ ਜਾਣੇ 5 ਬਾਣੀਆਂ, ਸਾਰੀ ਸੰਗਤ ਨਹੀਂ ਵੀ ਪੜ੍ਹਨੀ ਆਉਂਦੀ ਨਾ, ਸੁਣ ਲਿਆ ਕਰੋ। ਸ਼ਾਮ ਨੂੰ ਰਹਿ ਰਾਸ ਜ਼ਰੂਰ ਸੁਣਨੇ। ਜਿਉਂ ਹੀ ਸੂਰਜ ਥੱਲੇ ਨੂੰ ਗਿਆ, ਰਹਿ ਰਾਸ ਨਾਲ ਹੀ ਪੜ੍ਹ ਲਓ। 16 ਸਾਹਿਬ ਪੜ੍ਹ ਲਓ। ਇੱਕ ਸਿੰਘ ਦੀ ਪਿੱਛੇ ਸ਼ਿਕਾਇਤ ਹੋ ਗਈ ਮਹਾਰਾਜ 10ਵੇਂ ਪਾਤਸ਼ਾਹ ਕੋਲ। ਸਿੰਘਾਂ ਨੇ ਸ਼ਿਕਾਇਤ ਕਰਤੀ ਵੀ ਇਹ ਮਹਾਰਾਜ ਸਿੰਘ ਐਂ ਕਰਦਾ, ਐਂ ਕਰਦਾ। ਨਾਲੇ ਉਹ ਸਿੰਘ ਧਰਤੀ ਤੇ ਇਹ ਗੱਲ ਉੱਪਰਲੀ ਸੁਣਾਉਣਾ ਕਿ ਇਹ ਮਹਾਂਪੁਰਖ ਨੇ ਰਾਜ। ਕਲਗੀਆਂ ਵਾਲੇ ਪਾਤਸ਼ਾਹ ਨੇ ਕੀ ਕਿਹਾ? ਕਹਿੰਦਾ ਚੱਲ ਰਹਿਣ ਦਿਓ, ਮਾਫ ਕਰ ਦਿਓ ਇਹਨੂੰ। ਕਹਿੰਦੇ ਮਹਾਰਾਜ ਮਾਫ ਕਿੱਦਾਂ ਕਰ ਦਈਏ? ਫੌਜਾਂ ਕਹਿੰਦੀਆਂ। ਕਹਿੰਦੇ 5 ਬਾਣੀਆਂ ਤਾਂ ਕਰਦਾ ਨਾ ਰੋਜ਼, ਆਖੋ ਸਤਨਾਮ। ਓਏ ਬਖਸ਼ਾ ਲਓ ਆਪਣੇ ਆਪ ਨੂੰ ਭਲਿਓ ਲੋਕੋ, 5 ਬਾਣੀਆਂ ਰੋਜ਼ ਪੜ੍ਹ ਲਿਆ ਕਰੋ। ਉਹ ਬਾਪੂ ਜੇ 5 ਬਾਣੀਆਂ ਦੇ ਖੁਸ਼ ਹੁੰਦਾ, ਤੁਹਾਨੂੰ ਹੋਰ ਕੀ ਚਾਹੀਦਾ? ਉੱਥੇ ਹਜੂਰ ਸਾਹਿਬ ਇੱਕ ਜ਼ਿਮੀਂਦਾਰ ਵੀਰ ਸੀਗਾ, ਉਹਦੇ ਬੱਚਾ ਨਾਲ 40-45 ਸਾਲ ਦੀ ਉਮਰ 'ਚ, ਘਰ ਵਾਲੀ ਵੀ ਉੱਥੇ ਖੜੇ ਰੋਈ ਜਾਣ ਤਖਤ ਸਾਹਿਬ ਦੇ ਅੱਗੇ। ਇਹ ਬਹੁਤ ਪੁਰਾਣੀ ਗੱਲ ਦੱਸਦਾ। ਪਹਿਲਾਂ ਉੱਥੇ ਇੱਕ ਸਾਧੂ ਰਿਹਾ ਕਰਦੇ ਸੀ, ਹੁਣ ਤਾਂ ਪੂਰੇ ਹੋ ਗਏ। ਉਹ 75-76 ਦੀ ਗੱਲ ਦੱਸਦਾ। ਰੋ ਰੂ ਕੇ ਜਦੋਂ ਉਹ ਸਾਧੂ ਇੱਧਰਲੇ ਪਾਸੇ ਨਾ ਫੌੜੀਆਂ ਜਿਹੀਆਂ ਲੈ ਕੇ ਕੱਛਾ 'ਚ ਖੜਦਾ ਹੁੰਦਾ ਸੀ, ਲੰਗਰ ਥਾਪ ਦੇ ਵਿੱਚ ਉਹ ਪ੍ਰਸ਼ਾਦਾ ਬਣਾਉਂਦਾ ਸੀ। ਐ ਇਕੱਠੇ 10 ਪ੍ਰਸ਼ਾਦੇ ਪਾ ਕੇ ਐ ਮਾਰਦਾ ਸੀ, ਪੂਰੀ ਲਾਈਨ ਦੀ ਲਾਈਨ ਵਿਛ ਜਾਂਦੀ ਸੀ। ਬੜੀ ਕਲਾ ਸੀ ਪ੍ਰਸ਼ਾਦਾ ਬਣਾਉਣ ਦੀ ਉਹਦੇ 'ਚ। ਪਹੁੰਚਿਆ ਹੋਇਆ ਸਾਧੂ ਸੀ। ਜਦੋਂ ਜ਼ਿਮੀਂਦਾਰ ਭਰਾ ਐ ਬਰਾਬਰ ਆਇਆ, ਕਹਿੰਦਾ ਭੁਜੰਗੀ ਵਾਸਤੇ ਰੋਂਦਾ? ਕਹਿੰਦੇ ਹਾਂ ਜੀ। ਉਹ ਟਰੈਕਟਰ ਵਾਲਾ ਖਿੱਚਿਆ ਜਾਂਦਾ ਵੀ ਇਹਨੂੰ ਮੇਰਾ ਪਤਾ ਲੱਗ ਗਿਆ। ਕਹਿੰਦਾ 5 ਬਾਣੀਆਂ ਨਾ ਛੱਡੀ, ਆਉਂਦੇ ਸਾਲ ਨੂੰ ਭੁਜੰਗੀ ਸਮੇਤ ਹੀ ਆਏਗਾ, ਇੱਥੇ ਆਖੋ ਸਤਨਾਮ। ਉਹ ਭਾਈ 5 ਬਾਣੀਆਂ ਸਾਰਾ ਸਾਲ ਰਹਿ ਰਾਸ ਕੀਰਤਨ ਸੋਲਾ ਪੜਿਆ। ਦੇਖ ਲਓ, ਆਉਂਦੇ ਸਾਲ ਨੂੰ ਭੁਜੰਗੀ ਸਮੇਤ ਹੀ ਹਜ਼ੂਰ ਸਾਹਿਬ ਆਇਆ। ਇਹ ਨਿੱਕੀਆਂ ਨਿੱਕੀ ਚੀਜ਼ਾਂ, ਇਹ ਕਿਆ ਚੀਜ਼? ਤੁਸੀਂ ਮੈਨੂੰ ਕਹੋ ਆ ਇੱਕ ਫੁੱਲ ਜਿਹਾ ਚੱਕ ਕੇ ਦੇ ਥਾਲੀ 'ਚ, ਮੈਂ ਦੇ ਦਿੰਦਾ, ਮੈਨੂੰ ਕੋਈ ਤਕਲੀਫ ਹੁੰਦੀ। ਜੇ ਤੁਸੀਂ ਕਹੋ ਵੀ ਜਿਹੜੀ ਤੇਰੀ ਆ ਕਾਰ ਹੈ, ਕੋਠੀ ਹੈ, ਸਾਰਾ ਇਹ ਮੇਰੇ ਨਾਂ ਕਰਦੇ, ਇਹ ਔਖਾ। ਮਤਲਬ ਕਿ ਜੇ ਤੁਸੀਂ ਸਤਿਗੁਰਾਂ ਨੂੰ ਕਹੋ ਮਹਾਰਾਜ ਆ ਚਾਹੀਦਾ, ਆ ਚਾਹੀਦਾ, ਮਹਾਰਾਜ ਨੇ ਕੂੜਾ ਜਿੰਨਾ ਮਰਜ਼ੀ ਲੈ ਲਾ। ਪਰ ਜੇ ਤੁਸੀਂ ਕਹੋਗੇ ਮਹਾਰਾਜ ਜੀ ਨਾਮ ਦਾਨ ਬਖਸ਼ੋ, ਸਿੱਖੀ ਬਖਸ਼ੋ, ਇਹ ਥੋੜਾ ਜਿਹਾ ਬਈ ਮਹਿੰਗਾ ਮਿਲਦਾ। ਮੈਂ ਤਾਂ ਮੋਲ ਮਹਿੰਗੀ ਲਈ ਜੀ ਸਟੈ, ਮਹਿੰਗੀ ਚੀਜ਼ ਆਏ। ਇਸ ਕਰਕੇ ਸਾਰੀ ਸੰਗਤ ਨਿਤਨੇਮ ਵਾਲੇ ਪਾਸੇ ਲੱਗੋ, ਬਾਣੀ ਪੜੋ। ਮੇਰੀ ਕਿਸੇ ਗੱਲ ਨੂੰ ਇਉਂ ਨਾ ਜਾਣੇ ਵੀ ਮੈਂ ਉਹੀ ਕਰਤੀ, ਪ੍ਰੈਕਟੀਕਲੀ ਉਹੀ ਸਾਰੀ ਚੀਜ਼ਾਂ 7 ਬਚਨ ਕਹਿ ਕੇ ਪ੍ਰਵਾਨ ਕਰਨੀ। ਆਓ ਸਿਮਰਨ ਕਰਦੇ ਆਂ। ਸਿਮਰਨ ਦਾ ਵੀ ਤੁਹਾਨੂੰ ਫਲ ਮਿਲੂਗਾ। 10 ਦਿਨ ਨੂੰ ਪਤਾ ਲੱਗ ਜੂ, 15 ਨੂੰ ਲੱਗ ਜੂ, 1 ਮਹੀਨੇ ਤੱਕ ਲੱਗ ਜੂ। ਤੁਹਾਨੂੰ ਪਤਾ ਲੱਗੂ ਵੀ ਮੈਂ ਸਿਮਰਨ ਕੀਤਾ ਸੀ ਤੇ ਮੇਰਾ ਕੰਮ ਹੋ ਗਿਆ। ਆਪ ਕਿਰਪਾ ਹੋਈ ਹੈ ਮੇਰੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਧੰਨ ਵਾਹਿਗੁਰੂ।
ਵਾਹਿਗੁਰੂ 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 ਧੰਨ ਵਾਹਿਗੁਰੂ। ਵਾਹਿਗੁਰੂ 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 ਧੰਨ ਵਾਹਿਗੁਰੂ। ਵਾਹਿਗੁਰੂ 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 ਧੰਨ ਵਾਹਿਗੁਰੂ। ਵਾਹਿਗੁਰੂ 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 ਧੰਨ ਵਾਹਿਗੁਰੂ। ਵਾਹਿਗੁਰੂ 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 ਧੰਨ ਵਾਹਿਗੁਰੂ। ਤੁਮ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮੈਂ ਸੁਖ ਕਨੇਰੇ। ਤੁਮ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮੈਂ ਸੁਖ ਕਨੇਰੇ। ਧੰਨ ਗੁਰੂ ਗੋਬਿੰਦ ਸਿੰਘ ਜੀ, ਧੰਨ ਮਾਤਾ ਸਾਹਿਬ ਕੋ। ਧੰਨ ਗੁਰੂ ਗੋਬਿੰਦ ਸਿੰਘ ਜੀ, ਧੰਨ ਮਾਤਾ ਸਾਹਿਬ ਕੌਰ। ਧੰਨ ਗੁਰੂ ਗੋਬਿੰਦ ਸਿੰਘ ਜੀ, ਧੰਨ ਮਾਤਾ ਸਾਹਿਬ ਕੌਰ। ਧੰਨ ਗੁਰੂ ਗੋਬਿੰਦ ਸਿੰਘ ਜੀ, ਧੰਨ ਮਾਤਾ ਸਾਹਿਬ ਕੌਰ। ਵਾਹਿਗੁਰੂ 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 ਧੰਨ ਵਾਹਿਗੁਰੂ। ਸੋ ਸਾਧ ਸੰਗਤ ਬਹੁਤ ਬਹੁਤ ਧੰਨਵਾਦ। ਸਤਿਗੁਰੂ ਨਾਨਕ ਸਾਹਿਬ ਜੀ ਮਹਾਰਾਜ, ਗੁਰੂ ਗੋਬਿੰਦ ਸਿੰਘ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ, ਸੰਗਤਾਂ ਦਾ ਔਰ ਸਰਬੱਤ ਮਹਾਂਪੁਰਖਾਂ ਦਾ, ਕਾਰ ਸੇਵਾ ਵਾਲੇ ਸਾਰੇ ਮਹਾਂਪੁਰਖਾਂ ਇੱਥੋਂ ਵਾਲਿਆਂ ਦਾ ਜੋ ਸੇਵਾ ਨਿਭਾ ਰਹੇ ਨੇ ਸਾਰੇ, ਸਤਿਗੁਰੂ ਕਿਰਪਾ ਕਰਨ, ਹੋਰ ਤਰੱਕੀਆਂ, ਹੋਰ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਬਾਬਾ ਜੀ ਨੇ ਬੇਨਤੀ ਪ੍ਰਵਾਨ ਕੀਤੀ ਆ ਵੀ ਵਿਦਿਆਲਾ ਇੱਥੇ ਬੇਨਤੀ ਪ੍ਰਵਾਨ ਕਰਕੇ ਖੋਲ੍ਹਿਆ,
ਬਾਬਾ ਅਮਰੀਕ ਸਿੰਘ ਜੀ ਪਟਿਆਲੇ ਵਾਲਿਆਂ ਦੀ ਵੀ ਦੀਵਾਨ ਵਿੱਚ ਮੈਂ ਬੇਨਤੀ ਕੀਤੀ ਸੀ ਵੀ ਗੁਰਦੁਆਰੇ ਸਾਹਿਬ ਬਹੁਤ ਬਣਾਤੇ ਤੇ ਪ੍ਰਚਾਰਕ ਉੱਥੇ ਗਲਤ ਆ ਕੇ ਐਂਟਰ ਕਰ ਜਾਂਦੇ। ਆਪਣਾ ਹੀ ਪ੍ਰਚਾਰਕ ਬਣਾਓ ਤੇ ਆਪਣਾ ਹੀ ਗੁਰਦੁਆਰਾ ਬਣਾਓ। ਬਾਬਾ ਜੀ ਕਹਿੰਦੇ ਅਸੀਂ ਤਾਂ ਤੇਰੇ ਕਹਿਣ ਤੋਂ ਪਹਿਲਾਂ ਹੀ ਸ਼ੁਰੂ ਕਰਤਾ ਕੰਮ, ਅਸੀਂ ਤਾਂ ਵਿਦਿਆਲਿਆ ਵੀ ਤਿਆਰ ਹੀ ਆ ਸਾਡਾ ਤਾਂ। ਔਰ ਬਾਬਾ ਜੀ ਪਿੰਡਾਂ ਦੇ ਵਿੱਚ ਟਕਸਾਲ ਦੇ ਸਿੰਘਾਂ ਨੂੰ ਸੱਦ ਕੇ ਸੰਥਿਆ ਵੀ ਕਰਾਉਂਦੇ, ਇੱਕ ਹਫ਼ਤੇ ਦਾ ਕੈਂਪ ਲਵਾ ਰਹੇ ਨੇ। ਕਹਿੰਦੇ ਵਾਹਿਗੁਰੂ ਇਹਨਾਂ ਨੂੰ ਨਾਲ ਸੰਥਿਆ ਵੀ ਕਰਾਈਏ, ਪੜ੍ਹਾਈ ਵੀ ਆਵੇ ਇਹਨਾਂ ਨੂੰ, ਗੁਰਮਤ ਵੀ ਆਵੇ। ਇਸ ਕਰਕੇ ਸਾਰੇ ਮਹਾਂਪੁਰਖਾਂ ਨੂੰ ਮੈਂ ਇਹੀ ਬੇਨਤੀ ਕਰਦਾ, ਜਿੱਥੇ ਵੀ ਮੈਂ ਜਾਂਦਾ। ਕੱਲ ਵੀ ਗਏ ਸੀ ਬਾਬਾ ਜਗਤ ਸਿੰਘ ਦੇ ਸਥਾਨ ਤੇ, ਉੱਥੇ ਵੀ ਟਕਸਾਲ ਦੇ ਸਿੰਘ ਨੇ, ਉਹ ਬਹੁਤ ਪੁਰਾਣੇ ਨੇ, 1962 ਚ ਜਨਮ ਹੋਇਆ। ਬਾਬਾ ਕਰਤਾਰ ਸਿੰਘ ਜੀ ਖਾਲਸਾ ਨਾਲ ਰਹੇ, ਬਾਬਾ ਜਰਨੈਲ ਸਿੰਘ ਜੀ ਖਾਲਸਾ ਨੇ। ਜਦੋਂ ਬਾਬਾ ਸੂਬਾ ਸਿੰਘ ਜੀ ਚੜ੍ਹਾਈ ਕਰਕੇ 83 ਚ ਬਾਬਾ ਜਰਨੈਲ ਸਿੰਘ ਨੇ ਉਹਨਾਂ ਨੂੰ ਦਸਤਾਰਬੰਦੀ ਕਰਤੀ, ਇੱਥੇ ਬਹਿ ਜਾਓ, ਅਸਥਾਨ ਬਣਾਓ ਤੇ ਵਿਦਿਆਲਾ ਵੀ ਨਾਲ ਖੋਲੋ। ਅੱਜ ਉੱਥੇ 20-25 ਵਿਦਿਆਰਥੀ ਪੜ੍ਹ ਰਹੇ ਨੇ। ਕੱਲ ਅੰਮ੍ਰਿਤ ਸੰਚਾਰ 27 ਸਿੰਘਾਂ ਨੇ ਅੰਮ੍ਰਿਤ ਛਕਿਆ। ਬਹੁਤ ਕਿਰਪਾ ਮਹਾਰਾਜ। ਇਸ ਕਰਕੇ ਤੁਸੀਂ ਵੀ ਆਪੋ ਆਪਣੇ ਨਗਰਾਂ ਵਿੱਚ, ਬੇਸ਼ੱਕ ਮੈਂ ਨਹੀਂ ਕਹਿੰਦਾ ਬੱਚਿਆਂ ਨੂੰ ਨਾ ਪੜ੍ਹਾਓ, ਇੰਜੀਨੀਅਰ ਬਣਾਓ, ਡਾਕਟਰ ਬਣਾਓ, ਬਾਹਰ ਭੇਜੋ, ਜੋ ਮਰਜ਼ੀ ਕਰੋ, ਪਰ ਸੰਥਿਆ ਜ਼ਰੂਰ ਕਰਾਓ। ਜਦ ਗੁਰੂ ਗ੍ਰੰਥ ਸਾਹਿਬ ਦੀ ਸੰਥਿਆ ਹੀ ਨਹੀਂ ਹੋਈ ਤਾਂ ਬਾਣੀ ਕਿੱਥੋਂ ਪੜ੍ਹ ਲੈਣੀ ਤੁਹਾਡੇ ਬੱਚਿਆਂ ਨੇ? ਸ਼ੁੱਧ ਬਾਣੀ ਨਹੀਂ ਆਉਂਦੀ, ਨਿਤਨੇਮ ਦੀ ਸੰਥਿਆ ਨਹੀਂ ਹੈ। ਇਸ ਕਰਕੇ ਇਹ ਗੱਲ ਜ਼ਰੂਰ ਕਰੋ ਵੀ ਜਦ ਛੁੱਟੀਆਂ ਹੁਣ ਗਰਮੀਆਂ ਦੀਆਂ ਆਉਣੀਆਂ ਤੇ ਇੱਥੇ ਆਪਣਾ ਬੱਚਾ 2 ਮਹੀਨੇ ਜਾਂ ਛੁੱਟੀਆਂ ਇੱਥੇ ਛੱਡ ਦਿਓ, ਤਾਂ ਕਿ 2 ਮਹੀਨਿਆਂ ਦੇ ਵਿੱਚ ਸਿੰਘ ਉਹਨਾਂ ਨੂੰ ਮੂਲ ਰੂਪ ਵਿੱਚ ਸੰਥਿਆ ਕਰਵਾ ਕੇ ਘੱਟੋ ਘੱਟ ਪਹਿਲੀ ਵਾਰ 5 ਬਾਣੀਆਂ, 5 ਗ੍ਰੰਥੀ, 10 ਗ੍ਰੰਥੀ ਜਾਂ 22-12 ਕਰਵਾ ਦੇ। ਅਗਲੇ ਸਾਲ ਫੇਰ ਹੋਰ ਕਰਵਾ ਦਾਂਗੇ ਤੁਹਾਨੂੰ ਸੰਥਿਆ। ਕਿੰਨੇ ਵਜੇ? ਨਹੀਂ ਕਿੰਨੇ ਵਜੇ ਅੰਮ੍ਰਿਤ ਸੰਚਾਰ ਕਰਨਾ? ਸੋ ਕੱਲ ਸਾਧ ਸੰਗਤ ਜੀ, ਕੱਲ ਇੱਥੇ ਵੀ ਅੰਮ੍ਰਿਤ ਸੰਚਾਰ ਹੈ 11 ਵਜੇ ਸਵੇਰੇ। ਕੇਸੀ ਇਸ਼ਨਾਨ ਕਰਕੇ, ਨਵੇਂ ਵਸਤਰ ਪਹਿਨ ਕੇ, ਕਕਾਰ ਪਹਿਨ ਕੇ ਆਓ। ਕਈਆਂ ਨੇ ਆਪਰੇਸ਼ਨ ਕਰਾਏ, ਉਹ ਰੋਮਾਂ ਦੀ ਬੇਅਦਬੀ ਹੋ ਜਾਂਦੀ ਆ, ਉਹ ਕਹਿੰਦੇ ਚੱਲ ਨਹੀਂ, ਜਦੋਂ ਵੀ 4 ਕਰਹਿਤਾ ਜੇ ਕੋਈ ਕਰਹਿਤ ਹੁੰਦੀ ਨਜ਼ਰ ਆਏ, ਕਈ ਕਹਿੰਦੇ ਮੈਂ ਉਹ ਝੂਠਾ ਖਾ ਲਿਆ, ਉਹਦਾ ਐ ਕਰ ਲਿਆ, ਉਹ 5 ਪਿਆਰਿਆਂ ਕੋਲ ਆ ਕੇ ਬੇਨਤੀ ਕਰੋ, ਚੂੜਾ ਲਓ। ਜਿਨ੍ਹਾਂ ਨੇ ਕੋਈ ਕਕਾਰਾਂ ਦੀ ਰਹਿਤ ਢਿੱਲ, ਆ ਮਹਾਰਾਜ ਜੀ ਨੇ ਇੱਕ ਬਚਨ ਕੀਤਾ ਸੀ ਇੱਕ ਸਿੰਘ ਨਾਲ, ਕਹਿੰਦੇ ਕਈ ਲੱਖ ਸਿੰਘ, ਕਈ ਲੱਖ, ਇੱਕ ਕਹਿੰਦੇ ਪੌਂਚਾਰ ਲੈ ਜਾਂਦਾ ਦੋਨਾਂ ਪੈਰਾਂ ਤੋਂ। ਅੱਜ ਤੱਕ ਕਈ ਲੱਖ ਸਿੰਘਾਂ ਨੇ ਅਰਦਾਸ ਨਹੀਂ ਕਰਾਈ। ਕਹਿੰਦੇ ਅਸੀਂ ਕਿਹਾ ਸੀ ਵੀ ਜੇ ਕਛਹਿਰਾ ਵਿਸਰਜੇ ਦੋਨਾਂ ਪਹੁੰਚੇ ਲੈ ਜਾਣ ਤਾਂ 5 ਸਿੰਘਾਂ ਤੋਂ ਅਰਦਾਸ ਕਰਾਉਣੀ। ਫੇਰ ਕਹਿੰਦੇ ਸਾਡਾ ਨਿਤਨੇਮ ਨਹੀਂ ਹੁੰਦਾ, ਫੇਰ ਕਹਿੰਦੇ ਮਨ ਨਹੀਂ ਟਿਕਦਾ। ਸਤਿਗੁਰੂ ਕਹਿੰਦੇ ਜਿਹਦੀ ਰਹਿਤ ਪੂਰੀ ਹੋਊਗੀ ਉਹਦੇ ਤੇ ਕਿਰਪਾ ਕਰਾਂਗੇ। ਇਸ ਕਰਕੇ ਜਿਨ੍ਹਾਂ ਦੇ ਵੀ ਕਕਾਰ ਕਦੇ ਵਿਸਰ ਗਿਆ, ਨਾਲ ਅਰਦਾਸ ਕਰੋ, ਮਹਾਰਾਜ ਭੁੱਲਾਂ ਦੀ ਮਾਫੀ ਦਿਓ, ਸੱਚੇ ਪਾਤਸ਼ਾਹ ਮੇਰੀ ਕਿਰਪਾਨ ਵਿਸਰ ਗਈ, ਮੈਂ ਤਾਂ ਕਛਹਿਰਾ ਵਿਸਰ ਗਿਆ। ਉਹ 5 ਸਿੰਘਾਂ ਤੋਂ ਅਰਦਾਸ ਕਰਾਉਣੀ। ਕੰਗਾ ਦਾ ਦੰਦਾ ਭੁਰਿਆ ਨਹੀਂ ਹੋਣਾ ਚਾਹੀਦਾ। ਜੇ ਕੰਗੇ ਦਾ ਦੰਦਾ ਟੁੱਟ ਜੇ, ਭੁਰ ਜੇ, ਕੰਗਾ ਚੇਂਜ ਕਰ ਦੋ, ਮਹਾਰਾਜ ਦੀ ਨਾਰਾਜ਼ਗੀ ਆ, ਟੁੱਟਿਆ। ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਟਿਆਲੇ ਇੱਕ ਬਹੁਤ ਅਭਿਆਸੀ ਸਿੰਘ ਆ, ਹੁਣ ਵੀ ਹੈਗੇ ਨੇ। ਜਦ ਮੈਂ ਕਥਾ ਕਰਦਾ ਹੁੰਦਾ ਸੀ, ਉਹ ਮੈਨੂੰ ਪੁੱਛਣ ਆ ਜਾਂਦਾ ਸੀ। ਉਹ ਦੇਖੋ ਕੁਦਰਤੀ, ਉਹ ਵੀ ਕਾਰ ਸੇਵਾ ਵਾਲੇ ਬਾਬੇ ਚ ਮਿਸਤਰੀ ਰਿਹਾ ਸੀ। 250 ਰੁਪਈਆ ਉਦੋਂ ਤਨਖਾਹ ਹੁੰਦੀ ਸੀ ਦਿਹਾੜੀ, 200 ਰੁਪਈਆ ਲੈਂਦਾ ਸੀ। ਕਹਿੰਦਾ 50 ਰੁਪਏ ਦਸਵੰਧ ਦੇ ਰੋਜ਼ ਦੇ। ਉਹ ਤੇ ਗੁਰੂ ਸਾਹਿਬ ਨੇ ਖੋਲਤਾ ਕੰਮ, ਉਹਦਾ ਸਭ ਪ੍ਰਕਾਸ਼ ਹੋ ਗਿਆ, ਕਿਰਪਾ ਹੋ ਗਈ। ਪਰ ਜੋ ਨਵਾਂ ਇੱਧਰ ਚੱਲਿਆ, ਕਹਿੰਦਾ ਅੱਜ ਕਥਾ ਚ ਮਹਾਰਾਜ ਜੀ ਆਏ ਸੀ, ਮੈਨੂੰ ਐ ਕਰਕੇ ਕੰਗਾ ਦਿਖਾਈ ਜਾਣ ਬਾਰ-ਬਾਰ, ਕੰਗਾ ਦਿਖਾਈ ਜਾਣ ਬਾਰ-ਬਾਰ। ਮੈਂ ਚੱਲ ਤੇਰੇ ਘਰ ਚੱਲਦੇ ਆ। ਮੈਂ ਦਸਤਾਰ ਲਾ, ਛੋਟੀ ਲਾ, ਹੁਣ ਕੰਗਾ ਕੱਢ। ਜਾਂ ਸਿਰ ਚੋਂ ਕੰਗਾ ਕੱਢਿਆ, ਮੈਂ ਆਦੇ 4 ਦੰਦੇ ਟੁੱਟੇ ਹੋਏ, ਉਹ ਇਹੀ ਦਿਖਾਉਂਦੇ ਸੀ, ਉਹ ਕੰਗਾ, ਉਹ ਸਿੰਘ ਕੰਗਾ ਤੇਰਾ ਟੁੱਟਿਆ ਹੋਇਆ ਪਾਈ ਫਿਰਦਾ। ਮਹਾਰਾਜ ਕਿਤੇ ਨਹੀਂ ਗਏ। ਮਹਿਸੂਸ ਕਰੋ ਤੁਹਾਡੇ ਕੋਲ ਹੀ, ਤੁਹਾਡੇ ਨਾਲ ਹੀ ਹੈ, ਤੁਹਾਡੇ ਅੰਗ ਸੰਗ ਹੈ। ਇਸ ਕਰਕੇ ਕਕਾਰਾਂ ਨੂੰ ਹਮੇਸ਼ਾ ਕਿਰਪਾਨ ਆਪਣੀ ਮਾਂਜ ਕੇ ਰੱਖੋ। ਆਏ ਪਰੇ ਜਾ ਕੇ ਕੱਢ ਕੇ ਵੀ ਦੇਖ ਲਓ, ਨਿਕਲਦੀ ਵੀ ਆ। ਕਿਤੇ ਮੈਂ ਲੋੜ ਪੈ ਜੇ ਨਿਕਲ ਹੀ ਨਾ, ਫੇਰ ਕੀ ਕਰੋਗੇ? ਸਣੇ ਮਿਆਨ ਮਾਰਿਓ ਹੈ। ਅਸੀਂ ਇੱਕ ਵਾਰ ਉੱਥੇ, ਮੈਂ 8 ਸਾਲ ਦਾ ਦੱਸਦਾ ਸੀ, ਪਟਿਆਲੇ ਤੇ ਛਬੀਲ ਲੱਗੀ ਤੇ
ਐਵੇਂ ਇੱਕ ਸੀਗਾ ਬੰਦਾ, ਉਹ ਕਹਿੰਦਾ ਚਲੋ ਆਪਾਂ ਛਬੀਲ ਲਾਉਨੇ, ਅਸੀਂ ਵੀ ਪਿੱਛੇ ਹਲੇ ਹਲੇ ਕਰਕੇ ਚੱਲ। ਕਹਿੰਦਾ ਯਾਰ ਆਪਣੇ ਕੋ ਆਪਾਂ ਤੇ ਕਿਹੜਾ ਅੰਮ੍ਰਿਤਧਾਰੀ ਆ ਕੋਈ। ਇੱਕ ਬਜ਼ੁਰਗ ਨੂੰ ਦੇਖਿਆ ਸਾਈਕਲ ਤੇ ਅੰਮ੍ਰਿਤਧਾਰੀ, ਆ ਬਾਪੂ ਜੀ ਰੁਕਿਓ, ਅਸੀਂ ਅਰਦਾਸ ਕਰਨੀ ਆ, ਆਪਣੀ ਕਿਰਪਾਨ ਕੱਢੋ। ਬਾਪੂ ਜੀ ਜਿਉਂ ਕਿੱਲਣ ਲੱਗੇ ਕਿਰਪਾਨ ਨਹੀਂ ਨਿਕਲੀ। ਉਹ ਕਹਿੰਦਾ ਇਹ ਨਿਕਲਦੀ ਨਹੀਂ। ਫਿਰ ਉਹ ਅਸੀਂ ਵੀ ਉਦੋਂ ਸਾਰੇ, ਉਹ ਬੰਦਾ ਵੀ ਅਣਜਾਣ ਹੀ ਸੀਗਾ, ਘਰੋਂ ਚਾਕੂ ਲਿਆ, ਅਰਦਾਸ ਕਰਕੇ ਚਾਕੂ ਹੀ ਡਬੋਤਾ ਛਬੀਲ 'ਚ। ਹੁਣ ਮੈਂ ਹੱਸਦਾ ਉਸ ਗੱਲ ਤੇ ਵੀ ਸਾਨੂੰ ਉਦੋਂ ਅਕਲ ਨਹੀਂ ਸੀ ਹੁੰਦੀ, ਨਿਆਣੇ ਸੀ ਉਦੋਂ, ਐਵੇਂ ਕਿਹੜੀ 5ਵੀਂ 6ਵੀਂ ਤੱਕ ਕਲਾਸ ਸੀ ਮੇਰੀ ਉਹਦੀ। ਤੇ ਇਸ ਕਰਕੇ ਆ ਵੀ ਇਹ ਨਹੀਂ ਹੁੰਦਾ ਵੀ ਕਿਰਪਾਨ ਤੁਹਾਡੀ ਨਿਕਲੇ ਹੀ ਨਾ, ਚੈੱਕ ਕਰਦੇ ਰਹੋ, ਗਾਤਰਾ ਧੋਂਦੇ ਰਹੋ। ਆ ਜਿਹੜੇ ਤੁਸੀਂ ਕਾਲੇ ਗਾਤਰੇ ਪਾਏ ਨਾ, ਮੈਨੂੰ ਇੱਕ ਡਾਕਟਰ ਨੇ ਅੰਮ੍ਰਿਤਸਰ ਸਾਹਿਬ ਇਹ ਕਿਹਾ ਸੀ, ਕਹਿੰਦਾ ਗਿਆਨੀ ਜੀ ਅੱਧੀਆਂ ਬਿਮਾਰੀਆਂ ਤਾਂ ਫਿਰ ਗਾਤਰੇ ਤੋਂ ਲੱਗਦੀ। ਮੈਂ ਕਿਉਂ? ਕਹਿੰਦਾ ਇੱਕ ਵਾਰ ਪਾ ਕੇ 10-10 ਸਾਲ ਤੱਕ ਧਿਆਨ ਹੀ ਨਹੀਂ ਦਿੰਦੇ। ਕਹਿੰਦੇ ਧੋ ਕੇ ਦੇਖਿਓ ਉਹਨੇ ਸਰਫ 'ਚ, ਸਾਰੀ ਬਾਲਟੀ ਦਾ ਪਾਣੀ ਕਾਲਾ ਸ਼ਾਹ ਹੋ ਜਾਣਾ, ਇੰਨੀ ਮੈਲ ਲੱਗ ਜਾਂਦੀ ਆ। ਸਾਡੇ ਨਾਈਓ ਨੀਲੇ ਪਾਏ, ਪਤਾ ਤਾਂ ਲੱਗ ਜਾਂਦਾ। ਮੈਂ ਕੱਲ ਹੀ ਧੋਇਆ, ਸਿੰਘ ਨੂੰ ਕਿਰਪਾਨ ਦਿੱਤੀ, ਮੈਂ ਕੱਢ ਕੇ ਦੇਖ ਠੀਕ ਆ। ਇਹ ਨਹੀਂ ਮਤਲਬ ਕਿ 2 ਕਿਰਪਾਨਾਂ ਰੱਖੀਆਂ ਮੇਰੀਆਂ, ਇਹਨਾਂ ਆਖਿਆ ਵੀ ਆਪ ਹੀ ਕੱਢ ਕੇ ਦੇਤੀ। ਛੋਟੀ ਮੈਂ ਕੋਲ ਰੱਖ ਲਈ, ਫਿਰ ਦੂਜੀ ਚੈੱਕ ਕਰਵਾਈ, ਕਹਿੰਦੇ ਇਹਨੂੰ ਥੋੜੀ ਜੰਗਾਲ ਹੈ। ਮੈਂ ਕਿਹਾ ਸਾਫ਼ ਕਰ ਦੇ, ਗਾਤਰਾ ਧੋ ਦੇ। ਹਮੇਸ਼ਾ ਸ਼ਸਤਰ ਆਪਣੇ ਸਾਫ਼ ਕਰਕੇ ਰੱਖੋ, ਕੰਘਾ ਸਾਫ਼ ਕਰਕੇ ਰੱਖੋ, ਕੇਸਾਂ ਨੂੰ ਚੌਥੇ ਦਿਨ ਧੋਂਦੇ ਰਹੋ, ਡੇਲੀ ਅੱਬਲ ਤੇ ਡੇਲੀ ਹੋਣੇ। ਬ੍ਰਹਮ ਕਵਚ ਦਾ ਪਾਠ ਕਰੋ, ਨਿਤਨੇਮ ਕਰੋ। ਆਓ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਣੀ। ਬਹੁਤ ਸਮਾਂ ਮੈਂ ਲੈ ਗਿਆ, ਪਰ ਆਪਣੀ ਕੋਈ ਗੱਲ ਇਹ ਨਹੀਂ ਕਿ ਫਾਲਤੂ ਹੀ ਹੁੰਦੀ ਵੀ ਉਦਾਂ ਹੀ ਕਰਤੀ, ਕੋਈ ਕੰਮ ਦੀ ਗੱਲ ਹੀ ਦੱਸੀ ਹੈ। ਆਓ ਝੁਕਾਓ ਸੀਸ ਨਿਰੰਕਾਰ ਜੀ ਦੇ ਅੱਗੇ, ਬੁਲਾਓ ਪਿਆਰ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।